ਚੜਨ ਵਾਲਿਓ ਹੱਕਾਂ ਦੀ ਪੇਟ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇੱਕ ਦੋ ਪਿਆਰ ਦੇ ਹੰਝੂ ਬਹਾਣ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਅਸੀਂ ਵੀ ਆਏ ਜਾਣਾ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣਦੇ ਹੜਾਂ ਦੀ ਹਿੱਕ ਅੰਦਰ ਤੇ ਸਿਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ ਆਖਦੇ ਨੇ ਲੋਕੀ ਹਿੱਕਾਂ ਠੋ ਕਹਾਣੀਆਂ ਹੜ ਲੋਕਤਾ ਦਾ ਕਿਹੜਾ ਸਕੂਰੋ ਕਹਾਣੀਆਂ ਹੜ ਲੋਕਤਾ ਦਾ ਬਈ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਰੱਜਣਗੇ ਕਿਰਤੀ ਕਿਸਾਨ ਮੁੜ ਕੇ तमाम श्रोतियां दा स्वागत है प्रोग्राम रेडियो इनकलाब विच दोस्तों आज दिन सोमवार 9 अगस्त 2021 दा दिन है तुसी हर सोमवार दी तरह आज भी साडे नाल जुड़ गए हो ठीक 6:30 बजे तक तुहाडा और साडा साथ बनिया रहेगा रेडियो इनकलाब विच मेरे नाल जल्द ही भारती जी भी हो जाणगे ਜਿਹੜੇ ਕਿ ਹਰ ਹਫਤੇ ਮੇਰੇ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ ਤੋ ਤੁਸੀਂ ਸਾਡਾ ਸਾਥ ਦਿੰਦੇ ਹੋ ਉਹਦੇ ਲਈ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਸਾਡੇ ਸਰੋਤੇ ਆਕਲੈਂਡ ਚ ਸਾਨੂੰ ਸੁਣਦੇ ਨੇ ਪਲੈਨਟ 104.6 FM ਜਿਹੜਾ ਨਾਰਮਲ FM ਰੇਡੀਓ ਉਹਦੇ ਤੇ ਤੁਸੀਂ ਸਾਨੂੰ ਸੁਣਦੇ ਹੋ ਬਾਕੀ ਜਿਹੜੇ ਸਰੋਤੇ ਨੇ ਆਕਲੈਂਡ ਤੋਂ ਬਾਹਰ ਜਾਂ ਨਿਊਜ਼ੀਲੈਂਡ ਤੋਂ ਬਾਹਰ ਬਾਕੀ ਦੇਸ਼ਾਂ ਵਿੱਚ ਖਾਸ ਕਰਕੇ ਭਾਰਤ ਚ ਤੁਸੀਂ ਆਨਲਾਈਨ ਕਿਸੇ ਵੀ ਵਕਤ ਪਲੈਨਟ ਦੀ ਜਿਹੜੀ ਵੈਬਸਾਈਟ ਆ ਉੱਥੇ ਤੁਸੀਂ ਸਾਨੂੰ ਲਾਈਵ ਸੁਣ ਸਕਦੇ ਹੋ ਜਾਂ ਕਿਸੇ ਵੀ ਵਕਤ ਪ੍ਰੋਗਰਾਮ ਨੂੰ डाउनलोड करके सुन सकते हो एक जड़ा ਅਸੀਂ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਪਿਛਲੇ 3-4 ਹਫ਼ਤਿਆਂ ਤੋਂ ਤੁਸੀਂ ਰੇਡੀਓ ਇਨਕਲਾਬ ਦਾ ਜਿਹੜਾ YouTube ਚੈਨਲ ਹੈ ਉਹਦੇ ਤੇ ਸਾਨੂੰ ਲਾਈਵ ਸੁਣਦੇ ਹੋ ਹਰ ਸੋਮਵਾਰ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਇਹ ਨਿਊਜ਼ੀਲੈਂਡ ਦਾ ਟਾਈਮ ਹੈ ਸ਼ਾਮ 5 ਤੋਂ 6:30
ਔਰ ਨਾਲ ਹੀ ਨਾਲ ਫੇਸਬੁੱਕ ਦੀਆਂ ਵੀ ਇੱਕ ਦੋ ਜਿਹੜੀਆਂ ਟਾਈਮਲਾਈਨਸ ਨੇ ਭਾਰਤੀ ਕਲੋਟੀ ਦੀ ਟਾਈਮਲਾਈਨ ਹੈ ਜਾਂ ਕਦੀ ਅਨੂ ਕਲੋਟੀ ਮੇਰੀ ਟਾਈਮਲਾਈਨ ਤੋਂ ਵੀ ਅਸੀਂ ਪ੍ਰੋਗਰਾਮ ਨੂੰ ਨਾਲ ਦੇ ਨਾਲ ਲਾਈਵ ਵੀ ਕਰਦੇ ਹਾਂ। ਤਾਂ ਆ ਸਕੇ ਜਿਹੜਾ ਅਸੀਂ ਇਹ ਨਵਾਂ ਉਪਰਾਲਾ ਸ਼ੁਰੂ ਕੀਤਾ ਉਹਦੇ ਜ਼ਰੀਏ ਤੁਸੀਂ ਸਾਡੇ ਨਾਲ ਜ਼ਿਆਦਾ ਜਿਹੜੇ ਸਰੋਤੇ ਨੇ ਜੁੜ ਸਕਦੇ ਨੇ ਔਰ ਜ਼ਿਆਦਾ ਜਣੇ ਸਾਨੂੰ ਲਾਈਵ ਜ਼ਰੂਰ ਸੁਣਦੇ ਔਰ ਦੇਖਦੇ ਹੋਣਗੇ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਜਲਦ ਹੀ ਭਾਰਤ ਤੋਂ ਰਾਬਤਾ ਕਰਾਂਗੇ ਸਾਥੀ ਜਸਵਿੰਦਰ ਸਿੰਘ ਲੌਂਗੋਵਾਲ ਨਾਲ, ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਕਾਰਕੁਨ ਨੇ, ਆਗੂ ਨੇ। ਉਹਨਾਂ ਨਾਲ ਕਿਸਾਨ ਮੋਰਚੇ ਬਾਰੇ ਗੱਲਬਾਤ ਕਰਾਂਗੇ ਔਰ ਜਿਹੜਾ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਲਗਾਇਆ ਹੋਇਆ ਪਾਰਲੀਮੈਂਟ ਦੇ ਬਰਾਬਰ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਜਿੰਨਾ ਕੁ ਸਮਾਂ ਬਚੇਗਾ ਉਹਦੇ ਅਨੁਸਾਰ ਜਿਹੜੇ ਇੱਥੇ ਸਾਡੇ ਸਥਾਨਕ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਕੁਝ ਹੁਣ ਤੱਕ ਹੋਇਆ ਔਰ ਸਾਨੂੰ ਥੋੜੀ ਜੀ ਇੱਕ ਆਸ ਦੀ ਕਿਰਨ ਨਜ਼ਰ ਆਈ ਹੈ ਕਿ ਸ਼ਾਇਦ ਇਸ ਹਫ਼ਤੇ 'ਚ ਕੋਈ ਜਿਹੜੀ ਪੋਜ਼ਿਟਿਵ ਜਾਂ ਚੰਗੀ ਜਿਹੜੀ ਅਨਾਉਂਸਮੈਂਟ ਕੀਤੀ ਜਾਏਗੀ ਇਸ ਸਰਕਾਰ ਵੱਲੋਂ, ਉਹਦੇ ਤੇ ਵੀ ਇੱਕ ਝਾਤ ਜ਼ਰੂਰ ਅਸੀਂ ਮਾਰਾਂਗੇ। ਤੋ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹਿਣਾ, ਜੁੜੇ ਰਹਿਣਾ। ਇੱਕ ਗੀਤ ਤੁਹਾਡੀ ਨਜ਼ਰ ਕਰਕੇ ਅਸੀਂ ਸਾਥੀ ਜਸਵਿੰਦਰ ਸਿੰਘ ਲੌਂਗੋਵਾਲ ਹੋਰਾਂ ਨਾਲ ਰਾਬਤਾ ਕਾਇਮ ਕਰਾਂਗੇ। ਤੋ ਇਸ ਤਰ੍ਹਾਂ ਤੁਸੀਂ ਨਾਲ ਜੁੜੇ ਰਹਿਣਾ। ਪੋਚੀ ਤੈਨੂੰ ਮਾਰੂ ਮੌਸਫਾਂ ਕੋਲੋਂ ਨਹੀਂ ਬਚਾ ਸਕਦੀ, ਇਹਦੇ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਨਿਮਾਣਿਆਂ ਲਈ ਤਰਲੇ ਦਾ ਨਹੀਂ, ਉੱਠਣ ਦਾ ਵੇਲਾ ਹੈ। ਸੰਤ ਰਾਮ ਉਦਾਸੀ ਇਹ ਆਵਾਜ਼ ਉੱਚੀ ਕਰਦਾ ਹੈ, ਉੱਠਣ ਦਾ ਵੇਲਾ। ਜੜ ਵੈਰੀ
ਮਜ਼ਦੂਰ ਦੇਸ਼ ਦਾ ਸੋਚੀ ਪਿਆ ਕਿਸਾਨ ਭੁੱਖੇ ਬੱਚੇ ਰੋਂਦੇ ਸੌ ਗਏ ਨੇਤਾ ਢਿੱਡ ਵਜਾਣ ਭੁੱਖੇ ਬੱਚੇ ਰੋਂਦੇ ਸੌ ਗਏ ਅੰਨ ਨਾਲ ਦੇਸ਼ ਦਾ ਢਿੱਡ ਭਰਨ ਲਈ ਜ਼ਿੰਦਗੀ ਲਾਤੀ ਸਾਰੀ ਬਦਲੇ ਦੇ ਵਿੱਚ ਕੀ ਮਿਲਿਆ ਕੰਗਾਲੀ ਬੇਰੁਜ਼ਗਾਰੀ ਕਿਸੇ ਨੂੰ ਕੀ ਪਰਵਾਹ ਤੇਰੇ ਬੱਚੇ ਇਕੱਠੇ ਖੂਹ ਵਿੱਚ ਜਾਣ ਫਿਕਰਾਂ ਵਿੱਚ ਮਜ਼ਦੂਰ ਦੇਸ਼ ਦਾ ਸੋਚੀ ਪਿਆ ਕਿਸਾਨ ਭੁੱਖੇ ਬੱਚੇ ਰੋਂਦੇ ਸੌ ਗਏ ਉੱਤਰ ਹੋਏ ਸ਼ਹੀਦ ਕੋਈ ਪਾਕਿਸਤਾਨ ਚੀਨ ਨੂੰ ਰੋਕੇ ਢੀਠ ਜਿਹਾ ਅੱਗੋਂ ਹੱਸ ਹੱਸ ਕੇ ਨੇਤਾ ਬਿਆਨੇ ਠੋਕੇ ਸਰਹੱਦਾਂ ਤੇ ਮਰਨ ਲਈ ਭਰਤੀ ਹੋਣ ਜਵਾਨ ਫਿਕਰਾਂ ਵਿੱਚ ਮਜ਼ਦੂਰ ਦੇਸ਼ ਦਾ ਸੋਚੀ ਪਿਆ ਕਿਸਾਨ ਸਰੋਤਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਦੋਸਤੋ ਇਸ ਵੇਲੇ ਫੋਨ ਲਾਈਨ ਤੇ ਭਾਰਤ ਤੋਂ ਸਾਡੇ ਨਾਲ ਸਾਥੀ ਜਸਵਿੰਦਰ ਸਿੰਘ ਲੌਂਗੋਵਾਲ ਹੋ ਗਏ ਨੇ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਨੇ ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਧੰਨਵਾਦ ਬਾਈ ਜੀ ਤੁਹਾਡਾ ਵੀ ਸਵਾਗਤ ਹੈ ਜਿਨ੍ਹਾਂ ਨੇ ਸਾਡਾ ਇਧਰੋਂ ਪੂਰਾ ਅੰਦੋਲਨ ਹੈ ਜਿਹੜਾ ਪੂਰੀ ਦੁਨੀਆ ਨੂੰ ਦਿਖਾਉਣ ਵਾਸਤੇ ਸਹਿਯੋਗ ਦਿੱਤਾ ਬਹੁਤ ਬਿਲਕੁਲ ਸਾਥੀ ਜੀ ਸਾਡਾ ਇਹ ਫਰਜ਼ ਬਣਦਾ ਹੈ ਕਿਉਂਕਿ ਇਹ ਜਿਹੜਾ ਕਿਸਾਨੀ ਸੰਘਰਸ਼ ਆ ਇਹ ਆਪਣੇ ਆਪ ਦੇ ਵਿੱਚ ਦੁਨੀਆ ਦੇ ਵਿੱਚ ਸਭ ਇੱਕ ਨਵਿਕਲੇ ਕਿਸਮ ਦਾ ਸੰਘਰਸ਼ ਹੈ ਔਰ ਇਹ ਸੰਘਰਸ਼ ਤੋਂ ਬਾਅਦ ਭਾਰਤ ਦੇ ਵਿੱਚ ਤੇ ਬਦਲਾਅ ਆਊਗਾ ਹੀ ਆਊਗਾ ਪੂਰੀ ਦੁਨੀਆ ਦੇ ਵਿੱਚ ਆਪਣੀ ਇਹ ਛਾਪ ਜਿਹੜੀ ਇਹ ਛੱਡ ਕੇ ਜਾਊਗਾ ਤਾਂ ਸਾਥੀ ਜੀ ਪਹਿਲਾਂ ਅੱਜ ਕਈ ਸਾਰੇ ਮਸਲੇ ਨੇ ਪਹਿਲਾਂ ਮੈਂ ਸਰੋਤਿਆਂ ਨਾਲ ਸਾਂਝ ਪਾਓ ਕਿ ਜਿਹੜੀ ਇਹ ਕਿਸਾਨ ਆਪਾਂ ਸੰਸਦ ਲਾਈ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਇਤਿਹਾਸ ਭਾਰਤ ਦੇ ਵਿੱਚ ਬਣਾਇਆ ਗਿਆ ਜਾਂ ਦੁਨੀਆ ਵਾਲੇ ਵੀ ਬਾਅਦ ਚ ਦੇਖਣਗੇ ਸੋ ਕਿਸ ਤਰੀਕੇ ਦੇ ਨਾਲ ਜਿਹੜੀ ਇੱਕ ਸਹੀ ਦੇ ਵਿੱਚ ਜਿਸ ਤਰੀਕੇ ਨਾਲ ਜਮਹੂਰੀਅਤ ਕੰਮ ਕਰਨੀ ਚਾਹੀਦੀ ਆ ਲੋਕਾਂ ਵੱਲੋਂ ਤੇ ਲੋਕਾਂ ਦੇ ਵਾਸਤੇ ਸੋ ਸਰੋਤਿਆਂ ਦਾ ਸਾਂਝ ਪਾਓ ਕਿ ਉਹ ਕਿਸਾਨ ਸੰਸਦ ਦਾ ਜਿਹੜਾ ਤੁਹਾਡਾ ਸੰਘਰਸ਼ ਸੀਗਾ ਉਹ ਕਿਵੇਂ ਦਾ ਰਿਹਾ ਜਾਂ ਚੱਲ ਰਿਹਾ ਸਭ ਤੋਂ ਪਹਿਲਾਂ ਤਾਂ ਇਸ ਚੈਨਲ ਤੇ ਮੇਰੀ ਆਵਾਜ਼ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਨਮਸਕਾਰ ਕਰਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜੀ ਸਾਥੀ ਜੀ ਦੂਜੀ ਗੱਲ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਹੈਗਾ ਵੀ ਜਿਹੜਾ ਅੱਜ ਕਿਸਾਨਾਂ ਨੇ ਸੰਸਦ ਲਾ ਕੇ ਕੇਂਦਰ ਦੀ ਸਰਕਾਰ ਨੂੰ ਇੱਕ ਰੋਸ ਦਿਖਾਇਆ ਤੇ ਪੂਰੀ ਦੁਨੀਆ ਦੇ ਸਾਹਮਣੇ ਉਹ ਗੱਲ ਪੇਸ਼ ਕੀਤੀ ਵੀ ਲੋਕ ਵੀ ਆਪਦੀ ਸੰਸਦ ਲਾ ਕੇ ਆਪਦੀ ਆਵਾਜ਼ ਉਠਾ ਸਕਦੇ ਜੀ ਬਿਲਕੁਲ ਇਹ ਜਿਹੜਾ ਪ੍ਰੋਗਰਾਮ ਲਿਖਿਆ ਸੀ ਇਹ ਸੰਯੁਕਤ ਮੋਰਚੇ ਦੇ ਵੱਲੋਂ ਲਿਖਿਆ ਗਿਆ ਸੀ ਜਿੰਨੀਆਂ ਭਾਰਤ ਦੀਆਂ ਜਥੇਬੰਦੀਆਂ ਸੰਯੁਕਤ ਮੋਰਚੇ ਨਾਲ ਸੰਬੰਧਿਤ ਨੇ ਜੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਨੇ ਉਹਨਾਂ ਨੇ ਇਹ ਇਸ ਪ੍ਰੋਗਰਾਮ ਦੀ ਇੱਕ ਫਰਮ ਕੱਢੀ ਸੀ ਅੰਦੋਲਨ ਦੀ ਰੋਸ ਦੀ ਜੀ ਕਿਉਂਕਿ ਅਸੀਂ ਭਾਰਤ ਦੇ ਅੰਦਰ ਲਗਾਤਾਰ ਦੇਖਦੇ ਆ ਰਹੇ ਹਾਂ ਵੀ ਸਾਡਾ ਜਿਹੜਾ ਦੇਸ਼ ਹੈ ਜਦੋਂ ਕੋਈ ਕਿਸੇ ਮੁੱਦੇ ਤੇ ਭਾਵੇਂ ਉਹ ਪਾਰਲੀਮੈਂਟ ਦੀ ਗੱਲ ਹੋਵੇ ਜਾਂ ਵਿਧਾਨ ਸਭਾ ਦੀ ਗੱਲ ਹੋਵੇ ਜਦੋਂ ਲੋਕਾਂ ਦੇ ਖਿਲਾਫ ਕੋਈ ਕਾਨੂੰਨ ਬਣਦੇ ਹੈ ਤੇ ਉਹਦੇ ਤੇ ਚਰਚਾਵਾਂ ਹੁੰਦੀਆਂ ਸੀ ਤਾਂ ਇਉਂ ਲੱਗਦਾ ਸੀ ਵੀ ਸਾਡੇ ਭਾਰਤ ਦੇ ਵਿੱਚੋਂ ਜਿਹੜਾ ਸੱਚ ਹੈ ਉਹ ਗਾਇਬ ਹੁੰਦਾ ਹੈ ਕਿਉਂਕਿ ਸਰਕਾਰਾਂ ਦੇ ਕੋਲੇ ਜਿਹੜੀ ਆਪਣੀ ਤਾਕਤ ਹੋਇਆ ਕਰਦੀ ਸੀ ਉਹਦੇ ਜ਼ੋਰ ਨਾਲ ਬਿੱਲ ਜਾਂ ਕਾਨੂੰਨ ਨੇ ਉਹ ਪਾਸ ਕਰ ਲਏ ਜਾਂਦੇ ਸੀ ਤੇ ਵਿਰੋਧੀ ਧਿਰਾਂ ਥੋੜਾ ਜਿਹਾ ਰੌਲਾ ਪਾਉਣ ਤੋਂ ਬਾਅਦ ਉੱਥੇ ਵਾਕਆਊਟ ਕਰਕੇ ਪੱਤਰੇ ਪਾੜ ਕੇ ਬਾਹਰ ਵਾਕਆਊਟ ਕਰਕੇ ਆ ਜਾਂਦੀਆਂ ਸੀ ਬਾਹਰ ਆ ਕੇ ਡਰਾਮੇਬਾਜ਼ੀ ਕਰਦੀਆਂ ਸੀ ਜੀ ਬਿਲਕੁਲ ਬਹੁਤੇ ਮੰਤਰੀ ਉੱਥੇ ਹਾਜ਼ਰੀ ਨਹੀਂ ਸੀ ਹੁੰਦੇ ਜਾਂ ਉੱਥੇ ਸੌ ਜਾਂਦੇ ਸੀ ਅੰਦਰ ਜਾਂ ਕਈ ਇਹੋ ਜਿਹੀਆਂ ਵੀਡੀਓ ਵੀ ਆਈਆਂ ਨੇ ਵੀ ਅੰਦਰ ਬੈਠੇ ਬੈਠੇ ਅਸ਼ਲੀਲ ਵੀਡੀਓ ਦੇਖੀ ਜਾਂਦੇ ਸੀ ਮੋਬਾਈਲਾਂ ਤੇ ਤੇ ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਵੀ ਜਿਹੋ ਜਿਹਾ ਮੁੱਦਾ ਭਾਰਤ ਦੇ ਅੰਦਰ ਇਹ ਕਾਲੇ ਕਾਨੂੰਨਾਂ ਵਾਲਾ
ਬਹੁਤ ਗੰਭੀਰ ਮੁੱਦਾ ਹੈ। ਇਹ ਲੰਬਾ ਸਮਾਂ ਹੋ ਗਿਆ ਕਿਸਾਨਾਂ ਨੂੰ ਲੜਦਿਆਂ ਨੂੰ। ਤਾਂ ਅਸੀਂ ਐਲਾਨ ਕੀਤਾ ਸੀ ਸੰਯੁਕਤ ਮੋਰਚੇ ਵੱਲੋਂ ਵੀ ਜਿਹੜਾ ਇਹ ਮੌਨਸੂਨ ਸੈਸ਼ਨ ਹੋ ਰਿਹਾ ਹੈ ਇਹ 22 ਤਰੀਕ ਤੋਂ ਸ਼ੁਰੂ ਹੋਇਆ ਸੀ। ਅਸੀਂ ਇਹ ਐਲਾਨ ਕੀਤਾ ਸੀ ਵੀ ਇਹਦੇ ਬਰਾਬਰ ਪੈਰਲ ਜਿਹੜੀ ਕੇਂਦਰ ਦੀ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਵੀ ਅਸੀਂ ਕਾਨੂੰਨ ਜਿਹੜੇ ਬਣਾਏ ਉਹ ਕਿਸਾਨਾਂ ਦੇ ਭਲੇ ਦੇ ਹੈ ਨਾ ਜੀ, ਉਹ ਕਾਨੂੰਨਾਂ ਵਾਲੀ ਸੱਚਾਈ ਹੈ ਜਿਹੜੀ ਆਪਾਂ ਦੁਨੀਆ ਦੇ ਸਾਹਮਣੇ ਪੇਸ਼ ਕਰਨੀ ਚਾਹੁੰਦੇ ਹਾਂ। ਤੇ ਉਸ ਗੱਲ ਕਰਕੇ ਅਸੀਂ ਐਲਾਨ ਕੀਤਾ। ਪਹਿਲਾਂ ਅਸੀਂ ਵਿਪ ਜਾਰੀ ਕੀਤੀ ਸਾਰੇ ਜਿਹੜੇ ਦੇਸ਼ ਜਿਨ੍ਹਾਂ ਨੇ ਚੁਣਿਓ ਉਹਨਾਂ ਦੀ ਮੰਗ ਦੇ ਅਨੁਸਾਰ ਤੁਸੀਂ ਸਾਰੇ ਐਤਕੀ ਮੌਨਸੂਨ ਸੈਸ਼ਨ ਦੇ ਵਿੱਚ ਹਾਜ਼ਰੀ ਲਵਾਓ। ਫਿਰ ਦੂਜੀ ਗੱਲ ਇਹ ਤਾੜਨਾ ਕੀਤੀ, ਚੇਤਾਵਨੀ ਦਿੱਤੀ ਵੀ ਉੱਥੇ ਵਾਕਆਊਟ ਨਹੀਂ ਕਰਕੇ ਆਉਣਾ, ਕਾਲੇ ਕਾਨੂੰਨਾਂ ਤੇ ਗੱਲ ਕਰਨੀ ਹੈ ਤੇ ਰੱਦ ਕਰਾਉਣ ਦੀ ਗੱਲ ਕਰਨੀ ਹੈ। ਐਵੇਂ ਉੱਥੇ ਹਾਜ਼ਰੀ ਲਵਾ ਕੇ ਘਰੇ ਨਾ ਵਾਪਸ ਆ ਜਾਓ, ਨਾ ਵਾਕਆਊਟ ਕਰਨਾ ਨਾ ਪੱਤਰੇ ਪਾੜਨੇ ਹੈ। ਸਿਰਫ ਇਹ ਗੱਲ ਤੇ ਜ਼ੋਰ ਦੇਣਾ ਵੀ ਅਸੀਂ ਸੈਸ਼ਨ ਨਹੀਂ ਉਹਨਾਂ ਚਿਰ ਚੱਲਣ ਦਿੰਦੇ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਬਣਦਾ, ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਇਹ ਵਿਪ ਲੋਕਾਂ ਵੱਲੋਂ ਜਾਰੀ ਕੀਤੀ ਵੀ ਜਿਹੜਾ ਫਿਰ ਇਸ ਗੱਲ ਨੂੰ ਸਾਡੀ ਨੂੰ ਲਾਗੂ ਨਹੀਂ ਕਰੂਗਾ ਐਮਪੀ ਦੇਸ਼ ਦਾ, ਫਿਰ ਅਸੀਂ ਉਹਦੇ ਵੀ ਵਿਰੋਧ ਚ ਖੜਾਂਗੇ, ਉਹ ਪਾਰਟੀ ਦੇ ਵੀ ਵਿਰੋਧ ਚ ਖੜਾਂਗੇ। ਇਹ ਸਖਤ ਐਲਾਨ ਕੀਤਾ ਸੀ ਲੋਕਾਂ ਵੱਲੋਂ ਜੀ, ਸੰਯੁਕਤ ਮੋਰਚੇ ਵੱਲੋਂ। ਤੇ ਉਹ ਜਦੋਂ ਐਲਾਨ ਤੋਂ ਬਾਅਦ ਇਸ ਗੱਲ ਨੂੰ ਬੂਰ ਪੈਣੇ ਸ਼ੁਰੂ ਹੋਏ, ਲਗਾਤਾਰ ਉਹ ਸੈਸ਼ਨ ਦੇ ਅੰਦਰ ਵੀ ਜ਼ੋਰ ਸ਼ੋਰ ਨਾਲ ਦੇਸ਼ ਦੇ ਜਿਹੜੇ ਐਮਪੀ ਸੀਗੇ ਉਹਨਾਂ ਨੇ ਮੁੱਦੇ ਉਠਾਏ ਜਿੰਨੀ ਕੁ ਕਿਸੇ ਦੀ ਪਹੁੰਚ ਸੀ। ਪਹਿਲੇ 2 ਦਿਨ ਕਾਂਗਰਸ ਥੋੜੀ ਪਛੜੀ ਰਹੀ, ਫਿਰ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਐਲਾਨ ਕੀਤਾ ਕਿ ਤੁਹਾਡੇ ਐਮਪੀ ਪੰਜਾਬ ਵਾਲੇ ਤੇ ਦੂਜੀ ਭਾਰਤ ਦੀ ਵੱਖ-ਵੱਖ ਜਿਹੜੇ ਹਲਕੇ ਨੇ ਉਹਨਾਂ ਨਾਲ ਸੰਬੰਧਿਤ ਹੈ ਉਹ ਆਵਾਜ਼ ਉਠਾਉਣ, ਨਹੀਂ ਅਸੀਂ ਤੁਹਾਡਾ ਵੀ ਵਿਰੋਧ ਕਰਾਂਗੇ। ਫਿਰ ਇਹ ਹਾਲਾਤ ਪੈਦਾ ਹੋਏ ਵੀ ਇੱਕ ਕਿਸਾਨਾਂ ਦਾ ਸੰਸਦ ਲੱਗਦਾ ਰਿਹਾ, ਇੱਕ ਸਰਕਾਰੀ ਸੰਸਦ ਲੱਗਦਾ ਰਿਹਾ ਤੇ ਕਿਸਾਨਾਂ ਦੇ ਸੰਸਦ ਵਿੱਚ ਵੀ ਪੂਰਾ ਜ਼ੋਰ ਲੱਗਿਆ, ਅੰਦਰ ਸਰਕਾਰੀ ਸੰਸਦ ਜ਼ੋਰ ਲੱਗਿਆ। ਕਿਸਾਨਾਂ ਦੇ ਸੰਸਦ ਦੇ ਅੰਦਰ ਉਹ ਸਾਰੀਆਂ ਮੰਗਾਂ ਉਠਾਈਆਂ ਗਈਆਂ ਕਿ ਜਿਹੜੇ ਇਹ ਕਾਲੇ ਕਾਨੂੰਨ ਕੇਂਦਰ ਸਰਕਾਰ ਕਹਿੰਦੀ ਹੈ ਇਹ ਕਿਵੇਂ ਠੀਕ ਨੇ, ਸਾਨੂੰ ਸਵਾਲ ਦਾ ਜਵਾਬ ਤਾਂ ਦੇਵੇ ਕੇਂਦਰ ਸਰਕਾਰ। ਇਹ ਗੱਲਾਂ ਸਾਰੀਆਂ ਉਠਾਈਆਂ ਗਈਆਂ ਵੀ ਸਾਨੂੰ ਖੇਤੀਬਾੜੀ ਸੈਕਟਰ ਚੋਂ 70% ਲੋਕਾਂ ਨੂੰ ਕੱਢ ਕੇ ਤੁਸੀਂ ਕਿੱਥੇ ਰੁਜ਼ਗਾਰ ਦਿਓਗੇ, ਕੋਈ ਪ੍ਰਪੋਜ਼ਲ ਤਾਂ ਦਿਓ, ਜਾਂ ਸਾਨੂੰ ਉਹ ਪ੍ਰਪੋਜ਼ਲ ਤਾਂ ਦਿਓ ਤੁਸੀਂ ਕਿਹੜੇ ਦੇਸ਼ ਦੇ ਅੰਦਰ ਇਹ ਕਾਲੇ ਕਾਨੂੰਨ ਲਾਗੂ ਕਰਕੇ ਉੱਥੋਂ ਦੇ ਲੋਕਾਂ ਦੀ ਆਮਦਨ ਦੁੱਗਣੀ ਕੀਤੀ ਹੈ। ਇਹ ਗੱਲ ਲੋਕਾਂ ਦੇ ਸਾਹਮਣੇ, ਪੂਰੀ ਦੁਨੀਆ ਦੇ ਸਾਹਮਣੇ ਪੁੱਟ ਕਰ ਲਈ, ਜਿੱਥੇ ਲਗਾਤਾਰ ਉਹ ਜਿਹੜਾ ਸੈਸ਼ਨ ਹੈ ਕਿਸਾਨਾਂ ਦਾ, ਉਹ ਸੰਸਦ ਹੈ ਉਹ ਲੱਗਦਾ ਰਿਹਾ ਜਿਹਦੇ ਚ 200 ਬੰਦਾ ਗਿਣ ਕੇ ਆਈ ਕਾਰਡ ਬਣਾ ਕੇ ਉਹਨਾਂ ਦੇ ਗਲਾਂ 'ਚ ਪਾ ਕੇ ਬੱਸਾਂ 'ਚ ਬਿਠਾ ਕੇ ਲੈ ਕੇ ਜਾਂਦੇ ਰਹੇ। 200 ਤੋਂ ਵੱਧ ਨਹੀਂ, ਉਹ ਪੂਰੀ ਗਿਣਤੀ ਜਾਂਦੀ ਰਹੀ ਹੈ। ਉਵੇਂ ਜਿਵੇਂ ਸਪੀਕਰ ਡਿਪਟੀ ਸਪੀਕਰ ਬਣਦੇ ਰਹੇ ਆ, ਉਵੇਂ ਜਿਵੇਂ ਥੱਲੋਂ ਜਿਹੜੇ ਐਮਪੀ ਦੇ ਤੌਰ ਤੇ ਬਣ ਕੇ ਜਾਂਦੇ ਕਿਸਾਨ ਸੀ ਵੱਖ-ਵੱਖ ਜਥੇਬੰਦੀਆਂ ਦੇ, ਉਹ ਜਿਹੜਾ ਉੱਥੇ ਮੁੱਦਾ ਸ਼ੁਰੂ ਕੀਤਾ ਹੁੰਦਾ ਸੀ ਉਹਦੇ ਤੇ ਉਹ ਚਰਚਾ ਕਰਦੇ ਸੀ। ਕਾਲੇ ਕਾਨੂੰਨਾਂ ਦਾ ਹੋਵੇ, MSP ਦਾ ਹੋਵੇ, ਪਰਾਲੀ ਵਾਲਾ ਬਿੱਲ ਹੋਵੇ, ਜਾਂ ਫਿਰ ਬੁੱਧੀਜੀਵੀਆਂ ਦੀ ਰਿਹਾਈ ਵਾਲੀ ਗੱਲ ਹੋਵੇ, ਉਹ ਸਾਰੀਆਂ ਗੱਲਾਂ ਚਰਚਾ ਦੇ ਵਿੱਚ ਉੱਥੇ ਆਉਂਦੀਆਂ ਰਹੀਆਂ ਨੇ। ਉਹ ਦੇਸ਼ ਨਾਲ ਜਿੰਨੇ ਵੀ ਮੁੱਦੇ ਸੀਗੇ ਜੁੜੇ ਕਿਸਾਨਾਂ ਨਾਲ, ਉਹ ਉੱਥੇ ਉੱਠਦੇ ਰਹੇ ਆ ਜੀ। ਇਹਦੇ ਨਾਲ ਦੀ ਨਾਲ ਹੁਣ ਪਿਛਲੇ ਦਿਨਾਂ ਦੇ ਅੰਦਰ ਆ 2 ਦਿਨ ਲੰਘ ਕੇ ਗਏ ਨੇ, 2 ਦਿਨ ਵਿੱਚ ਦੀ ਛੁੱਟੀ ਰਹੀ ਹੈ, ਉਹ ਅੱਜ ਵੀ ਉਸੇ ਜਾਨੀ ਮੁੱਦੇ ਦੇ ਉੱਤੇ ਚਰਚਾ ਹੋਣੀ ਹੈ। ਬੇਭਰੋਸਗੀ ਮਤਾ ਦੇਸ਼ ਦੀ ਸਰਕਾਰ ਦੇ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਲਿਆਂਦਾ ਗਿਆ ਸੰਯੁਕਤ ਮੋਰਚੇ ਵੱਲੋਂ ਜੀ। ਉਹ ਬੇਭਰੋਸਗੀ ਮਤੇ ਦੇ ਉੱਤੇ ਪੂਰੇ ਦੇਸ਼ ਦੀਆਂ ਜਥੇਬੰਦੀਆਂ ਦੇ ਭੇਜੇ ਐਮਪੀ ਬੋਲੇ ਕਿ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਤੁਹਾਡੀ ਆਮਦਨ ਦੁੱਗਣੀ ਕਰ ਦਾਂਗੇ 2022 ਤੱਕ। ਆਮਦਨ ਦੁੱਗਣੀ ਦਾ ਕੀ ਹੋਣੀ ਸੀ, ਇਹ ਤਾਂ ਸਾਨੂੰ ਖੇਤੀ ਚੋਂ ਉਜਾੜ ਰਹੇ ਆ, ਕਾਰਪੋਰੇਟਾਂ ਨੂੰ ਮਾਲੋ ਮਾਲ ਕਰਨ ਲੱਗੇ ਹੋਏ ਆ। ਬਿਲਕੁਲ ਜੀ। ਪੂਰੀ ਇਸ ਗੱਲ ਤੇ ਬੇਭਰੋਸਗੀ ਪ੍ਰਗਟ ਕੀਤੀ ਥੱਲੋਂ ਐਮਪੀਆਂ ਨੇ, ਉਹਦੇ ਵਿੱਚ ਸੀ ਮੈਂ ਉਸ ਸੈਸ਼ਨ ਦੇ ਵਿੱਚ ਜੀ। ਇਸ ਗੱਲ ਤੇ ਚਰਚਾ ਕੀਤੀ ਵੀ ਇਹਨੇ ਪਹਿਲਾਂ ਨੋਟਬੰਦੀ ਕੀਤੀ, ਧਾਰਾ 370 ਤੋੜੀ, GST ਲਾਈ, ਲਗਾਤਾਰ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਦੀਆਂ ਜਾਂਦੀਆਂ ਨੇ, ਜਾਤ ਦੇ ਨਾਂ ਤੇ, ਧਰਮ ਦੇ ਨਾਂ ਤੇ ਸਾਡੇ ਮੁਲਕ ਦੇ ਵਿੱਚ ਵੰਡੀਆਂ ਤੋਂ ਸਵਾਇਆ ਅੱਜ ਇੱਥੋਂ ਤੱਕ ਉੱਪੜ ਗਏ ਕਿ ਸਭ ਕੁਝ ਖੋ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਕੁਦਰਤੀ ਸਰੋਤਾਂ ਦੇ ਉੱਤੇ ਕਬਜ਼ਾ ਕਰਾਉਣ ਲਈ ਉਤਾਵਲੇ ਹੋਏ ਖੜੇ। ਤੇ ਉਸ 3 ਸੈਸ਼ਨ ਲੱਗੇ, ਉਹਨਾਂ ਸੈਸ਼ਨਾਂ ਦੇ ਅੰਦਰ ਭਾਰਤ ਤੇ ਪੰਜਾਬ ਦੇ ਜਿਹੜੇ ਰਿਟਾਇਰ ਬੁੱਧੀਜੀਵੀ, ਜਿਵੇਂ ਆਪਾਂ DC ਕਹਿ ਦਈਏ, ADC ਕਹਿ ਦਈਏ, ਇੱਥੇ ਆਪਾਂ
ਕਹਿ ਦਿੰਦੇ ਆ ਜਿਵੇਂ IG DIG ਇਸ ਤਰ੍ਹਾਂ ਜਿਹੜੇ IPS ਆਫੀਸਰ ਸਾਡੇ ਦੇਸ਼ ਦੇ ਜਿਹੜੇ ਕਿਸਾਨ ਪਰਿਵਾਰਾਂ ਚੋਂ ਨੇ ਉਹ ਬਹੁਤ ਵੱਡੀ ਗਿਣਤੀ ਆਈ। ਬੁੱਧੀਮਾਨ ਲੋਕ ਆਏ ਜਿਵੇਂ ਜਿਨ੍ਹਾਂ ਦੇ ਵਿੱਚ ਅਰਥ ਸ਼ਾਸਤਰੀ ਸੁੱਚਾ ਸਿੰਘ ਗਿੱਲ ਵਰਗੇ ਸਾਥੀ, ਜੋਰਾ ਸਿੰਘ ਵਰਗੇ ਹੋਰ ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਆ। ਉਹ ਇਸ ਗੱਲ ਦੀ ਵੀ ਕਾਟ ਕੀਤੀ ਵੀ ਜਿਹੜੇ ਸਰਕਾਰ ਦੇ ਪੱਖੀ ਬੁੱਧੀਜੀਵੀ ਨੇ ਉਹ ਝੂਠ ਬੋਲ ਰਹੇ ਨੇ, ਬਹਿ ਕੇ ਸਾਡੇ ਨਾਲ ਚਰਚਾ ਕਰਕੇ ਸਾਨੂੰ ਜਤਾ ਦੇਣ ਵੀ ਇਹ ਕਾਲੇ ਕਾਨੂੰਨ ਕਿਵੇਂ ਨੇ ਤੇ ਖੇਤੀ ਨੀਤੀ ਕਿਵੇਂ ਠੀਕ ਜਾਂਦੀ ਹੈ ਜਿਹੜੇ ਨਵੇਂ ਮਾਡਲ ਦੀ ਇਹ ਲੈ ਕੇ ਆਏ ਨੇ ਸਾਡੇ ਭਾਰਤ। ਬਹੁਤ ਉਹ ਚਰਚਾ ਤੋਂ ਬਾਅਦ ਬੇਭਰੋਸਗੀ ਮਤੇ ਦੇ ਉੱਤੇ ਲਗਭਗ ਸਾਰੇ ਉਸ ਹਾਊਸ ਨੇ ਇਹ ਗੱਲ ਠੋਕ ਕੇ ਵਿਰੋਧ ਚ ਰੱਖੀ। ਇੱਕ ਵਿਅਕਤੀ ਨੇ ਕਿ ਪਹਿਲਾਂ ਮੈਂ ਮੋਦੀ ਦੀਆਂ ਗੱਲਾਂ ਮੁਤਾਬਕ ਕੁਝ ਸਹਿਮਤੀ ਜਤਾਉਂਦਾ ਸੀ ਕਿ ਕੋਈ ਬਦਲ ਆਪਾਂ ਨੂੰ ਕਰਨਾ ਪਊ ਦੇਸ਼ ਚ, ਪਰ ਹੁਣ ਮੈਨੂੰ ਇਹ ਸਾਫ਼ ਪਤਾ ਲੱਗ ਗਿਆ ਸਾਰਾ ਕੁਝ ਸੁਣਨ ਤੋਂ ਬਾਅਦ ਹਾਊਸ ਦੀ ਗੱਲ ਕਿ ਇਹ ਤਾਂ ਸਾਨੂੰ ਬਿਲਕੁਲ ਜਿਹੜੀਆਂ ਨੀਤੀਆਂ ਨੇ ਉਹ ਕਹਿਣ ਦਾ ਭਾਵ ਕਿ 95% ਲੋਕਾਂ ਨੂੰ ਉਜਾੜ ਕੇ 5% ਅਵਾਨੀ, ਅਡਾਨੀ, ਜਿੰਦਲ, ਕਾਰਗਿਲ, ਵਾਲਮਾਰਟ ਉਹ ਵੱਡੀਆਂ ਕੰਪਨੀਆਂ ਵਾਲਿਆਂ ਦਾ ਘਰ ਭਰਨ ਲੱਗੇ ਨੇ। ਇਹ ਤਾਂ ਸਰਕਾਰ ਸਾਡੀ ਇੰਨੀ ਵਿਰੋਧੀ ਹੈ ਉਹ ਗੱਲ ਉਹਨੇ ਜਾਣੀ ਕਿ ਖੁਦ ਪੁੱਟ ਕੀਤੀ ਉੱਥੇ ਉਹ ਸੈਸ਼ਨ। ਬਹੁਤ ਵਧੀਆ ਸਾਥੀ। ਇਸ ਤੋਂ ਬਾਅਦ ਅੱਜ ਔਰਤਾਂ ਦਾ ਜਿਹੜਾ ਉਹ ਸੈਸ਼ਨ ਹੈ ਉਹ ਅੱਜ ਸ਼ੁਰੂ ਹੋਇਆ। ਇੱਕ ਦਿਨ ਪਹਿਲਾਂ ਔਰਤਾਂ ਨੂੰ ਮਿਲਿਆ ਸੀ ਬੇਭਰੋਸਗੀ ਮਤੇ ਦੇ ਉੱਤੇ, ਅੱਜ ਚਰਚਾ ਹੋਣੀ ਹੈ ਜੀ। ਆਸ ਹੈ ਸਾਨੂੰ ਕਿ ਔਰਤਾਂ ਦਾ ਜਿਹੜਾ ਅੱਜ ਸੰਸਦ ਹੈ ਉਸ ਦੇ ਜਿੰਨੇ MP ਬਣ ਕੇ ਗਈਆਂ ਨੇ ਦੇਸ਼ ਦੀਆਂ ਭੈਣਾਂ, ਕਿਉਂਕਿ ਉਸ ਸੰਸਦ ਦੇ ਅੰਦਰ ਹੁਣ ਕੱਲਾ ਪੰਜਾਬ ਹਰਿਆਣਾ ਨਹੀਂ ਆ ਰਿਹਾ ਬਾਈ, ਪੂਰੇ ਭਾਰਤ ਦੇ ਕੋਨੇ ਤੋਂ ਕਿਸਾਨ ਪਹੁੰਚ ਰਹੇ ਨੇ। ਉਹਨੇ ਅੰਦੋਲਨ ਨੂੰ ਬਲ ਬਖਸ਼ਿਆ ਕਿਉਂਕਿ ਇਸ ਸੰਸਦ ਦੀ ਚਰਚਾ ਪੂਰੇ ਭਾਰਤ ਦਾ ਪੈਣੀ ਸੀ, ਪੂਰੀ ਦੁਨੀਆ 'ਚ ਬਈ। ਪੂਰੇ ਭਾਰਤ ਦੇ ਜਿਹੜੇ ਕਿਸਾਨ ਐਂ ਬੈਠੇ ਸੀ ਘਰੇ ਜਿਨ੍ਹਾਂ ਨੂੰ MSP ਬਾਰੇ ਬਾਈ ਪਤਾ ਹੀ ਨਹੀਂ ਸੀ, ਜਿਹੜੇ ਕਿਸਾਨਾਂ ਨੂੰ ਰਹਿ ਸਕਦੇ ਆ ਤੇ ਇਸ ਭਾਰਤ ਦੇ ਵਿੱਚੋਂ ਗੰਦੇ ਸਿਸਟਮ ਦੇ ਵਿਰੁੱਧ ਆਵਾਜ਼ ਬੁਲੰਦ ਕਰ ਸਕਦੇ ਆ, ਉਹ ਘਰਾਂ ਚੋਂ ਨਿਕਲ ਕੇ ਆਏ ਆ। ਵੱਖ-ਵੱਖ ਭਾਸ਼ਾਵਾਂ ਦੇ ਵੱਖ-ਵੱਖ ਰਾਜਾਂ ਦੇ ਭਾਰਤ ਦੇ ਉੱਥੇ ਕਿਸਾਨ ਬਹੁਤ ਵੱਡੀ ਗਿਣਤੀ ਪਹੁੰਚੇ ਆ। ਜਾਣੀ ਬਹੁਤ ਇੱਕ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਉਹਨਾਂ ਕਿਰਤੀਆਂ ਨੇ ਜਿਨ੍ਹਾਂ ਨੇ ਖੂਨ ਪਸੀਨਾ ਡੋਲ ਕੇ ਦੇਸ਼ ਦੇ ਅਨਾਜ ਭੰਡਾਰ ਸੁਰੱਖਿਅਤ ਕੀਤੇ ਸੀ, ਉਹਨਾਂ ਨੇ ਇਕੱਠੇ ਹੋ ਕੇ ਇਹ ਗੱਲਾਂ ਜ਼ੋਰ ਨਾਲ ਠਾਈਆਂ ਨੇ ਕਿ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਭਾਰਤ ਦੇ ਅੰਦਰ ਅਨਾਜ ਵਾਫਰ ਹੋ ਗਿਆ, ਅਨਾਜ 2 ਸਾਲ ਤੋਂ ਵੱਧ ਨਹੀਂ ਹੈ। ਅਨਾਜ ਉਹਨਾਂ ਥਾਵਾਂ ਤੋਂ ਪੈਦਾ ਹੁੰਦਾ ਹੈ ਜਿਹੜੀਆਂ ਕੁਦਰਤ ਨਾਲ ਸੰਬੰਧਿਤ ਨੇ ਸਾਡੀਆਂ ਜ਼ਮੀਨਾਂ। ਕੋਈ ਪਤਾ ਨਹੀਂ ਕੁਦਰਤ ਕਿਹੋ ਜਿਹੇ ਹਾਲਾਤ ਪੈਦਾ ਕਰ ਜੇ। 2 ਸਾਲ ਦਾ ਅਨਾਜ ਸਟੋਰ ਰੱਖਣਾ ਕਿੰਨਾ ਕੁ ਬਾਹਲਾ ਮੰਨ ਰਹੇ ਅਸੀਂ। ਇਹ ਜਿਹੜੇ ਫੈਸਲੇ ਸਰਕਾਰ ਲੈ ਰਹੀ ਹੈ ਨਾ ਵੀ ਸਰਕਾਰ ਕੋਲੇ ਥਾਂ ਨਹੀਂ ਸਟੋਰ ਕਰਨ ਨੂੰ, ਇਹ ਬਿਲਕੁਲ ਬੇਤੁਕੇ ਬੇਬੁਨਿਆਦ ਗੱਲਾਂ ਹੈ। ਅਸੀਂ ਇਹਨਾਂ ਨਾਲ ਕਦੇ ਐਗਰੀ ਨਹੀਂ ਹੁੰਦੇ, ਅੰਦੋਲਨ ਕਰਾਂਗੇ, ਸਰਕਾਰ ਨੂੰ ਹਰਾ ਕੇ ਰਵਾਂਗੇ। ਇਹੋ ਜਿਹੇ ਵਿਚਾਰ ਥੱਲੋਂ ਮੈਂ ਸਾਡੇ ਭਾਰਤ ਦੇ ਆਏ ਕਿਸਾਨਾਂ ਦੇ ਆਪ ਸੁਣਿਆ ਨਹੀਂ, ਯਾਨੀ ਸਾਡੇ ਸਾਰਿਆਂ ਲਈ, ਪੂਰੀ ਦੁਨੀਆ ਦੇ ਕਿਰਤੀਆਂ ਲਈ ਸੱਚਿਓ ਇੱਕ ਇਹ ਵਿਸ਼ਵਾਸ ਵੱਧਦਾ ਹੈ ਕਿ ਅਸੀਂ ਘੋਲ ਨੂੰ ਆਪਾਂ ਹੁਣ ਜਲਦੀ ਜਿੱਤ ਲੈਣਾ। ਬਿਲਕੁਲ ਜਿੱਤ ਲੈਣਾ ਸਾਥੀ, ਜ਼ਿੰਦਾਬਾਦ। ਬਿਲਕੁਲ ਜਿੱਤਾਂਗੇ ਸਾਥੀ ਜੀ, ਜ਼ਿੰਦਾਬਾਦ। ਸਾਥੀ ਚੱਲਦੇ ਘੋਲਾਂ ਦੀ ਗੱਲ ਕਰੀਏ, 15 ਅਗਸਤ ਸਾਡਾ ਆਜ਼ਾਦੀ ਦਿਹਾੜਾ ਆਉਣੇ ਵਾਲਾ ਭਾਰਤ ਦੀ ਦਾ। ਸੋ ਜਿਹੜੀ ਆਪਣੀ ਖਾਸ ਕਰਕੇ ਗੁਰਾਹਾਂ ਜਥੇਬੰਦੀ ਵੱਲੋਂ ਕਿਸਾਨ ਮਜ਼ਦੂਰ ਮੁਕਤੀ ਸੰਘਰਸ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਔਰ ਸਾਥੀ ਜੀ ਬੜੀ ਇਹ ਆਪਾਂ ਇਹਨੂੰ ਜਿਸ ਤਰੀਕੇ ਨਾਲ ਲਾਈਨ ਨੂੰ ਇਹ ਟਾਈਟਲ ਨੂੰ ਜਿਵੇਂ ਪੜ੍ਹਿਆ ਜਾਵੇ, ਸੋ ਆਪਣੀ ਜਥੇਬੰਦੀ ਕੀ ਸਮਝਦੀ ਹੈ ਕਿ ਪਿਛਲੇ 70 ਸਾਲਾਂ ਦੇ ਵਿੱਚ 1947 ਤੋਂ ਬਾਅਦ ਜਿਹੜਾ ਭਾਰਤ ਆ ਖਾਸ ਕਰਕੇ ਮਜ਼ਦੂਰ ਕਿਸਾਨਾਂ ਵਾਸਤੇ ਆਜ਼ਾਦੀ ਨਹੀਂ ਮਿਲੀ ਹੈਗੀ, ਉਹਨਾਂ ਦੀ ਤਰਾਸਦੀ ਬਿਲਕੁਲ ਉੱਥੇ ਦੀ ਉੱਥੇ ਖੜੀ ਹੈ। ਔਰ ਸਰੋਤਿਆਂ ਨੂੰ ਇਹ ਵੀ ਦੱਸੋ ਕਿ ਇਹ ਜਿਹੜਾ ਸੰਘਰਸ਼ ਖਾਸ ਕਰਕੇ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਅਡਾਨੀ ਦੇ ਜਿਹੜੇ ਸੈਲੋ ਨੇ ਗੋਦਾਮ ਉਹਨਾਂ ਦੇ ਵਿੱਚ, ਜਾਂ ਜਿਹੜੇ ਬਠਿੰਡਾ ਦੇ ਵਿੱਚ ਪਾਵਰ ਪਲਾਂਟ ਵਾ, ਤੇ ਜਾਂ ਜਿਹੜੇ ਟੋਲ ਪਲਾਜ਼ਿਆਂ ਦੇ ਵਿੱਚ ਕਿਸ ਤਰ੍ਹਾਂ ਇਹ ਸੰਘਰਸ਼ 15 ਅਗਸਤ ਨੂੰ ਲੜਿਆ ਜਾਏਗਾ। ਇਹ ਇਸ ਤਰ੍ਹਾਂ ਹੈ, ਜਿਹੜਾ 15 ਅਗਸਤ ਦਾ ਦਿਨ ਸਰਕਾਰਾਂ ਮਨਾਉਂਦੀਆਂ ਆਜ਼ਾਦੀ ਦੇ ਤੌਰ ਦੇ ਉੱਤੇ ਜੀ, ਅਸੀਂ ਇਸ ਸਮੇਂ ਅੰਦੋਲਨ ਦੇ ਵਿੱਚ ਹੋਣ ਕਰਕੇ ਸੰਯੁਕਤ ਮੋਰਚੇ ਵੱਲੋਂ ਵੀ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਹੈਗਾ। ਸੰਯੁਕਤ ਮੋਰਚੇ ਦੇ ਨਾਲ ਮੈਂ ਗੱਲ ਕਰਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜੀ, ਕਿ ਇਸ ਗੱਲ ਦਾ ਫੈਸਲਾ ਕੀਤਾ ਹੈਗਾ ਵੀ ਇਹ ਜਿਹੜੀ ਆਜ਼ਾਦੀ ਦਾ ਪ੍ਰਚਾਰ ਕਰ ਰਹੀਆਂ ਨੇ ਸਰਕਾਰਾਂ, ਅਸਲ ਵਿੱਚ ਸਾਨੂੰ ਤਾਂ ਆਜ਼ਾਦੀ ਮਿਲੀ ਨਹੀਂ ਹੈਗੀ।
ਕਿਉਂਕਿ ਆਜ਼ਾਦ ਤਾਂ ਅਸੀਂ ਹੈ ਨਹੀਂ। ਜੇ ਅਸੀਂ ਵਿਦਿਆ ਦੇ ਖੇਤਰ 'ਚ ਦੇਖਦੇ ਹਾਂ ਤਾਂ ਭਾਰਤ ਪਛੜਦਾ ਜਾ ਰਿਹਾ ਹੈ। ਸਕੂਲ ਸਰਕਾਰੀ ਖਤਮ ਹੁੰਦੇ ਜਾ ਰਹੇ ਨੇ, ਆਮ ਗਰੀਬ ਲੋਕਾਂ ਦੀ ਪਹੁੰਚ ਤੋਂ ਵਿਦਿਆ ਬਾਹਰ ਜਾ ਰਹੀ ਹੈ। ਜੇ ਆਪਾਂ ਰੁਜ਼ਗਾਰ ਦੇ ਤੌਰ ਤੇ ਭਾਰਤ ਦੇ ਵਿੱਚ ਦੇਖਦੇ ਹਾਂ, ਪਿਛਲੇ 70-72 ਸਾਲ ਦੇ ਇਤਿਹਾਸ 'ਚੋਂ ਰੁਜ਼ਗਾਰ ਮਿਲ ਨਹੀਂ ਰਿਹਾ, ਬੇਰੁਜ਼ਗਾਰੀ ਇੰਨੀ ਵੱਧ ਗਈ। ਭਾਰਤ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਰੁਜ਼ਗਾਰ ਦੀ ਭਾਲ ਕਰਨੀ ਪੈਂਦੀ ਹੈ ਤੇ ਉਹਨਾਂ ਦੇ ਮਾਪੇ ਕੱਲੇ ਬੱਚੇ ਹੁੰਦੇ ਆ। ਮਾਪੇ ਘਰਾਂ 'ਚ ਰੋਂਦੇ ਆ, ਉਹਨਾਂ ਨੂੰ ਯਾਦ ਕਰਕੇ ਕਿਹਦਾ ਜੀ ਕਰਦਾ ਹੈ ਜਿਹੜਾ ਗੋਦ ਦੇ ਵਿੱਚ ਬਿਠਾ ਕੇ ਪਾਲਿਆ ਪੁੱਤ ਆਪਦੇ ਹੱਥੀਂ ਵਿਦੇਸ਼ ਨੂੰ ਤੋਰਨਾ ਪੈਂਦਾ। ਕਈ ਸੈਂਕੜੇ ਕਿਲੋਮੀਟਰ ਦੂਰ ਬੈਠਾ ਹੁਣ ਤੇ ਗੱਲ ਕਰਦਾ। ਇਹ ਸਾਰੀ ਤਰਾਸਦੀ ਜ਼ਿੰਮੇਵਾਰ ਸਾਡਾ ਸਿਸਟਮ ਹੈ। ਜੇ ਆਜ਼ਾਦੀ ਸਾਡੇ ਕੋਲੇ ਹੁੰਦੀ, ਸਾਡੇ ਦੇਸ਼ ਦੇ ਵਿੱਚ ਨਾ ਕੁਦਰਤੀ ਸਰੋਤਾਂ ਦੀ ਟੋਟ ਹੈ, ਨਾ ਇੱਥੇ ਇੰਡਸਟਰੀ ਦੀ ਟੋਟ ਰਹਿ ਸਕਦੀ ਸੀ ਤੇ ਨਾ ਖੇਤੀਬਾੜੀ ਸੈਕਟਰ ਪ੍ਰਫੁੱਲਤ ਕੀਤੇ ਬਿਨਾਂ ਰੋਕਿਆ ਜਾ ਸਕਦਾ ਸੀ। ਸਭ ਕੁਝ ਹੋ ਸਕਦਾ ਸੀ। ਤੇ ਜੇ ਅਸੀਂ ਵਿਦਿਆ ਦੇ ਨਾਲ ਸਿਹਤ ਸਹੂਲਤਾਂ ਦੀ ਗੱਲ ਕਰੀਏ, ਜਿਹੜੀਆਂ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਨੇ, ਇਸ ਪੱਖੋਂ ਭਾਰਤ ਬਹੁਤ ਪਛੜ ਚੁੱਕਿਆ ਹੈ। ਅੱਜ ਅੰਕੜੇ ਜਾਰੀ ਹੋ ਰਹੇ ਨੇ, ਤੁਸੀਂ ਸਾਰੇ ਸੁਣਦੇ ਹੋ ਤੇ ਭਾਰਤ ਦੇ ਅੰਦਰ ਇੰਨੀ ਹਾਲਤ ਮਾੜੀ ਹੋ ਗਈ, ਸਰਕਾਰਾਂ ਕਾਲੇ ਕਾਨੂੰਨ ਲੈ ਕੇ ਆ ਰਹੀਆਂ ਨੇ ਖਾਦ ਖੁਰਾਕਾਂ ਦੇ ਉੱਤੇ ਕੰਟਰੋਲ ਵੱਡੇ ਕਾਰਪੋਰੇਟ ਦਾ ਕਰਦੀਆਂ ਨੇ, ਤੇ ਦੂਜੇ ਪਾਸੇ ਅੰਕੜੇ ਕੀ ਬੋਲਦੇ ਆ ਕਿ ਭਾਰਤ ਦੇ ਵਿੱਚ ਸਭ ਤੋਂ ਵੱਧ ਬੱਚੇ ਕੁਪੋਸ਼ਣ ਦੇ ਸ਼ਿਕਾਰ ਹੈ, ਜਿਨ੍ਹਾਂ ਦੇ ਜੰਮਣ ਸਮੇਂ ਪੇਟ ਨਹੀਂ ਹੁੰਦਾ, ਉਹਨਾਂ ਦੀਆਂ ਮਾਵਾਂ 'ਚ ਪੂਰਾ ਖੂਨ ਨਹੀਂ ਹੁੰਦਾ। ਤੇ ਇਹਦਾ ਮਤਲਬ ਭਾਰਤ ਤਾਂ ਗਿਰਾਵਟ ਵਾਲੇ ਪਾਸੇ ਹੈ। ਬੜੀ ਵੱਡੀ ਪੱਧਰ ਤੇ ਅੰਕੜੇ ਹੈਗੇ ਆ ਕਿ ਭਾਰਤ ਦੇ ਵਿੱਚ ਲੋਕ ਨੇ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਹੈਗੇ ਆ। ਇਸ ਖੇਤਰ 'ਚ ਵੀ ਕਾਮਯਾਬੀ ਸਾਨੂੰ ਤਾਂ ਕਿਤੇ ਨਹੀਂ ਦਿਖਦੀ। ਸਿਹਤ ਸੇਵਾਵਾਂ ਵਾਲੇ ਤੇ ਦੂਜਾ ਇਲਾਜ ਵਾਲਾ, ਇਲਾਜ ਸਰਕਾਰੀ ਹਸਪਤਾਲਾਂ 'ਚੋਂ ਬਿਲਕੁਲ ਗਾਇਬ ਹੋ ਗਿਆ। ਇਹਨਾਂ ਨੇ ਉਹ ਨਿੱਜੀਕਰਨ ਦੀਆਂ ਨੀਤੀਆਂ, ਨਿਗਮੀਕਰਨ ਦੀਆਂ ਨੀਤੀਆਂ ਦੇ ਤਹਿਤ ਡਾਕਟਰਾਂ ਦੀ ਭਰਤੀ ਬੰਦ ਹੈਗੀ ਆ, ਨਰਸਾਂ ਦੀ ਭਰਤੀ ਬੰਦ ਹੈ। ਉਹਨਾਂ ਲਈ ਸਰਕਾਰੀ ਇਲਾਜ ਲਈ ਹਸਪਤਾਲਾਂ 'ਚ ਕੋਈ ਬਜਟ ਹੀ ਰੱਖਦੇ ਨਹੀਂ ਹੈਗੇ, ਨਾ ਮਾਤਰ ਰੱਖਦੇ ਆ। ਤੁਸੀਂ ਦੇਖਿਆ ਅੰਕੜੇ ਭਾਰਤ ਦੇ ਵਿੱਚ ਇਹ 50 ਲੱਖ ਤੋਂ ਉੱਪਰ ਤਾਂ ਕੋਰੋਨਾ ਨਾਲ ਮੌਤਾਂ ਹੋ ਗਈਆਂ। ਭਾਰਤ ਦੇ ਅੰਕੜੇ ਬੋਲਦੇ ਅਜੇ ਤੂੰ ਕਿਤੇ ਵੱਧ ਹੋਈਆਂ ਹੋਣੀਆਂ ਮੌਤਾਂ। ਇਲਾਜ ਪੱਖੋਂ ਲੋਕ ਤੜਫ ਰਹੇ ਆ। ਅੱਜ ਜੇ ਘਰ ਦੇ ਵਿੱਚ ਕੈਂਸਰ ਦੀ ਬਿਮਾਰੀ ਆ ਜਾਏ ਤਾਂ ਪਰਿਵਾਰ ਰੋ ਕੇ ਸਾਰਾ ਮਾਨਸਿਕ ਬਿਮਾਰ ਹੋ ਜਾਂਦਾ ਹੈ ਕਿ ਇਹਦਾ ਇਲਾਜ ਕਿੱਥੋਂ ਕਰਵਾਵਾਂ। ਫਿਰ ਇਹਨੂੰ ਅਸੀਂ ਆਜ਼ਾਦ ਦੇਸ਼ ਨੂੰ ਕਿਵੇਂ ਕਹਿ ਸਕਦੇ ਹਾਂ। ਇਸੇ ਤਰ੍ਹਾਂ ਹੀ ਲਗਾਤਾਰ ਕਿਸਾਨ ਮੰਗ ਕਰਦੇ ਆ ਰਹੇ ਨੇ ਕਿ ਸਾਨੂੰ ਸਾਡੀ ਮਿਹਨਤ ਦਾ ਮੁੱਲ ਤਾਂ ਦੇ ਦਿਓ ਜੀ। ਸਾਡੀ ਮਿਹਨਤ ਕਿਉਂ ਨਹੀਂ ਸਾਡੀਆਂ ਫਸਲਾਂ ਦੇ ਭਾਅ ਵੱਧ ਰਹੇ? ਇਤਿਹਾਸ ਮੁਤਾਬਕ 72-73 ਤੋਂ ਬਾਅਦ ਦੀ ਜਦੋਂ ਗੱਲ ਕਰਦੇ ਹਾਂ, ਸਾਡੀਆਂ ਫਸਲਾਂ 19 ਗੁਣਾ ਵਾਧਾ ਹੋਇਆ। ਜੇ ਮੁਲਾਜ਼ਮਾਂ ਨਾਲ ਵੀ ਥੋੜਾ ਮਿਲ ਕੇ ਦੇਖ ਲਈਏ, 350 ਗੁਣਾ ਤੱਕ ਵਾਧਾ ਹੋ ਗਿਆ। ਅਸੀਂ ਤਾਂ ਪਛੜ ਰਹੇ ਹਾਂ, ਜਿਹਦੇ ਕਰਕੇ ਖੁਦਕੁਸ਼ੀਆਂ ਦਾ ਦੌਰ ਵੱਧ ਰਿਹਾ। ਕਿਸੇ ਮੇਰਾ ਕਹਿਣ ਦਾ ਮਤਲਬ ਕਿ ਕੋਈ ਵੀ ਖੇਤਰ ਇਹੋ ਜਿਹਾ ਨਹੀਂ ਜਿਸ 'ਚ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਆਜ਼ਾਦ ਹਾਂ। ਜੇ ਅਸੀਂ ਗੱਲ ਸਭ ਤੋਂ ਮੇਨ ਕਰਨੀ ਹੋਵੇ, ਭਾਰਤ 'ਚ ਜਿਹੜਾ ਕੋਈ ਆਜ਼ਾਦੀ ਦੀ ਗੱਲ ਕਰਦਾ ਹੈ, ਸੱਚ ਬੋਲਦਾ ਹੈ, ਬੁੱਧੀਜੀਵੀ ਹੈ, ਲੋਕਾਂ ਦੇ ਪੱਖ ਦਾ ਪ੍ਰੋਫੈਸਰ ਹੈ, ਕੋਈ ਲੋਕ ਪੱਖੀ ਪੱਤਰਕਾਰ ਹੈ, ਜੇ ਕੋਈ ਆਵਾਜ਼ ਚੱਕਦਾ ਨਾ ਬਾਈ, ਉਹਦੇ ਤੇ ਵੀ UAPA ਲਾ ਕੇ ਦੇਸ਼ ਧਰੋਹ ਦੇ ਪਰਚੇ ਪਾ ਕੇ ਜੇਲ੍ਹਾਂ 'ਚ ਡੱਕ ਦਿੰਦੇ ਆ। ਬੋਲਣ ਦੀ ਆਜ਼ਾਦੀ ਨਹੀਂ, ਲਿਖਣ ਦੀ ਆਜ਼ਾਦੀ ਨਹੀਂ। ਇਹ ਆਜ਼ਾਦੀ ਅਸੀਂ ਕਿਸ ਰੂਪ 'ਚ ਮਨਾ ਰਹੇ? ਇਹ ਇਕੱਲੇ ਝੰਡੇ ਲਹਿਰਾਏ ਤੋਂ ਤਾਂ ਆਜ਼ਾਦੀ ਨਹੀਂ ਮੰਨੀ ਜਾ ਸਕਦੀ। ਜ਼ਮੀਨੀ ਪੱਧਰ ਤੇ ਹਕੀਕਤ 'ਚ ਆਜ਼ਾਦੀ ਨਹੀਂ। ਤਾਂ ਅਸੀਂ ਇਸ ਗੱਲ ਦੇ ਖਾਤਰ ਕਿ ਅਸੀਂ ਆਜ਼ਾਦ ਮੁਲਕ ਦੇ ਵਿੱਚ ਨਹੀਂ, ਅਸੀਂ ਤਾਂ ਇੱਕ ਗੁਲਾਮ ਮੁਲਕ ਦੇ ਵਿੱਚ ਰਹਿ ਰਹੇ ਹਾਂ। 8 ਮਹੀਨਿਆਂ ਤੋਂ ਉੱਪਰ, 8.5 ਮਹੀਨੇ ਹੋ ਗਏ ਆਪਾਂ ਨੂੰ ਬਾਰਡਰਾਂ ਤੇ ਬੈਠਿਆਂ ਤੇ 600 ਦੇ ਕਰੀਬ ਬੰਦੇ ਸ਼ਹੀਦ ਹੋ ਗਏ, ਵਿੱਚ ਸਾਡੀਆਂ ਭੈਣਾਂ ਸ਼ਹੀਦ ਹੋ ਗਈਆਂ। ਅਜੇ ਤੱਕ ਕੇਂਦਰ ਸਰਕਾਰ ਇਹ ਬੋਲੀ ਜਾਂਦੀ ਹੈ ਵੀ ਸਾਨੂੰ ਇਹ ਅੰਕੜੀ ਹੈ ਨਹੀਂ। ਇਹ ਨਰਿੰਦਰ ਤੋਮਰ ਇਹ ਬੋਲੀ ਜਾਂਦਾ ਹੈਗਾ, ਸੈਂਟਰ ਦਾ ਜਿਹੜਾ ਖੇਤੀਬਾੜੀ ਮੰਤਰੀ ਹੈ, ਬਕਾਇਦਾ ਪੋਸਟਮਾਰਟਮ ਹੋਈਆਂ ਨੇ ਰਿਪੋਰਟਾਂ ਤੇ ਨਾਲ ਥਾਣਿਆਂ ਦੇ ਅੰਦਰ ਰਿਪੋਰਟਾਂ ਦਰਜ ਨੇ, ਜਿਹੜੀ ਪੁਲਿਸ ਕਾਰਵਾਈ ਹੋਈ ਹੈ। ਜੇ ਹਜੇ ਤੱਕ ਇਹਨਾਂ ਨੂੰ ਇਹੀ ਨਹੀਂ ਪਤਾ ਤਾਂ ਇਹਦਾ ਮਤਲਬ ਦੇਸ਼ ਆਜ਼ਾਦ ਕਿੱਥੇ? ਜੇ ਆਜ਼ਾਦ ਹੁੰਦਾ ਤਾਂ ਸਾਡੀ ਗੱਲ ਸੁਣੀ ਜਾਂਦੀ। ਸਾਡਾ ਰਾਈਟ ਹੈ, ਹੱਕ ਹੈ, ਅਸੀਂ ਆਪਦਾ ਹੱਕ ਮੰਗ ਰਹੇ ਹਾਂ ਕਿ ਸਾਡਾ ਕਿੱਤਾ ਕਿਉਂ ਉਜਾੜ ਦਿਓ। ਇੱਥੇ ਆਜ਼ਾਦੀ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਹੈ। ਇਸ ਕਰਕੇ ਅਸੀਂ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ, ਜਿਹੜੇ ਲੋਕ ਇਹ ਰਾਜਨੀਤਿਕ ਪਾਰਟੀਆਂ ਦੇ ਚੁੰਗਲ ਜਾਲ 'ਚ ਫਸ ਕੇ ਇਹਨਾਂ ਨੂੰ ਫੇਰ ਅਚਾਉਂਦੇ ਆ, ਇਹਨਾਂ ਨਾਲ ਵੱਡੇ ਵੱਡੇ ਇਕੱਠ ਕਰਦੇ ਆ, ਬਹਿ ਕੇ ਇਹਨਾਂ ਦੀ ਸਪੋਰਟ ਕਰਦੇ ਆ। ਇਹਨਾਂ ਦੀ ਸਪੋਰਟ ਪਾਰਟੀਆਂ ਦੀ ਬਹੁਤ ਬੰਦੇ ਵਿਦੇਸ਼ਾਂ 'ਚ ਬੈਠੇ ਵੀ ਕਰਦੇ ਆ, ਰਾਜਨੀਤਿਕ ਪਾਰਟੀਆਂ ਦੀ। ਉਹਨਾਂ ਭਰਾਵਾਂ ਤੱਕ ਵੀ ਇਹ ਗੱਲ ਪਹੁੰਚਾਉਣੀ ਚਾਹੁੰਦੇ ਆ, ਭਰਾਵੋ ਇਹ ਸੱਚ ਨਹੀਂ ਹੈ ਜੋ ਕੁਛ ਇਹ ਵਾਅਦੇ ਕਰਦੇ ਆ ਝੂਠੇ। ਇਸ ਕਰਕੇ ਜ਼ਮੀਨੀ ਪੱਧਰ ਤੇ ਦੇਖੋ ਤੁਸੀਂ ਸਾਡਾ ਹਾਲ ਕੀ ਹੋਇਆ ਪਿਆ ਲੋਕਾਂ ਦਾ। ਲੋਕ ਨਰਕ ਵਰਗੀ ਜ਼ਿੰਦਗੀ ਜਿਉਂਦੇ ਆ। ਜੇ ਮਜ਼ਦੂਰਾਂ ਦੀ ਗੱਲ ਕਰੀਏ
ਅੱਜ ਜਿਵੇਂ ਖੁੱਡੇ 'ਚ ਜਾਨਵਰ ਬੰਦ ਕਰੇ ਹੁੰਦੇ ਆ, ਇਸ ਤਰ੍ਹਾਂ ਦੇ ਘਰਾਂ 'ਚ ਰਹਿਣ ਲਈ ਮਜਬੂਰ ਹੈ। ਉਹਨਾਂ ਨਾਲ ਵਾਅਦੇ ਕਰ ਲੈਂਦੇ ਆ ਕਿ ਤੁਹਾਨੂੰ ਪਲਾਟ ਦੇਵਾਂਗੇ 5-5 ਮਰਲੇ 10-10 ਮਰਲਿਆਂ ਦੇ, ਕੋਈ ਨਹੀਂ ਪੁੱਛਦਾ। ਝੁੱਗੀਆਂ ਝੋਪੜੀਆਂ ਦੇ ਵਿੱਚ ਰੁਲਦੇ ਆ ਲੋਕ। ਸਭ ਤੋਂ ਵੱਧ ਆ ਕਰੋਨਾ ਦੇ ਦਿਨਾਂ 'ਚ ਮੇਰੇ ਸਾਹਮਣੇ ਜਿਹੜੇ ਅੰਕੜੇ ਦੇਖਣ 'ਚ ਆਏ ਆ ਕਿ ਕੂੜੇ ਦੇ ਢੇਰਾਂ ਤੇ ਕੰਮ ਕਰਨ ਵਾਲੇ ਮਜ਼ਦੂਰ ਭਾਰਤ ਦੇ ਸਾਡੇ ਬੱਚੇ, ਉਹਨਾਂ ਦੀ ਇੱਕ ਵੀ ਗੱਲ ਨਹੀਂ ਹੋਈ ਇਸ ਦੇਸ਼ ਦੇ ਅੰਦਰ ਕਿਸੇ ਵੀ ਰਾਜਨੀਤਿਕ ਪਾਰਟੀ ਤੋਂ, ਕਿਸੇ ਵੀ ਲੀਡਰ ਤੋਂ, ਤੇ ਸਭ ਤੋਂ ਵੱਧ ਸੁਰੱਖਿਆ ਦੀ ਲੋੜ ਤਾਂ ਉਹਨੂੰ ਹੈ ਜਿਹੜਾ ਸਾਡੇ ਦੇਸ਼ 'ਚ ਕੂੜੇ ਦੇ ਢੇਰ ਤੇ ਕੰਮ ਕਰਦਾ ਲਿਫਾਫੇ 'ਚ। ਇਹ ਆਜ਼ਾਦੀ ਕਿੱਥੇ ਹੈ? ਤਾਂ ਅਸੀਂ ਇਸ ਆਜ਼ਾਦੀ ਸਹੀ ਆਜ਼ਾਦੀ ਨੂੰ ਲੈਣ ਖਾਤਰ ਲੋਕਾਂ ਨੂੰ ਜਗਾਉਣਾ ਚਾਹਾਂਗੇ। ਇਹ ਆਵਾਜ਼ ਬੁਲੰਦ ਕਰਾਂਗੇ, ਇਹ ਚੈਲੰਜ ਕਰਾਂਗੇ ਰਾਜ ਕਰਦੀਆਂ ਸਰਕਾਰਾਂ ਨੂੰ ਕਿ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਆਜ਼ਾਦੀ ਹੈ, ਆਜ਼ਾਦੀ ਨਹੀਂ। ਆਜ਼ਾਦੀ ਤਾਂ ਫੇਰ ਮੰਨਾਂਗੇ ਅਸੀਂ ਜੇ ਸਾਡੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰੂ ਸਾਡੇ ਦੇਸ਼ ਦਾ ਰਾਜ ਪ੍ਰਬੰਧ। ਸਾਡੇ ਲਈ ਖਾਣ ਨੂੰ ਚੰਗਾ ਅਨਾਜ ਹੋ, ਰੋਟੀ ਮਿਲੂ ਵਧੀਆ ਰਜਮੀ, ਪਹਿਨਣ ਲਈ ਕੱਪੜਾ ਮਿਲੂਗਾ ਸਾਨੂੰ, ਨਾਲ ਦੀ ਨਾਲ ਸਾਨੂੰ ਸਸਤੀ ਵਿੱਦਿਆ ਮਿਲੂਗੀ। ਇਹ ਸਾਰਾ ਕੁਝ ਸਾਨੂੰ ਮਿਲੇਗਾ ਤਾਂ ਹੀ ਅਸੀਂ ਆਜ਼ਾਦੀ ਮੰਨਾਂਗੇ ਨਾ। ਸਾਡੀ ਆਰਥਿਕ ਤੌਰ ਤੇ ਤਾਂ ਬਿਲਕੁਲ ਕੰਗਾਲੀ ਹੈ, ਆਜ਼ਾਦੀ ਨਹੀਂ ਹੈ। ਬਿਲਕੁਲ ਦੂਸਰੇ ਪਾਸੇ ਤੇ ਜੇ ਆਪਾਂ ਗੱਲ ਕਰੀਏ, ਅਸੀਂ ਹੁਣ ਇਸ ਗੱਲ ਨੂੰ ਪੁੱਟ ਕਰਨ ਵਾਸਤੇ ਇਸ ਅੰਦੋਲਨ ਨਾਲ ਜੋੜ ਕੇ ਪੰਜਾਬ ਦੇ ਅੰਦਰ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ, ਜਿਵੇਂ ਕਹਿਣਾ ਹੋਵੇ ਕਿ ਉਹਨਾਂ ਦੇ ਕਾਰੋਬਾਰ ਹੈ, ਸੈਲੋ ਗੋਦਾਮ ਨੇ, ਟੋਲ ਪਲਾਜ਼ੇ ਨੇ, ਵੱਡੇ ਵੱਡੇ ਸ਼ਾਪਿੰਗ ਮਾਲ ਨੇ, ਜਾਂ ਤੇਲ ਸੋਧ ਕਾਰਖਾਨਾ, ਵੱਡੀਆਂ ਰਿਫਾਈਨਰੀਆਂ ਨੇ, ਉਹਨਾਂ ਦੇ ਮੂਹਰੇ ਵੱਡੇ ਇਕੱਠ ਕਰਕੇ ਇਸ ਜਿਹੜਾ ਆਜ਼ਾਦੀ ਦਾ ਦਿਨ ਇਹ ਸਰਕਾਰਾਂ ਮਨਾਉਣਗੀਆਂ, ਅਸੀਂ ਉਹਦੇ ਬਰਾਬਰ ਪੈਰਲ ਅਸੀਂ ਕਿਸਾਨਾਂ ਮਜ਼ਦੂਰਾਂ ਨੂੰ ਕਾਰਪੋਰੇਟ ਤੋਂ ਇਸ ਸਿਸਟਮ ਤੋਂ ਆਜ਼ਾਦੀ ਦਿਵਾਉਣ ਦੀ ਗੱਲ ਬਿਲਕੁਲ ਠੋਕ ਕੇ ਰੱਖਾਂਗੇ ਤੇ ਆਸ ਕਰਾਂਗੇ ਕਿ ਆਉਂਦੇ ਸਮੇਂ ਸਾਡੇ ਲੋਕ ਨੇ ਜਿਹੜੇ ਉਹ ਸਾਡੀ ਗੱਲ ਨੂੰ ਸੁਣ ਕੇ ਜਾਗਣਗੇ ਤੇ ਕੇਂਦਰ ਸਰਕਾਰ ਤੇ ਦਬਾਅ ਬਣੇਗੀ ਤੇ ਕਾਰਪੋਰੇਟ ਨੂੰ ਚੈਲੰਜ ਕਰਾਂਗੇ ਕਿ ਅਸੀਂ ਜਿਉਂਦੇ ਹਾਂ ਹਜੇ, ਅਸੀਂ ਭਗਤ ਸਰਾਭਿਆਂ ਦੇ ਵਾਰਸ, ਅਸੀਂ ਗੁਰੂ ਗੋਬਿੰਦ ਸਿੰਘ ਦੇ, ਗੁਰੂ ਨਾਨਕ ਦੇਵ ਜੀ ਦੇ ਵਾਰਸ ਜਿਉਂਦੇ ਹਾਂ। ਆਏ ਜੇ ਤੁਸੀਂ ਇਹ ਸਰਕਾਰਾਂ ਨੂੰ ਕਾਬੂ ਕਰਕੇ ਵੱਡੀਆਂ ਵੱਡੀਆਂ ਸੰਸਥਾਵਾਂ IMF, WTO, ਇਹ ਸੰਸਥਾਵਾਂ ਨੇ ਜਿਹੜੀਆਂ ਇਹਨਾਂ ਨੂੰ ਕਾਬੂ ਕਰਕੇ ਸਰਕਾਰਾਂ ਨੂੰ ਇਹਨਾਂ ਦੇ ਗਲ 'ਚ ਰੱਸਾ ਪਾ ਕੇ ਜੇ ਆਏ ਤੁਸੀਂ ਸਾਡੇ ਮੁਲਕ ਤੇ ਦੁਬਾਰਾ ਕਬਜ਼ਾ ਕਰਨਾ ਚਾਹੋਗੇ ਤਾਂ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਸੰਘਰਸ਼ ਕਰਾਂਗੇ, ਇਹ ਲਲਕਰਾ ਅਸੀਂ ਉੱਥੋਂ ਮਾਰਾਂਗੇ ਤੇ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿਆਂਗੇ। ਪਰਵਾਹ ਨਾ ਮੰਨੋ ਭਰਾਵੋ, ਸੰਘਰਸ਼ ਇਸ ਪਾਸੇ ਨੂੰ ਆਪਣਾ ਤੁਰ ਰਿਹਾ। ਬਿਲਕੁਲ ਸਾਥੀ ਜੀ, ਬਹੁਤ ਬਹੁਤ ਵਧੀਆ। ਸਾਥੀ ਜੀ, ਇਹਦੇ ਨਾਲ ਹੀ ਮਿਲਦੀ ਜੁਲਦੀ ਗੱਲ ਕਿ ਜਿਵੇਂ ਸਰਕਾਰ ਤੇ ਬੰਗਾਲ ਦੀਆਂ ਇਲੈਕਸ਼ਨਾਂ ਦੇ ਵਿੱਚ ਕਿਸਾਨ ਮੋਰਚੇ ਵੱਲੋਂ, ਗੁਰਾਹਾਂ ਵੱਲੋਂ ਜਥੇਬੰਦੀਆਂ ਦਾ ਇਕੱਠਾ ਹੋ ਕੇ ਪ੍ਰੈਸ਼ਰ ਪਾਇਆ ਗਿਆ ਤੇ ਉੱਥੇ BJP ਨੂੰ ਬੁਰੀ ਤਰ੍ਹਾਂ ਹਰਾਇਆ ਗਿਆ। ਸੋ ਉਸ ਨੂੰ ਲੈ ਕੇ ਜਿਹੜੀਆਂ ਆਉਂਦੀਆਂ UP ਦੀਆਂ ਚੋਣਾਂ ਨੇ ਉਹਦੇ ਵਿੱਚ ਸੰਯੁਕਤ ਮੋਰਚੇ ਦੀ ਜਾਂ ਆਪਣੀ ਗੁਰਾਹਾਂ ਜਥੇਬੰਦੀ ਦੀ ਕੀ ਵਿਉਂਤਬੰਦੀ ਹੈ? ਕਿਸ ਤਰੀਕੇ ਨਾਲ ਅਸੀਂ BJP ਨੂੰ ਉੱਥੇ ਉਹਨਾਂ ਦੀ ਸ਼ਿਕਸਤ ਉਹਨਾਂ ਨੂੰ ਦੇਣੀ ਹੈ? ਦੇਖੋ, ਸੰਯੁਕਤ ਮੋਰਚੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਹੁਣ ਜਿਹੜੀ 9 ਮੈਂਬਰੀ ਟੀਮ ਹੈ ਉਹਦੇ ਵਿੱਚ ਸ਼ਾਮਲ ਹੈ ਜੀ। ਇਹ 'ਚ 9 ਮੈਂਬਰੀ ਟੀਮ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਜੀ ਮੈਂਬਰ ਦੇ ਤੌਰ ਤੇ ਹੈਗੇ ਆ, ਮੁੱਖ ਲੀਡਰ ਦੇ ਤੌਰ ਤੇ ਜੀ। ਉਹਨਾਂ ਨੇ ਸੰਯੁਕਤ ਮੋਰਚੇ 'ਚ ਫੈਸਲਾ ਕੀਤਾ ਹੈਗਾ, ਸਾਰੀਆਂ ਜਥੇਬੰਦੀਆਂ ਨੇ ਦੇਸ਼ ਦੀਆਂ ਨੇ, ਕਿ ਇਸ ਤੋਂ ਬਾਅਦ ਜਿਹੜਾ ਇਹ ਸੰਸਦ ਵਾਲਾ ਆਪਣਾ ਪ੍ਰੋਗਰਾਮ ਹੈਗਾ ਇਹਨੂੰ ਨੇਪਰੇ ਚਾੜਨ ਤੋਂ ਬਾਅਦ 15 ਤਰੀਕ ਵਾਲਾ ਪ੍ਰੋਗਰਾਮ ਜਿਹੜਾ ਹੈ ਇਹਨੂੰ ਨੇਪਰੇ ਚਾੜਨ ਤੋਂ ਬਾਅਦ ਅਗਲਾ ਜਿਹੜਾ ਟੀਚਾ ਹੈਗਾ, ਜਿਹੜੇ ਰਾਜਾਂ ਤੋਂ ਕਿਸਾਨ ਹਾਲੇ ਘੱਟ ਆ ਰਹੇ ਨੇ ਮੋਰਚਿਆਂ ਦੇ ਅੰਦਰ ਜੀ, ਅਸੀਂ ਉਹਨੂੰ ਇਸ ਮਨਸਾ ਦੇ ਨਾਲ ਉਹਨਾਂ ਰਾਜਾਂ ਦੇ ਅੰਦਰ ਪ੍ਰਚਾਰ ਲੈ ਕੇ ਜਾਵਾਂਗੇ। ਆਹ ਸਾਰੀਆਂ ਗੱਲਾਂ ਜਿੰਨੀਆਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਇਹਨਾਂ ਸਾਰੀਆਂ ਗੱਲਾਂ ਨੂੰ ਲੋਕਾਂ ਦੀ ਕਚਹਿਰੀ ਤੱਕ ਲੈ ਕੇ ਜਾਵਾਂਗੇ, ਕਿਉਂਕਿ ਆਪਣੇ ਦੇਸ਼ ਭਾਰਤ ਦੇ ਅੰਦਰ UP ਹੈ, ਉੱਤਰਾਖੰਡ ਹੈ, ਕਰਨਾਟਕਾ ਹੈ, ਬੰਗਾਲ ਹੈ, ਇਹੋ ਜਿਹੇ ਰਾਜ ਨੇ ਜਿੱਥੇ ਕਿਸਾਨਾਂ ਕੋਲੇ ਬਾਰਡਰਾਂ ਤੇ ਆਉਣ ਲਈ ਬਹੁਤੇ ਸੋਰਸ ਨਹੀਂ ਹੈਗੇ। ਗਰੀਬ ਕਿਸਾਨ ਹੈ ਜੀ, ਘੱਟੋ ਘੱਟ ਉਹਨਾਂ ਨੂੰ BJP ਦੇ ਵਿਰੋਧ 'ਚ ਜਿਹੜੀ ਮੌਕੇ ਦੀ ਰਾਜ ਕਰ ਰਹੀ ਹੈ ਪਾਰਟੀ, ਜਿਹੜੀਆਂ ਪਾਰਟੀਆਂ ਇਹਨਾਂ ਨੀਤੀਆਂ ਦੀਆਂ ਹਮਾਇਤੀ ਨੇ ਉਹਨਾਂ ਦੇ ਵਿਰੋਧ 'ਚ ਉਤਰਨ ਜੋਗੇ ਪਿੰਡ ਪੱਧਰ ਤੇ, ਬਲਾਕ ਪੱਧਰ ਤੇ, ਜ਼ਿਲ੍ਹਾ ਪੱਧਰ ਤੇ ਕਰਾਂਗੇ, ਇਹ ਪਲਾਨ ਹੈ। ਜੇ ਆਪਾਂ ਸੰਯੁਕਤ ਮੋਰਚੇ ਵੱਲੋਂ ਕਹੀਏ ਤਾਂ ਆਉਂਦੇ ਕੁਝ ਦਿਨਾਂ ਦੇ ਅੰਦਰ ਦੇਹਰਾਦੂਨ ਦੇ ਵਿੱਚੋਂ ਵੱਡੀ ਕਾਨਫਰੰਸ ਕਰਕੇ ਐਲਾਨ ਕਰਾਂਗੇ। ਉਧਰ UP ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਣਗੇ, ਡੇਟਾਂ ਰੱਖਣੀਆਂ, ਅੱਜ ਵੀ ਮੀਟਿੰਗ ਹੋ ਰਹੀ ਹੈ ਇੱਕ। ਇਸ ਤਰ੍ਹਾਂ ਇੱਕ VKU ਉਗਰਾਹਾਂ ਦੇ ਵੱਲੋਂ ਰਾਜਸਥਾਨ ਦੇ ਵਿੱਚ ਵੱਡਾ ਪ੍ਰੋਗਰਾਮ ਰੱਖਿਆ ਗਿਆ, ਇੱਥੋਂ ਤੱਕ ਕਿ VKU ਉਗਰਾਹਾਂ ਤਾਂ ਪਹਿਲਾਂ ਪੰਜਾਬ ਨਾਲ ਸੰਬੰਧਿਤ ਸੀ ਇਕੱਲੇ ਨਾਲ ਜੀ, ਹੁਣ ਆਪਾਂ ਹਰਿਆਣੇ ਦੇ ਵਿੱਚ
ਵੱਡਾ ਸੰਗਠਨ ਹੈ ਜਿਹੜਾ ਵੀਕੇ ਜੀ ਉਗਰਾਹਾਂ ਦਾ ਬਰਾਬਰ ਖੜਾ ਕਰ ਦਿੱਤਾ। ਉੱਤਰਾਖੰਡ ਦੇ ਵਿੱਚ ਬਰਾਬਰ ਖੜਾ ਕਰ ਦਿੱਤਾ ਸੰਗਠਨ ਆਪਾਂ। ਇਸ ਤਰ੍ਹਾਂ ਯੂਪੀ ਦੀਆਂ ਤਿਆਰੀਆਂ ਹੋ ਰਹੀਆਂ ਨੇ। ਭਾਰਤ ਦੇ ਕੋਨੇ-ਕੋਨੇ ਤੇ ਸਾਰੀਆਂ ਜਥੇਬੰਦੀਆਂ ਹੀ ਜਿੱਥੇ ਘੋਲ ਨੂੰ ਮਜ਼ਬੂਤ ਕਰ ਰਹੀਆਂ ਨੇ, ਉੱਥੇ ਆਪੋ ਆਪਣੇ ਨਾਲ ਸਾਥੀਆਂ ਨੂੰ, ਉਸ ਇਲਾਕੇ ਦਿਆਂ ਨੂੰ ਜੋੜ ਰਹੀਆਂ ਨੇ, ਤਾਂ ਕਿ ਸਾਡਾ ਜਿਹੜਾ ਅੰਦੋਲਨ ਹੈ, ਇਹ ਸੰਗਠਨ ਹੈ ਜਿਹੜੇ ਸਾਡੇ, ਇਹ ਵੀ ਵੱਡੇ ਹੋਣ ਤੇ ਅੰਦੋਲਨ ਵੀ ਵੱਡਾ ਹੋਵੇ, ਤਾਂ ਕਿ ਅਸੀਂ ਬੀਜੇਪੀ ਤੇ ਇੰਨਾ ਦਬਾਅ ਬਣਾ ਸਕੀਏ। ਇਹਨੂੰ ਝੁਕਣਾ ਪੈਣਾ, ਕਿਉਂਕਿ ਇਹਨਾਂ ਕੋਲੇ ਪੰਜਾਬ ਤੋਂ ਬਾਅਦ ਯੂਪੀ, ਹਰਿਆਣਾ, ਉੱਤਰਾਖੰਡ, ਇਹਨਾਂ ਰਾਜਾਂ ਦੇ ਅੰਦਰ ਬੀਜੇਪੀ ਮਾੜਾ ਮੋਟਾ ਪੈਰ ਮਾਰਦੀ ਸੀ। ਨਹੀਂ ਤਾਂ ਹੁਣ ਤੁਸੀਂ ਦੇਖਦੇ ਹੋ ਕਿ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਨਰਿੰਦਰ ਤੋਮਰ ਦਾ ਆਪਦਾ ਏਰੀਆ, ਲੋਕ ਇਹਨਾਂ ਦੀਆਂ ਗੱਡੀਆਂ ਤੇ ਚੱਕੜ ਸੁੱਟ ਕੇ ਵਿਰੋਧ ਕਰਦੇ ਆ, ਇਹਨਾਂ ਦੇ ਮੂਹਰੇ ਖੜਦੇ ਆ ਡਟ ਕੇ। ਇਹ ਹਾਲਾਤ ਪੈਦਾ ਕਰ ਦਿਆਂਗੇ, ਪਰਵਾਹ ਨਾ ਮੰਨੋ, ਕਿ ਆਪਾਂ ਦੇਸ਼ ਦੇ ਬੱਚੇ ਨੂੰ, ਕਿਉਂਕਿ ਇਹ ਮੰਗ ਚੁੱਲ੍ਹੇ ਨਾਲ ਜੁੜੀ ਹੈ, ਸਾਡੀ ਰੋਟੀ ਨਾਲ ਜੁੜੀ ਹੋਈ ਹੈ। ਰੋਟੀ ਦੀ ਮੰਗ ਦੇ ਵਿੱਚ ਮਜ਼ਦੂਰ ਵੀ ਸ਼ਾਮਲ ਹੈ, ਕਿਸਾਨ ਵੀ ਸ਼ਾਮਲ ਹੈ, ਮੁਲਾਜ਼ਮ ਵੀ ਸ਼ਾਮਲ ਨੇ। ਇੱਥੋਂ ਤੱਕ ਕਿ ਅਸੀਂ ਇਸ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਾਂ, ਮੁਲਾਜ਼ਮ ਭਰਾ ਠੀਕ ਹੈ, ਹੁਕਮ ਮੰਨਣਾ ਸਰਕਾਰ ਦਾ, ਪਰ ਦਿਲੋਂ ਜਿੰਨਾ ਪਿਆਰ ਕਰਦੇ ਹੈ, ਸੱਚੀ ਅਸੀਂ ਇਹ ਸਾਰੀ ਜ਼ਿੰਦਗੀ ਭੁਲਾ ਨਹੀਂ ਸਕਾਂਗੇ। ਜਿੰਨਾ ਪਿਆਰ ਤੁਸੀਂ ਬਾਹਰ ਵਿਦੇਸ਼ਾਂ 'ਚ ਬੈਠੇ ਭਰਾ ਕਰਦੇ ਹੋ, ਇਹ ਵੀ ਸੱਚੀ ਵੀਰੋ ਭੁਲਾਉਣ ਵਾਲਾ ਨਹੀਂ, ਕਿਉਂਕਿ ਇਹ ਜ਼ਿੰਦਗੀ ਵਾਰ-ਵਾਰ ਤਾਂ ਆਪਾਂ ਜਿਉਣੀ ਨਹੀਂ, ਪਰ ਇਹ ਸੱਚੀ ਅਸੀਂ ਉਹ ਮਾਣ ਨਾਲ, ਫਖਰ ਨਾਲ ਕਹਿ ਸਕਦੇ ਹਾਂ ਕਿ ਸਾਨੂੰ ਹਰਾਉਣ ਵਾਲਾ ਕੋਈ ਨਹੀਂ ਰਹਿਣਾ ਇੱਥੇ। ਇੰਨਾ ਲੋਕਾਂ ਦੀ ਸਪੋਰਟ ਆਪਾਂ ਨੂੰ, ਇੰਨੇ ਭਰਾਵਾਂ ਦੀ ਸਪੋਰਟ ਆਪਾਂ ਨੂੰ, ਭੈਣਾਂ ਦੀ ਸਪੋਰਟ ਮਿਲਣੀ ਹੈ ਤੇ ਘੋਲ ਹੋਰ ਮਜ਼ਬੂਤ ਹੋਏਗਾ। ਬਿਲਕੁਲ ਆਪਾਂ ਨੂੰ ਇਸ ਗੱਲ ਦਾ ਭਰੋਸਾ ਹੈ ਲੋਕਾਂ। ਬਿਲਕੁਲ ਸਾਥੀ ਜੀ, ਹਮੇਸ਼ਾ ਹਰ ਸੰਘਰਸ਼ ਦੇ ਵਿੱਚ ਤੁਹਾਡੇ ਨਾਲ ਹੈ ਜੀ। ਤਾਂ ਸਾਥੀ ਜੀ, ਇੱਕ ਕਿਉਂਕਿ ਜਿਹੜੇ ਕਿਸਾਨ ਸੰਘਰਸ਼, ਜਿਹੜੇ ਬਾਹਰੀ ਜਿਹੜੇ ਹਮਲੇ ਨੇ, ਆਪਾਂ ਜੇ ਬਰੀਫ ਚ ਉਹਨੂੰ ਗੱਲ ਕਰਨੀ ਹੋਵੇ, ਦੀਪ ਸਿੱਧੂ ਤੋਂ ਲੈ ਕੇ ਜਿਹੜੇ ਅਖੌਤੀ ਸਿੱਖ ਬੁੱਧੀਜੀਵੀ, ਉਸ ਤੋਂ ਬਾਅਦ ਇਹਨਾਂ ਨੇ ਰਲ ਮਿਲ ਕੇ 26 ਜਨਵਰੀ ਦਾ ਜੋ ਕਾਰਾ ਕੀਤਾ, ਇਹ ਸੀਗੇ ਬਾਹਰੀ ਜਿਹੜੇ ਹਮਲੇ ਸੀਗੇ। ਪਰ ਸਾਥੀ ਜੀ, ਹੁਣ ਇੱਕ ਬੜੀ ਕਿਸਾਨ ਸੰਘਰਸ਼ ਦੇ ਮੋਢਿਆਂ ਤੇ ਰੱਖ ਕੇ, ਜਦੋਂ ਕਿ ਕਿਸਾਨ ਸੰਘਰਸ਼ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਕੋਈ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਪੋਲੀਟੀਕਲ ਜਿਹੜੀਆਂ ਚੋਣਾਂ ਆ ਉਹਦੇ ਵਿੱਚ ਹਿੱਸਾ ਨਹੀਂ ਲਵਾਂਗੇ। ਇਹ ਸਾਡਾ ਜਿਹੜਾ ਮਕਸਦ ਹੈ, ਇਹ ਸਭ ਤੋਂ ਪਹਿਲਾ ਮਕਸਦ ਇਹ ਹੈ ਕਿ ਜਿਹੜੇ ਇਹ ਬਿੱਲ ਨੇ ਉਹ ਰੱਦ ਕੀਤੇ ਜਾਣ, ਉਸ ਤੋਂ ਬਾਅਦ ਵੇਖਿਆ ਜਾਊਗਾ। ਪਰ ਇਹ ਸੰਘਰਸ਼ ਦੇ ਵਿੱਚੋਂ, ਖਾਸ ਕਰਕੇ ਸੰਯੁਕਤ ਮੋਰਚੇ ਦੇ ਵਿੱਚੋਂ ਜਿਹੜੇ ਹਰਿਆਣੇ ਤੋਂ ਨੇ ਗੁਰਨਾਮ ਸਿੰਘ ਚੜੂਨੀ, ਉਹਨਾਂ ਦੀ ਇੱਕ ਬੜੀ ਕਿਸਾਨ ਮੋਰਚੇ ਦੇ ਖਿਲਾਫ ਗਲਤ ਬਿਆਨਬਾਜ਼ੀ ਆ ਰਹੀ ਹੈ। ਸੋ ਤੁਸੀਂ, ਕਿਉਂਕਿ ਉਹ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਉਹ ਭਾਗ ਲੈਣਾ ਚਾਹੁੰਦੇ ਨੇ, ਤੁਸੀਂ ਇਹ ਜਿਹੜਾ ਇਹ ਨਵਾਂ ਮੋਰਚੇ ਦੇ ਵਿੱਚੋਂ ਜਿਹੜਾ ਇਹ ਵਿਰੋਧ ਸ਼ੁਰੂ ਹੋਇਆ ਹੈ, ਤੁਸੀਂ ਕਿਵੇਂ ਦੇਖਦੇ ਹੋ, ਜਾਂ ਜਥੇਬੰਦੀ ਆਪਣੀ ਕਿਵੇਂ ਵੇਖਦੀ ਹੈ? ਦੇਖੋ, ਜਿੱਥੋਂ ਤੱਕ ਇਹ ਜਦੋਂ ਦਾ ਆਪਾਂ ਨੇ ਅੰਦੋਲਨ ਸ਼ੁਰੂ ਕੀਤਾ ਨਾ, ਬੜੇ ਮੋੜ ਇਹਦੇ ਵਿੱਚ ਆ ਰਿਹਾ ਜੀ। ਇਹ ਆਉਣੀ ਸੀਗੇ ਸੁਭਾਵਿਕ ਹੀ, ਕੋਈ ਗੱਲ ਆਪਣੇ ਲਈ ਇਹ ਚਿੰਤਾ ਵਾਲੀ ਨਹੀਂ ਹੈ, ਕਿਉਂਕਿ ਜਦੋਂ ਕੋਈ ਇਸ ਕਿਸਮ ਦਾ ਪਹਿਲਾ ਅੰਦੋਲਨ ਹੈ, ਵੱਡਾ ਅੰਦੋਲਨ ਹੈ, ਵੱਡੇ ਅੰਦੋਲਨ ਦੇ ਅੰਦਰ ਇਹ ਸਾਰਾ ਕੁਝ ਆਉਣਾ ਹੀ ਹੁੰਦਾ ਹੈ। ਕਿਉਂਕਿ ਕੁਝ ਲੋਕ ਜਜ਼ਬਾਤੀ ਹੁੰਦੇ ਆ, ਜਜ਼ਬਾਤੀ ਲੋਕਾਂ ਨੂੰ, ਕੁਝ ਲੋਕਾਂ ਦੇ ਮਨੋਰਥ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੇ ਇਸ ਘੋਲ ਨੂੰ ਫੇਲ ਹੀ ਕਰਨਾ ਹੁੰਦਾ, ਉਹ ਵਿੱਚ ਬੜੇ ਹੋਏ ਹੁੰਦੇ ਆ। ਉਹ ਵਿੱਚ ਵੜਨ ਦੇ ਨਾਲ ਉਹਨਾਂ ਨੇ ਆਪਦੀਆਂ ਜਿਹੜੀਆਂ ਚਾਲਾਂ ਸੀ ਵੱਖ-ਵੱਖ ਸਮਿਆਂ ਤੇ ਚਲਾਈਆਂ, ਤੇ ਪਰ ਉਹ ਕਾਮਯਾਬ ਨਹੀਂ ਹੋਈਆਂ, ਕਿਉਂਕਿ ਹਮੇਸ਼ਾ ਕਦੇ ਵੀ ਹੈ ਸੱਚ ਹੀ ਅੱਗੇ ਰਹਿੰਦਾ ਹੁੰਦਾ ਹੈ। ਇਸ ਤਰ੍ਹਾਂ ਆਪਾਂ ਜੇ ਇਹਨੂੰ ਆਪਾਂ ਦੂਜੇ ਪੱਖ ਤੋਂ ਦੇਖੀਏ ਕਿ ਅੱਜ ਇਸ ਟਾਈਮ ਅੰਦੋਲਨ ਹੈ ਜਿਹੜਾ, ਉਹ ਬਹੁਤ ਵਧੀਆ ਦਿਸ਼ਾ ਜਾ ਰਿਹਾ, ਕੋਈ ਕਿਸੇ ਪਾਸਿਓਂ ਕਮਜ਼ੋਰੀ ਵਾਲਾ ਪੱਖ ਨਹੀਂ ਦਿਖਦਾ। ਕਿਉਂਕਿ ਮੈਂ ਇਹ ਕਿਉਂ ਕਹਿਣਾ, ਕਿਉਂਕਿ ਸਾਰੀਆਂ ਜਥੇਬੰਦੀਆਂ ਨੇ, ਵੀਕੇ ਉਗਰਾਹਾਂ ਨੇ ਤਾਂ ਪਹਿਲਾਂ ਹੀ ਐਲਾਨ ਕਰਤਾ ਸੀ ਕਿ ਸਾਡਾ ਤਾਂ ਕੋਈ ਚੋਣਾਂ ਵਾਲੇ ਮਾਹੌਲ 'ਚ ਜਾਣਾ ਮਤਲਬ ਹੀ ਨਹੀਂ, ਸਾਡੀ ਤਾਂ ਲਾਈਨ ਹੀ ਨਹੀਂ ਕਹਿੰਦੀ, ਅਸੀਂ ਨਹੀਂ ਇਸ ਰਸਤੇ ਤੇ ਜਾਣਾ ਹੈਗਾ। ਦੂਜੇ ਨੰਬਰ ਤੇ ਅਸੀਂ ਇਹ ਗੱਲ ਲੋਕਾਂ ਦੇ ਅੰਦਰ ਵੀ ਲੈ ਗਏ ਵੀਕੇ ਉਗਰਾਹਾਂ ਵੱਲੋਂ ਹੋ ਕੇ ਵੀਰੋ, ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝਣੀ ਪਊਗੀ, ਜਿਹੜਾ ਅਸੀਂ ਅੰਦੋਲਨ ਲੜ ਰਹੇ ਹਾਂ, ਅਸੀਂ ਇੱਕ ਮੰਗ ਪੱਤਰ ਦੇ ਆਧਾਰ ਤੇ ਲੜ ਰਹੇ ਹਾਂ। ਜਿਹੜੀਆਂ ਮੰਗਾਂ ਤੈਅ ਕੀਤੀਆਂ ਨੇ, ਸਾਡਾ ਪਹਿਲਾ ਟੀਚਾ ਇਹ ਹੈ ਕਿ ਅਸੀਂ ਇਹ ਮੰਗ ਪੱਤਰ ਦੇ ਦੁਆਲੇ ਹੀ ਅਸੀਂ ਸੰਯੁਕਤ ਮੋਰਚੇ ਨਾਲ ਸਾਂਝ ਪਾਈ ਹੋਈ ਹੈ। ਸਾਰੀਆਂ ਜਥੇਬੰਦੀਆਂ ਦੀ ਸਾਂਝ ਉਸ ਮੰਗ ਪੱਤਰ ਦੀਆਂ ਮੰਗਾਂ ਨਾਲ ਸੰਬੰਧਿਤ ਹੈ ਜੀ। ਬਿਲਕੁਲ, ਉਸ ਮੁੱਦੇ ਤੇ ਉਸ ਮੰਗ ਪੱਤਰ ਦੇ ਵਿੱਚ ਅਸੀਂ ਇਹ ਤਾਂ ਕਿਤੇ ਨਹੀਂ ਲਿਖਿਆ ਨਾ ਕਿ ਅਸੀਂ ਅੰਦੋਲਨ ਪਹਿਲਾਂ ਖੜਾ ਕਰਾਂਗੇ ਤੇ ਫਿਰ ਪਾਰਟੀ ਬਣਾਵਾਂਗੇ ਤੇ ਫਿਰ ਵੋਟਾਂ ਲੈ ਕੇ ਐਮਐਲਏ ਤੇ ਐਮਪੀ ਬਣਾਂਗੇ। ਜੇ ਅਸੀਂ ਇਹ ਕਰ ਰਹੇ ਹਾਂ, ਇਹਦਾ ਮਤਲਬ ਅਸੀਂ ਜਦਾਰ ਹਾਂ, ਤਾਂ ਅਸੀਂ ਲੋਕਾਂ ਨਾਲ ਧੋਖਾ ਕਰ ਰਹੇ ਹਾਂ। ਅਸੀਂ ਧੋਖਾ ਨਹੀਂ ਕਰਨਾ, ਕਿਉਂਕਿ ਇਹ ਅੰਦੋਲਨ ਲੋਕਾਂ ਨੂੰ ਇਹ ਗੱਲ ਦੱਸਦੀ ਵੀ ਇਹ ਅੰਦੋਲਨ ਐਡਾ ਵੱਡਾ ਹੈ
ਇਹ ਤੋਂ ਹਰਿਆਣੇ ਦੀਆਂ ਪਾਰਟੀਆਂ, ਪੰਜਾਬ ਦੀਆਂ ਪਾਰਟੀਆਂ ਡਰ ਰਹੀਆਂ। ਉਹ ਅੰਦੋਲਨ ਨੂੰ ਖੰਡਾਉਣ ਵਾਸਤੇ ਇਹੋ ਜਿਹੇ ਹੱਥ ਕੰਡੇ ਵਰਤ ਰਹੀਆਂ ਨੇ ਵੀ ਜੇ ਇੱਕ ਅੱਧੀ ਕੋਈ ਜਥੇਬੰਦੀ ਨਿਕਲ ਕੇ ਮਾੜੀ ਮੋਟੀ ਸਾਡੇ ਵਾਲੇ ਪਾਸੇ ਆ ਜੇ ਤੇ ਅੰਦੋਲਨ ਟੁੱਟ ਜੇ ਤੇ ਇਹ ਨਹੀਂ ਤਾਂ ਫਿਰ ਆਪਾਂ ਨੂੰ ਪੰਜਾਬ 'ਚ ਵੀ ਔਖਾ ਕਰਨਗੇ ਤੇ ਹਰਿਆਣੇ 'ਚ ਵੀ ਲੋਕ ਸੰਗਠਨ ਵੱਡੇ ਹੋ ਗਏ ਤੇ ਆਪਣੀਆਂ ਮੰਗਾਂ ਤੇ ਲੜਿਆ ਕਰਨਗੇ ਤੇ ਆਪਣੀ ਉਹ ਜਿਹੜੀ ਗੁੰਡਾਗਰਦੀ, ਬਦਮਾਸ਼ੀ, ਲੁੱਟਮਾਰ ਹੈ ਜਿਹੜੀ ਲਗਾਤਾਰ ਉਹ ਨਹੀਂ ਚੱਲਣੀ। ਉਹਨਾਂ ਦੇ ਯਤਨ ਰਹੇ ਨੇ, ਅੱਜ ਵੀ ਹੈਗੇ ਆ, ਪਰ ਫਿਰ ਵੀ ਮੈਂ ਇਹਨੂੰ ਇਸ ਤਰ੍ਹਾਂ ਲੈਣਾ ਵੀ 8-9 ਮਹੀਨੇ ਜਦੋਂ ਅੰਦੋਲਨ ਨੂੰ ਚੱਲਦੇ ਨੂੰ ਹੋ ਜਾਣਾ ਤਾਂ ਇਹ ਗੱਲਾਂ ਸੁਭਾਵਿਕ ਹੁੰਦੇ ਆ। ਮਾੜੇ ਮੋਟੇ ਮਤਭੇਦ ਆ ਜਿਹੜੇ ਉਹ ਪਰਿਵਾਰਾਂ 'ਚ ਵੀ ਖੜੇ ਹੋ ਜਾਂਦੇ 8-9 ਮਹੀਨਿਆਂ 'ਚ। ਜੇ ਪਤੀ ਪਤਨੀ ਦੀ ਗੱਲ ਕਰੀਏ, ਮਾੜਾ ਮੋਟਾ ਤੂੰ ਮੈਂ ਹੁੰਦੀਆਂ ਰਹੀਆਂ ਹੁੰਦੀਆਂ, ਹਾਂਜੀ ਹੋ ਜਾਂਦੀਆਂ ਹੁੰਦੀਆਂ ਨੇ, ਗੱਲ ਛੋਟੀ ਹੈ ਕਿਉਂਕਿ ਆਪਣੀ ਪਹਿਲਾਂ ਤੋਂ ਵੀ ਕੇ ਯੋਗਰਾਹਾਂ ਦੀ ਪਾਲਿਸੀ ਰਹੀ ਹੈ ਕਿ ਭਰਾਵੋ ਇਹ ਜਿੱਡੀ ਵੱਡੀ ਲੜਾਈ ਹੈ, ਜਿੱਡੀਆਂ ਨੀਤੀਆਂ ਦੇ ਖਿਲਾਫ ਅਸੀਂ ਲੜ ਰਹੇ ਹਾਂ, ਇਹ ਵੱਡੀ ਸਾਂਝ ਤੋਂ ਬਿਨਾਂ ਨਹੀਂ ਲੜੀ ਜਾ ਸਕਦੀ। ਸਾਰਿਆਂ ਨੂੰ ਆਪਾਂ ਨੂੰ ਰਲ ਮਿਲ ਕੇ, ਕੁਝ ਸਾਡੀ ਪਾਲਿਸੀ ਦੇ ਵਿੱਚ ਸਾਨੂੰ ਥੋੜਾ ਮਗਰ ਮੁੜਨਾ ਪੈਣਾ, ਕੁਝ ਤੁਸੀਂ ਥੋੜਾ ਮਗਰ ਮੁੜੋ ਤਾਂ ਕਿ ਆਪਾਂ ਆਪਣੇ ਅੰਦੋਲਨ ਨੂੰ ਠੀਕ ਦਿਸ਼ਾ ਵੱਲ ਲੈ ਸਕੀਏ। ਜਿੱਥੇ ਤੱਕ ਚੜੂਨੀ ਵਾਲੇ ਬਿਆਨਾਂ ਦਾ ਸਵਾਲ ਹੈ, ਉਹਨਾਂ ਨੇ ਬਿਆਨ ਜ਼ਰੂਰ ਇਹੋ ਜਿਹੇ ਮੈਂ ਵੀ ਸੁਣਿਆ, ਪਰ ਮੈਨੂੰ ਐ ਲੱਗਦਾ ਵੀ ਉਹਨਾਂ ਦਾ ਨਾਲ ਦੀ ਨਾਲ ਕੱਲ ਦਾ ਇੱਕ ਇਹ ਵੀ ਬਿਆਨ ਆ ਰਿਹਾ ਕਿ ਮੈਂ ਮੋਰਚੇ ਦੀਆਂ ਹਰ ਪ੍ਰੋਗਰਾਮ ਉਹਨਾਂ ਦੇ ਮੁਤਾਬਕ ਲਾਗੂ ਕਰੂੰਗਾ। ਹਾਂਜੀ ਹਾਂਜੀ ਹਾਂਜੀ, ਤੇ ਮੋਰਚੇ ਦੇ ਵਿੱਚ ਉਵੇਂ ਸ਼ਮੂਲੀਅਤ ਕਰੂੰਗਾ। ਕੋਈ ਗੱਲ ਨਹੀਂ, ਮੈਨੂੰ ਲੱਗਦਾ ਲੋਕ ਵੀ ਇਹੀ ਚਾਹੁੰਦੇ ਆ ਜੋ ਆਪਾਂ ਸੋਚਦੇ ਆ। ਲੋਕ ਵੀ ਇਹ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਕਾਲੇ ਕਾਨੂੰਨ ਰੱਦ ਕਰਾਉਣ ਵਾਲੀ ਜਿਹੜੀ ਗੱਲ ਹੈ ਇਹ ਸਿਰੇ ਲਾਉਣੀ ਚਾਹੀਦੀ ਹੈ। ਇਹ ਲੋਕ ਵੀ ਉਹ ਜਥੇਬੰਦੀਆਂ ਨੂੰ ਸਵਾਲ ਕਰਕੇ ਇੱਧਰ ਨੂੰ ਮੋੜਨਗੇ। ਇਧਰ ਸੰਯੁਕਤ ਮੋਰਚੇ ਦਾ ਵੀ ਇਹ ਹੈਗਾ ਹੀ ਆ ਵੀ ਜਿੱਥੇ ਤੱਕ ਵੱਧ ਤੋਂ ਵੱਧ ਕਮੇਟੀ ਬਣਾ ਕੇ ਸਮਝਾ ਕੇ ਉਹਨਾਂ ਨੂੰ ਮੋੜ ਕੇ ਇਸ ਘੋਲ ਨੂੰ ਵੱਡਾ ਰੱਖਿਆ ਜਾਵੇ ਉਨੇ ਹੀ ਵਧੀਆ। ਕਿਉਂਕਿ ਮੈਂ ਸਮਝਦਾ ਵੀ ਜਿਹੜੇ ਲੋਕ ਇਹ ਨੀਤੀਆਂ ਨੂੰ ਸਮਝਦੇ ਆ ਕਿ ਕਾਰਪੋਰੇਟ ਘਰਾਣਿਆਂ ਦੀਆਂ ਬਣਾਈਆਂ ਨੀਤੀਆਂ ਵੱਡੇ ਲੋਕਾਂ ਦੇ ਫਾਇਦੇ ਲਈ ਨੇ, ਜਿਹੜੇ ਲੋਕ ਇਹ ਸਮਝਦੇ ਆ ਕਿ ਇਹ ਹਮਲਾ ਬਹੁਤ ਵੱਡਾ ਹੈ, ਇਹਦੇ ਨਾਲ ਲੜੇ ਤੋਂ ਬਿਨਾਂ ਸਰਨਾ ਨਹੀਂ, ਉਹ ਬਾਹਰੇ ਨਹੀਂ ਰਹਿ ਸਕਦੇ। ਮੋਰਚੇ ਦੇ ਪ੍ਰੋਗਰਾਮਾਂ ਦੇ ਆਲੇ ਦੁਆਲੇ ਰਹਿ ਕੇ, ਨਾਲ ਰਹਿ ਕੇ ਚੱਲਣਾ ਪੈਣਾ। ਉਹਨਾਂ ਨੂੰ ਬਿਆਨ ਨੇ ਜਿਹੜੇ ਆਪਦੇ ਉਹਨਾਂ ਤੇ ਸੋਚਣਾ ਪੈਣਾ, ਗੌਰ ਕਰਨੀ ਪੈਣੀ ਹੈ, ਕਿਉਂਕਿ ਬਿਆਨਾਂ ਨਾਲ ਕਮਜ਼ੋਰੀ ਤਾਂ ਕਿਤੇ ਨਾ ਕਿਤੇ ਅੰਦੋਲਨ ਦੇ ਵਿੱਚ ਨਜ਼ਰ ਆਉਂਦੀ ਹੈ, ਪਰ ਕਮਜ਼ੋਰੀਆਂ ਤੋਂ ਬਾਅਦ ਅਸੀਂ ਫਿਰ ਵੀ ਮੈਨੂੰ ਆਸ ਹੈ ਕਿ ਉਹ ਕਮਜ਼ੋਰੀ ਨੂੰ ਪੂਰਤੀ ਕਰਨ ਵੱਲ ਆਪਾਂ ਵਧਾਂਗੇ। ਕਿਉਂਕਿ ਹੁਣ ਇਹ ਮੋਰਚਾ ਜਿਸ ਹਾਲਤ 'ਚ ਪਹੁੰਚ ਗਿਆ ਨਾ, ਕੋਈ ਵੀ ਜਥੇਬੰਦੀ ਅਲੱਗ ਜਿਹਨੇ ਮਰਜ਼ੀ ਬਿਆਨ ਦੇ ਲੇ, ਜੇ ਸੰਯੁਕਤ ਮੋਰਚੇ ਨੇ ਸਟੈਂਡ ਇਸੇ ਤਰ੍ਹਾਂ ਬਰਕਰਾਰ ਰੱਖਿਆ, ਉਹਦੀ ਕਿਤੇ ਵੀ ਦਾਲ ਨਹੀਂ ਗਲਣੀ। ਕਿਉਂਕਿ ਇਹ ਸੁਭਾਵਨਾ ਨੇ ਜਿਹੜੀਆਂ ਵੱਧ ਪੈ ਗਈਆਂ। ਲੋਕ ਪਹਿਲਾਂ ਦੇਖੋ, ਸ਼ੁਰੂ ਤੋਂ ਦੇਖਦੇ ਆ ਕਿੰਨੇ ਵਿੰਗੇ ਟੇਢੇ ਬਿਆਨ, ਜਿੱਥੋਂ ਤੋਂ ਲੈ ਕੇ 26 ਵਾਲੀਆਂ ਘਟਨਾ ਤੋਂ ਬੜੇ ਲੋਕਾਂ ਨੇ ਪ੍ਰਚਾਰ ਉਲਟ ਕਰਿਆ। ਕਿੱਧਰ ਗਏ ਉਹ ਅੱਜ? ਬਾਰਡਰਾਂ ਦੇ ਕਿਤੇ ਥਿਆਉਂਦੇ ਨਹੀਂ ਨਾ ਬਿਆਨ ਥਿਆਉਂਦੇ ਬਈ ਉਹਨਾਂ ਦੇ। ਇਸ ਕਰਕੇ ਜਿਹੜੇ ਟੇਢੇ ਵਿੰਗੇ ਬਿਆਨ ਦੇਣਗੇ ਜਾਂ ਹੋਰ ਮਨਸਾ ਨਾਲ ਆਉਣਗੇ ਕਿ ਇਸ ਅੰਦੋਲਨ 'ਚੋਂ ਅਸੀਂ ਕੁਝ ਹੋਰ ਕੱਢਣਾ, ਪਾਰਟੀ ਕੱਢਣੀ ਹੈ, ਜਾਂ ਕੋਈ ਖਾਲਿਸਤਾਨ ਵਰਗੀਆਂ ਬਹੁਤ ਸਾਰੀਆਂ ਗੱਲਾਂ ਲੈ ਕੇ ਵੱਖ-ਵੱਖ ਵਿਚਾਰਾਂ ਦੇ ਬੰਦੇ ਆਉਂਦੇ ਆ, ਉਹ ਆਪਦੇ ਨਿੱਜੀ ਵਿਚਾਰ ਰੱਖ ਸਕਦੇ ਆ। ਪਰ ਇਸ ਟਾਈਮ ਜਿਹੜਾ ਇਹ ਅੰਦੋਲਨ ਹੈ, ਇਹ ਅੰਦੋਲਨ ਨੇ ਉਹ ਮੰਗ ਪੱਤਰ ਨੂੰ ਹੀ ਮੁੱਖ ਮੰਨਿਆ ਹੋਇਆ ਸੰਯੁਕਤ ਮੋਰਚੇ ਨੇ। ਅਸੀਂ ਉਸ ਨਿਸ਼ਾਨੇ ਨੂੰ ਟਿਕ ਕੇ ਚੱਲੇ ਹੋਏ ਆ, ਪਰਵਾਹ ਨਹੀਂ ਮੰਨਦੇ, ਸਿਖਰ ਤੱਕ ਲੈ ਕੇ ਜਾਵਾਂਗੇ, ਕਿਉਂਕਿ ਲੋਕਾਂ ਦੀ ਸਪੋਰਟ ਆਪਣੇ ਨਾਲ ਹੈ। ਜੇ ਕੋਈ ਇੱਕ ਦੀ ਜਥੇਬੰਦੀ ਮਾੜਾ ਮੋਟਾ ਡੇਢ ਬੈਂਕ ਕਰੂਗੀ, ਆਜੂ ਘੁੰਮ ਕੇ, ਨਹੀਂ ਉਹਦੀ ਮਰਜ਼ੀ ਹੈ ਭਾਈ, ਅੱਗੇ ਉਹਨੇ ਕੀ ਸੋਚਣਾ ਹੈ, ਲੋਕ ਆਪੇ ਫੈਸਲਾ ਕਰ ਲੈਣਗੇ ਕਿ ਕਿਹਦੀ ਗੱਲ ਠੀਕ ਸੀ ਤੇ ਕਿਹਦੀ ਗੱਲ। ਬਿਲਕੁਲ ਬਿਲਕੁਲ ਸਾਥੀ ਜੀ, ਕਿਹੋ ਜੀ ਨਾਲ ਮਿਲਦੀ ਜੁਲਦੀ ਗੱਲ ਹੈ। ਇਹ ਭੱਦਰ ਪੁਰਸ਼ ਨੇ ਹਰਦੀਪ ਸਿੰਘ ਡਿਬਡਵਾ, ਅਸੀਂ ਉਹਨਾਂ ਨਾਲ ਪੂਰੀ ਸਹਾਨੁਭੂਤੀ ਰੱਖਦੇ। ਉਹਨਾਂ ਦਾ ਪੋਤਾ ਨਵਦੀਪ ਸਿੰਘ ਸ਼ਹੀਦ ਹੋਇਆ ਇਸ ਸੰਘਰਸ਼ ਦੇ ਵਿੱਚ, ਉਹ ਬਿਲਕੁਲ ਅਸੀਂ ਉਹਦੇ ਨਾਲ ਪੂਰੀ ਸਿੰਪਥੀ ਰੱਖਦੇ ਹਾਂ। ਪਰ ਇਹਨਾਂ ਦੀ ਜਿਹੜੀ ਬਿਆਨਬਾਜ਼ੀ ਤੇ ਬਹੁਤ ਸਾਥੀ ਜੀ ਮੇਰੇ ਖਿਆਲ ਸਿੱਧਾ ਇਹਨਾਂ ਨੇ ਗੁਰਾਹਾਂ ਤੇ ਵੀ ਅਟੈਕ ਕੀਤਾ ਹੈ। ਮਤਲਬ ਇਹ ਕਹਿ ਰਹੇ ਨੇ ਕਿ ਪਿਛਲੇ 40 ਸਾਲਾਂ ਤੋਂ ਜਿੰਨੇ ਅੰਦੋਲਨ ਚੱਲੇ ਸਾਰੇ ਵਿਕੇ ਨੇ। ਕਹਿੰਦੇ ਮੈਂ ਡਾਂਕੇ ਦੀ ਚੋਟ ਤੇ ਕਹਿ ਸਕਦੇ ਕਿ ਇਹ ਸੰਘਰਸ਼ ਵੇਚ ਦਿੱਤਾ ਗਿਆ ਆ, ਇਹ ਵੇਚ ਦਿੱਤਾ ਗਿਆ ਆ। ਤੇ ਉਹ ਜਿਹੜੀ ਕਿਸਾਨ ਸੰਸਦ ਹੋਈ ਆ ਉਹਦੇ ਤੇ ਵੀ ਉਹਨਾਂ ਨੇ ਬੜੀ ਮਤਲਬ ਇੱਕ ਮੰਦੀ ਭਾਸ਼ਾ ਦੇ ਵਿੱਚ ਆਪਣੀ ਬਿਆਨਬਾਜ਼ੀ ਕੀਤੀ। ਮੈਂ ਸਾਰੀ ਤੇ ਨਹੀਂ ਪੜ੍ਹਨਾ ਚਾਹੁੰਦਾ। ਇੱਕ ਉਹਨਾਂ ਨੇ ਆਪਣੀ ਜਥੇਬੰਦੀ ਵੀ ਆਪਣੀ ਖੜੀ ਕੀਤੀ ਹੋਈ ਹੈ। ਸੋ ਜੇ ਤੁਸੀਂ ਇਹਦੇ ਬਾਰੇ ਮਤਲਬ ਇਹਦੇ ਬਾਰੇ ਤੁਸੀਂ ਸਾਥੀ ਕੀ ਮੇਰੇ ਖਿਆਲ ਤੁਸੀਂ ਸ਼ਾਇਦ ਜਵਾਬ ਦੇ ਹੀ ਦਿੱਤਾ ਹੈ, ਪਰ ਫਿਰ ਵੀ ਇਹੋ ਜਿਹੇ ਜਿਹੜੇ ਜਵਾਬ ਇਹੋ ਜਿਹੀ ਗੱਲ ਕਰਨੀ ਕਿ ਪਿਛਲੇ 40 ਸਾਲਾਂ ਦੇ ਵਿੱਚ ਸਾਰੇ ਸੰਘਰਸ਼ ਵਿਕੇ ਹੈ। ਸਾਡੀ ਜਿਹੜੀ ਲਿਸਟ ਆ ਉਹ ਜੇ ਉਗਰਾਹਾਂ ਦੀ ਕੱਲੀ ਗਾਰੀ ਕਰੇ ਬਹੁਤ ਲੰਬੀ ਲਿਸਟ ਆ ਜਿਹੜੇ ਸੰਘਰਸ਼ ਅਸੀਂ ਜਿੱਤੇ ਹੈ। ਸੋ ਕੀ ਤੁਸੀਂ ਕੀ ਕਹਿਣਾ ਚਾਹੋਗੇ ਹਰਦੀਪ ਸਿੰਘ ਡਿਬਡਵਾ, ਜਿਹੜੇ ਇਹ ਬਜ਼ੁਰਗ ਜਿਹੜੇ ਬਿਆਨ ਦੇ ਰਹੇ ਨੇ?
ਪਹਿਲੀ ਗੱਲ ਤਾਂ ਦੇਖੋ ਇਹ ਹੈ, ਉਸ ਪਰਿਵਾਰ ਦਾ ਜਿਹੜਾ ਨੌਜਵਾਨ ਸਾਥੀ ਇਸ ਅੰਦੋਲਨ ਦੇ ਵਿੱਚ ਉਹਦੀ ਮੌਤ ਹੋਈ ਹੈ, ਗੋਲੀ ਲੱਗਣ ਨਾਲ ਹੋਈ ਹੈ, ਸ਼ਹੀਦ ਹੋਇਆ ਜੀ, ਤੇ ਉਸ ਪਰਿਵਾਰ ਦੇ ਮੈਂਬਰ ਵੱਲੋਂ ਜੇ ਇਸ ਅੰਦੋਲਨ ਨੂੰ ਖੜਾ ਕਰਨ ਵਾਲੀਆਂ ਜਥੇਬੰਦੀਆਂ, ਉਹਨਾਂ ਦੇ ਆਗੂਆਂ ਦੇ ਪ੍ਰਤੀ ਕੋਈ ਸ਼ਬਦਾਵਲੀ, ਕੋਈ ਬਿਆਨ ਦਿੱਤੇ ਜਾਂਦੇ ਹਨ, ਉਹ ਮੰਦਭਾਗੇ ਹੈ। ਕਿਉਂਕਿ ਮੰਦਭਾਗੇ ਇਸ ਕਰਕੇ ਹੈ, ਉਹ ਬਿਨਾਂ ਤੱਥਾਂ ਤੋਂ ਗੈਰ ਤਰਕ ਬਿਆਨ ਹੈ। ਉਹ ਬਿਆਨ ਬਿਲਕੁਲ ਜੇ ਆਪਾਂ ਦੇਖਣਾ ਹੋਵੇ ਉਹੀ ਬਿਆਨ ਹੈ ਜੋ ਨਰਿੰਦਰ ਤੋਮਰ ਇਹਨਾਂ ਦੀ ਸਰਕਾਰ ਬੀਜੇਪੀ ਦੀ ਬੋਲਦੀ ਹੈ। ਫਿਰ ਸਾਡਾ ਕੀ ਫਰਕ ਰਹਿ ਗਿਆ? ਉਸ ਡਿਵਟੀਵਾ ਤੇ ਸਰਕਾਰ ਦਾ ਕੀ ਫਰਕ ਰਹਿ ਗਿਆ? ਉਹ ਵੀ ਅੰਦੋਲਨਕਾਰੀਆਂ ਦੇ ਉਲਟ ਬਿਆਨ ਦਿੰਦੇ ਆ ਬੀਜੇਪੀ ਵਾਲੇ, ਤੇ ਇਹ ਵੀ ਦੇਣ ਲੱਗੇ। ਫਿਰ ਇਹਦਾ ਮਤਲਬ ਇਹ ਗੱਲ ਆਪਣੇ ਆਪ 'ਚ ਸਵਾਲ ਖੜੇ ਕਰਦੀ ਹੈ ਵੀ ਅੰਦੋਲਨਕਾਰੀ ਲੋਕ ਨੇ ਜਿਹੜੇ ਉਹ ਵਿਕੇ ਹੋਏ ਨੇ, ਜਾਂ ਅਸੀਂ ਜਿਹੜਾ ਬਿਆਨ ਹੈ ਕਿਸੇ ਬਿਨਾਂ ਤੱਥਾਂ ਤੋਂ ਦੇ ਰਹੇ ਹਾਂ ਤੇ ਅਸੀਂ ਵਿਕੇ ਹੋਏ ਹਾਂ। ਇਹ ਤਾਂ ਉਹ ਗੱਲ ਦਾ ਸਵਾਲ ਖੜੇ ਕਰਦਾ ਹੈ। ਇਹ ਤਾਂ ਉਹ ਗੱਲ ਸੰਕੇਤ ਹੀ ਦੇ ਰਹੀ ਹੈ, ਬੁੱਝਣ ਵਾਲੇ ਬੁੱਝ ਲੈਂਦੇ ਆ। ਜੇ ਵਿਕੇ ਜੂਗਰਾਹਾਂ ਦਾ ਸਵਾਲ ਆਪਾਂ ਕਰੀਏ, ਇਹਨੂੰ ਇਤਿਹਾਸ ਦੇਖੀਏ, ਇੱਕ ਵੀ ਤੱਥ ਦੇ ਆਧਾਰ ਤੇ ਗੱਲ ਲੈ ਆਉਣ, ਸਾਫ਼ ਕਰ ਦੇਣ ਕਿ ਟਰਾਈਡੈਂਟ ਘੋਲ ਦੇ ਵਿੱਚੋਂ ਭਾਈ ਵਿਕੇ ਜੂਗਰਾਹਾਂ ਐ ਚੰਦਾ ਲੈ ਗਈ, ਐ ਵਿਕ ਗਈ, ਐ ਆਪਦੇ ਬੰਦਿਆਂ ਨੂੰ ਸੈੱਟ ਕਰ ਗਈ। ਉਦੋਂ ਬਾਅਦ ਆਪਾਂ ਪਿਓਨਾ ਕੰਪਨੀ ਦੇ ਨਾਲ ਇਹ ਥਰਮਲ ਪਲਾਂਟ ਨੂੰ ਜ਼ਮੀਨ ਅਕਵਾਇਰ ਕੀਤੀ ਸੀ ਗੋਬਿੰਦਪੁਰੇ ਦੇ ਵਿੱਚ, ਉੱਥੇ ਅੰਦੋਲਨ ਲੜਿਆ। ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਾਮਜਾ ਦਿਵਾਉਣ ਦਾ ਅੰਦੋਲਨ ਲੜਿਆ, ਨਰਮੇ ਖਰਾਬੇ ਦਾ ਮਾਮਜਾ ਦਿਵਾਉਣ ਲਈ ਅੰਦੋਲਨ ਲੜਿਆ। ਬਿਜਲੀ ਦੇ ਬਿੱਲ ਸਰਕਾਰ ਨੇ ਵਾਅਦਾ ਕੀਤਾ ਸੀ, ਲਾਗੂ ਕਰਤੇ ਸੀ, ਉਹ ਬਿੱਲਾਂ ਦੀ ਮਾਫੀ ਵਾਲਾ ਲੜਾਈ ਲੜੀ। ਪਰਾਲੀ ਦੇ ਮੁੱਦੇ ਤੇ ਲੜੀ। ਕਿੰਨੀਆਂ ਲੜਾਈਆਂ ਨੇ ਪੰਜਾਬ ਦੇ ਅੰਦਰ। ਇਹ ਬੈਂਕਾਂ ਲੈ ਜਾਂਦੀਆਂ ਸੀ ਕਿਸਾਨਾਂ ਨੂੰ ਕਰਜ਼ੇ ਬਦਲੇ ਗ੍ਰਿਫਤਾਰ ਕਰਕੇ, ਉਹਨਾਂ ਨੂੰ ਰਿਹਾ ਕਰਾਇਆ। ਦੱਸ ਦੇਣ ਇੱਕ ਪਰਿਵਾਰ ਵੀ ਇਹ ਤੋਂ ਪੈਸੇ ਲੈ ਕੇ ਵਿਕੇ ਜੂਗਰਾਹਾਂ ਵਾਲਿਆਂ ਨੇ ਐਂ ਕੀਤਾ, ਜਾਂ ਸਰਕਾਰ ਤੋਂ ਐਂ ਪੈਸਾ ਲੈ ਲਿਆ। ਜੇ ਵਿਕਣ ਵਾਲੀ ਤੇ ਝੁਕਣ ਵਾਲੀ ਜਥੇਬੰਦੀ ਹੁੰਦੀ ਫਿਰ ਇੰਨੇ ਸਾਥੀ ਸ਼ਹੀਦ ਕਰਾਉਣ ਦੀ ਲੋੜ ਨਹੀਂ ਸੀ ਪੈਣੀ। ਬਹੁਤ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਅੰਦਰ। ਸਾਧੂ ਸਿੰਘ ਤਖਤਪੁਰਾ ਸੂਬੇ ਦੇ ਸੰਗਠਨ ਸਕੱਤਰ ਸੀਗੇ ਜੀ, ਬਿਲਕੁਲ। ਇਹਨਾਂ ਦੇ ਸਾਬਕਾ ਐਮਐਲਏ ਵੀਰ ਸਿੰਘ ਲੋਪੋਕੇ ਦੇ ਬਦਮਾਸ਼ਾਂ ਨੇ ਜ਼ਮੀਨਾਂ ਦੀ ਲੜਾਈ ਤੇ ਅੰਮ੍ਰਿਤਸਰ ਦੇ ਅੰਦਰ ਕਤਲ ਕਰਵਾਤਾ ਸੀ। ਫਿਰ ਆਗੂ ਕਤਲ ਨਹੀਂ ਹੁੰਦੇ ਕਿਸੇ ਵੀ ਜਥੇਬੰਦੀ ਦੇ। ਜੇ ਵਿਕਣ ਵਾਲੀ ਜਥੇਬੰਦੀ ਹੋਵੇ ਫਿਰ ਤਾਂ ਉਹਨੂੰ ਪੈਸੇ ਦਾ ਲਾਲਚ ਦੇ ਕੇ ਖਰੀਦਿਆ ਜਾ ਸਕਦਾ, ਬੰਦੇ ਮਾਰਨ ਦੀ ਲੋੜ ਹੀ ਨਹੀਂ ਪੈਂਦੀ। ਇਹ ਪ੍ਰਿਥੀਪਾਲ ਦਾ ਉਹ ਡਕੌਂਦਾ ਜਥੇਬੰਦੀ ਨਾਲ ਸੰਬੰਧਿਤ ਸੀ ਵੀਰ। ਉਹ ਖੁਦਕੁਸ਼ੀਆਂ ਦੇ ਮੁੱਦੇ ਤੇ ਆਪਣਾ ਖੁਦਕੁਸ਼ੀਆਂ ਦੇ ਨਹੀਂ ਸੌਰੀ ਉਹ ਕੁਰਕੀਆਂ ਦੇ ਮੁੱਦੇ ਦੇ ਉੱਤੇ ਉਹਦਾ ਕਤਲ ਕੀਤਾ ਸੀ। ਕੁਰਕੀ ਉਹਦੇ ਕਿਸਾਨ ਦੀ, ਗਰੀਬ ਕਿਸਾਨ ਦੀ ਜ਼ਮੀਨ ਦੀ ਲੈ ਕੇ ਆਇਆ ਸੀਗਾ। ਇਸ ਤਰ੍ਹਾਂ ਦੀਆਂ ਘਟਨਾਵਾਂ ਜ਼ਿਕਰ ਕਰਦੀਆਂ ਕਿ ਜੇ ਅਸੀਂ ਵੇਚਣ ਵਾਲੇ ਹੋਈਏ, ਝੁਕਣ ਵਾਲੇ ਹੋਈਏ, ਫਿਰ ਸ਼ਹੀਦੀਆਂ ਪਾਉਣ ਦੀ, ਕੁਰਬਾਨੀਆਂ ਦੇਣ ਦੀ ਕੀ ਲੋੜ ਹੈ? ਜੀ ਬਿਲਕੁਲ ਸਾਥੀ ਜੀ, ਮੈਂ ਗਲਤ ਨਾ ਹੋਵਾਂ ਤੇ ਉਗਰਾਹਾਂ ਜਥੇਬੰਦੀ ਦੇ ਘੱਟੋ ਘੱਟ 27 ਬੰਦੇ ਇਸ ਤਰੀਕੇ ਨਾਲ ਕਤਲ ਕੀਤੇ ਗਏ ਆ ਸੰਘਰਸ਼ਾਂ ਦੇ ਵਿੱਚ। ਬਿਲਕੁਲ। ਤੋ ਹਾਂਜੀ ਸਾਥੀ ਜੀ, ਇਹ ਕੁਛ ਚੱਲ ਰਿਹਾ। ਮੈਂ ਚਾਹੁੰਦਾ ਸੀਗਾ ਵੀ ਇਹ, ਕਿਉਂਕਿ ਅਸੀਂ ਬਿਲਕੁਲ ਵੀ ਚਾਹੁੰਦੇ ਨਹੀਂ ਹੈ ਵੀ ਮੁੜ ਕੇ ਇਹ ਲੋਕੀ ਜਿਹੜੇ ਇਹ ਵਿਰੋਧ ਦੇ ਵਿੱਚ ਇਹੋ ਜਿਹੀ ਬਿਆਨਬਾਜ਼ੀ ਕਰ ਰਹੇ ਆ, ਲੋਕੀ ਗੁੰਮਰਾਹ ਹੋ ਕੇ ਇਹਨਾਂ ਦੇ ਪਿੱਛੇ ਲੱਗਣ ਤੇ ਮੁੜ ਕੇ ਉਹ 26 ਜਨਵਰੀ ਵਾਲੀ ਇਹੋ ਜਿਹੀ ਕੋਈ ਘਟਨਾ ਸਾਹਮਣੇ ਆਵੇ। ਮੈਨੂੰ ਲੱਗਦਾ ਨਹੀਂ ਵੈਸੇ ਉਹ ਆਊਗੀ, ਇਹੋ ਜਿਹਾ ਕੁਝ ਹੋ ਸਕਦਾ ਕਿਉਂਕਿ ਮੋਰਚਾ ਪੂਰੇ ਆਪਣੇ ਜੜੀਆਂ ਫੜ ਚੁੱਕਿਆ। ਤਾਂ ਸਾਥੀ ਜੀ, ਅਖੀਰ ਦੇ ਵਿੱਚ ਜੇ ਕੋਈ ਮੇਰੇ ਕੋਲੋਂ ਗੱਲ ਰਹਿ ਗਈ ਹੋਵੇ, ਤੁਸੀਂ ਆਪਣਾ ਅਖੀਰ ਦੇ ਵਿੱਚ ਕੀ ਤੁਸੀਂ ਸੁਨੇਹਾ ਆਪਣੇ ਵੱਲੋਂ, ਆਪਣੀ ਜਥੇਬੰਦੀ ਵੱਲੋਂ, ਸੰਯੁਕਤ ਕਿਸਾਨ ਮੋਰਚੇ ਵੱਲੋਂ ਤੁਸੀਂ ਸਾਡੇ ਨਿਊਜ਼ੀਲੈਂਡ ਦੇ ਸਰੋਤੇ ਜਾਂ ਸਾਨੂੰ ਇਸ ਟਾਈਮ ਲਾਈਵ ਦੁਨੀਆ ਭਰ 'ਚ ਜਿਹੜੇ ਸੁਣ ਰਹੇ ਨੇ ਕਿਸਾਨ ਸੰਘਰਸ਼ ਤੋਂ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਲਾਸਟ ਦੇ ਵਿੱਚ ਮੈਂ ਇੱਕੋ ਹੀ ਸੁਨੇਹਾ ਦੇਣਾ ਚਾਹੁੰਦਾ ਸੰਯੁਕਤ ਮੋਰਚੇ ਵਾਲੀਆਂ ਜਥੇਬੰਦੀਆਂ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਜੇ ਆਪਾਂ ਗੱਲ ਕਰੀਏ ਖਾਸ ਕਰ ਜੀ, ਇੱਕੋ ਹੀ ਸੁਨੇਹਾ ਦੇਣਾ ਚਾਹੁੰਦਾ ਕਿ ਭਰਾਵੋ, ਜਿਸ ਸਮਝ ਦੇ ਨਾਲ, ਸਿਆਣਪ ਦੇ ਨਾਲ ਇਹ ਅੰਦੋਲਨ ਲੜਿਆ ਜਾ ਰਿਹਾ ਹੈ ਜੀ, ਇਹ ਅੰਦੋਲਨ ਇਹੋ ਜਿਹਾ ਅੰਦੋਲਨ ਹੈ ਜਿਹੜੀ ਲੀਡਰਸ਼ਿਪ ਅੱਗੇ ਲੱਗੀ ਹੋਈ ਹੈ ਉਹ ਟੇਬਲ ਟਾਕ ਤੇ ਝੁੱਕ ਕੇ ਨਹੀਂ ਆਏਗੀ, ਜਿੱਤ ਕੇ ਆਏਗੀ। ਭਰੋਸਾ ਕਿਸੇ ਦੇ ਕਰਨ ਦੀ ਲੋੜ ਨਹੀਂ ਟੇਢੇ ਵਿੰਗੇ ਬਿਆਨਾਂ ਤੇ। ਸੰਯੁਕਤ ਮੋਰਚੇ ਤੇ ਭਰੋਸਾ ਰੱਖੋ, ਜਿੱਤ ਯਕੀਨੀ ਹੋਏਗੀ, ਕਿਉਂਕਿ ਇਸ ਗੱਲ ਦੀ ਵਿਸ਼ਵਾਸ, ਭਰੋਸਾ ਸਾਨੂੰ ਕਰਨਾ ਪੈਣਾ ਹੈ। ਤੇ ਇਸ ਗੱਲ ਤੇ ਸਾਨੂੰ ਵਿਸ਼ਵਾਸ ਹੈ ਵੀ ਜੇ ਅਸੀਂ ਟੇਬਲ ਤੇ ਮਜ਼ਬੂਤ ਹਾਂ, ਥੱਲੋਂ ਲੋਕਾਂ ਦੀ ਸਪੋਰਟ ਸਾਡੇ ਨਾਲ ਮਜ਼ਬੂਤ ਹੈ, ਸਾਨੂੰ ਇਹ ਉਲਟ ਬਿਆਨਾਂ ਦੇ ਪਿੱਛੇ ਲੱਗ ਕੇ ਘਬਰਾ ਨਹੀਂ ਹੋਣਾ ਚਾਹੀਦਾ। ਟੇਕ ਰੱਖਣੀ ਚਾਹੀਦੀ ਉਸ ਲੀਡਰਸ਼ਿਪ ਤੇ ਜਿਹੜੀ ਇਸ ਘੋਲ ਨੂੰ ਹੁਣ ਤੱਕ ਲੈ ਕੇ ਆਈਏ, ਤਾਂ ਜ਼ਰੂਰ ਚੰਗੇ ਰਿਜ਼ਲਟ ਆਪਣੇ ਆਉਣਗੇ ਜੇ ਆਪਾਂ ਸਾਰੇ ਭਰੋਸਾ ਬਣਾ ਕੇ ਚੱਲਾਂਗੇ।
ਬਿਲਕੁਲ ਸੋ ਸਾਰੇ ਸਾਥੀਆਂ ਦਾ ਧੰਨਵਾਦ। ਬਿਲਕੁਲ ਸਾਥੀ ਜੀ, ਬਿਲਕੁਲ ਸਹੀ ਫਰਮਾਇਆ ਤੁਸੀਂ। ਬਿਲਕੁਲ ਸੰਘਰਸ਼ ਜਿੱਤ ਕੇ ਹੀ ਆਪਣੇ ਘਰਾਂ ਨੂੰ ਪਰਤਾਂਗੇ। ਤੋ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਇਨਕਲਾਬ ਜ਼ਿੰਦਾਬਾਦ, ਜਿੱਤ ਲੜਦੇ ਲੋਕਾਂ ਦੀ ਜ਼ਿੰਦਾਬਾਦ। ਧੰਨਵਾਦ ਬਾਈ ਜੀ, ਆਪਦਾ ਬਹੁਤ ਸ਼ੁਕਰੀਆ। ਦੋਸਤੋ ਇਹ ਸਨ ਸਾਥੀ ਜਸਵਿੰਦਰ ਸਿੰਘ ਲੌਂਗੋਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਕਾਰਕੁਨ ਆਗੂ। ਤੋ ਬਹੁਤ ਵਧੀਆ ਗੱਲਬਾਤ ਰਹੀ ਉਹਨਾਂ ਦੀ। ਹਾਂਜੀ ਬਿਲਕੁਲ ਸਾਥੀ ਜੀ, ਗੱਲ ਬਿਲਕੁਲ ਮੈਂ ਕੁਛ ਐਡ ਕਰਨਾ। ਮੈਂ ਥੋੜੀ ਜਿਹੀ ਗੱਲਬਾਤ ਇਹ ਜਿਹੜਾ ਹਰਦੀਪ ਸਿੰਘ ਡਿਬਡਬਾ ਨੇ ਇਹਨਾਂ ਦੀ ਜਿਹੜੇ ਬਿਆਨ ਨੇ ਇਹ ਆਪਣੇ ਆਪ ਦੇ ਵਿੱਚ ਬੜੇ ਜੀ ਅਜੀਬ ਬਿਆਨ ਨੇ ਕਿ ਹੁਣ ਤੱਕ ਪੰਜਾਬ ਵਿੱਚ ਪਿਛਲੇ 40 ਸਾਲਾਂ ਤੋਂ ਜਿੰਨੇ ਅੰਦੋਲਨ ਲੜੇ ਗਏ ਸਾਰੇ ਵਿਕੇ ਨੇ, ਔਰ ਕਹਿੰਦੇ ਇਹਨਾਂ ਲੋਕਾਂ ਨੇ ਹੀ ਵੇਚੇ ਨੇ ਜਿਹੜੇ ਅੰਦੋਲਨ ਕਰ ਰਹੇ ਨੇ। ਔਰ ਕਹਿੰਦੇ ਮੈਂ ਡੰਕੇ ਦੀ ਚੋਟ ਤੇ ਕਹਿੰਦਾ ਵੀ ਇਹ ਸੰਘਰਸ਼ ਨੂੰ ਇਹਨਾਂ ਨੇ ਵੇਚ ਦਿੱਤਾ, ਔਰ ਕਿੱਥੇ ਵੇਚਿਆ, ਜਿਹੜੀ ਜਗ੍ਹਾ ਤੇ ਵੇਚਿਆ ਉਹਦਾ ਵੀ ਮੈਂ ਸਬੂਤ ਦਊਂਗਾ। ਠੀਕ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਪੋਲੀਟੀਕਲ ਹੋਣੀ, ਜਿਹੜੀਆਂ ਚੋਣਾਂ ਆਉਣੀਆਂ ਉਹਦੇ ਵਿੱਚ ਇਹ ਵੱਧ ਚੜ ਕੇ ਹਿੱਸਾ ਲੈਣਗੇ, ਔਰ ਉਹਦੇ ਨਾਲ ਇਹਨਾਂ ਨੂੰ ਜੇ ਚੜੂਨੀ ਵਰਗਿਆਂ ਨਾਲ ਵੀ ਸਮਝੌਤਾ ਜੇ ਕਰਨਾ ਪੈਂਦਾ ਉਹਨਾਂ ਨਾਲ ਕਰਨਗੇ। ਮੈਂ ਸਿਰਫ ਇੱਕ ਰੱਖ ਰਿਹਾ ਸਾਹਮਣੇ ਤੇ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ। ਹਾਂ, ਕਿਸਾਨ ਕਹਿੰਦੇ ਵੀ ਕਿਸਾਨ ਅੰਦੋਲਨ ਨਾਲ ਬਹੁਤ ਵੱਡਾ ਇਹ ਮਜ਼ਾਕ ਕੀਤਾ ਹੈ ਜਿਹੜਾ। ਅਨੂ ਜੀ ਵੇਖੋ ਕਿੰਨੀ ਸਿਆਣਪ ਆ ਸਾਡੇ ਸਾਥੀਆਂ ਦੀ, ਸਾਡੀ ਲੀਡਰਸ਼ਿਪ ਦੀ, ਕਿ ਸੰਸਦ ਦਾ ਜਿਹੜਾ ਇਹਨਾਂ ਨੇ ਸੰਘਰਸ਼ ਕੀਤਾ ਆ ਉਹਦੇ ਵਿੱਚ ਕਿਸੇ ਵੀ ਤਰੀਕੇ ਦੀ, ਜਿਵੇਂ ਅਸੀਂ ਗੱਲ ਕੀਤੀ ਸੀ ਸਾਥੀ ਹਰਨੇਕ ਸਿੰਘ ਮਹਿਮੇ ਉਹਨਾਂ ਨਾਲ ਇਸੇ ਵਿਸ਼ੇ ਦੇ ਉੱਪਰ, ਕਿ ਉਹੋ ਜਿਹਾ ਕੋਈ ਵਰਤਾਰਾ ਮੁੜ ਕੇ ਨਾ ਵਰਤੇ। ਹਰ ਇੱਕ ਨੂੰ ਉਹ ਇੱਕ ਆਇਡੈਂਟੀਟੀ ਕਾਰਡ ਦਿੱਤਾ ਗਿਆ ਹੈ ਕਿ ਜਿਹੜਾ ਵੀ 200 ਬੰਦਾ ਅੰਦਰ ਜਾਂਦਾ ਉਹਦਾ ਚੈੱਕ ਕੀਤਾ ਜਾਵੇ ਕਿ ਸਾਡੇ ਵਿੱਚ ਇਨਫਿਲਟ੍ਰੇਸ਼ਨ, ਦੋਸਤੋ ਜਿਹਨੂੰ ਘੁੱਸ ਪੈਂਟ ਕਹਿੰਦੇ ਆ, ਜਦੋਂ ਵੀ ਕੋਈ ਸੰਘਰਸ਼ ਨੇਪਰੇ ਨਹੀਂ ਚੜਦਾ ਉਹ ਹੇਠਾਂ ਆਉਂਦਾ ਆ, ਉਹ ਹਮੇਸ਼ਾ ਤੁਹਾਡੇ ਵਿੱਚ ਘੁੱਸ ਪੈਂਟ ਕੀਤੀ ਜਾਂਦੀ ਆ। ਆਪਣੀ ਗਦਰ ਲਹਿਰ ਵੇਖ ਲਓ, ਕਰਤਾਰ ਸਿੰਘ ਕੀ ਸੀਗਾ ਉਹਦਾ ਨਾਂ ਜਿਹਨੇ ਸੂਹ ਦਿੱਤੀ ਸੀ ਸਾਰੀ, ਕਿਰਪਾਲ ਸਿੰਘ ਨੇ। ਹਾਂਜੀ, ਸੋ ਬਹੁਤ ਲੰਬਾ ਇਹਦਾ ਇਤਿਹਾਸ ਆ। ਘੁੱਸ ਪੈਂਟ ਨਾਲ ਹੀ ਸੰਘਰਸ਼ ਜਿਹੜੇ ਨੇ ਉਹ ਹਮੇਸ਼ਾ ਡਿੱਗਦੇ ਨੇ। ਸੋ ਉਹ ਉਹਨਾਂ ਨੂੰ ਕਹਿਣ ਡਿਆ ਵੀ ਇਹ ਗੁਲਾਮੀਆਂ, ਕਹਿੰਦੇ ਡਿਬਡਬਾ ਸਾਹਿਬ ਕਹਿੰਦੇ ਨੇ ਵੀ ਇਹ ਗੁਲਾਮੀਆਂ ਜਿਹੜਾ ਗਲੇ 'ਚ ਇਹ ਪਾ ਕੇ ਗਏ ਨੇ, ਇਹ ਗੁਲਾਮੀ ਦਾ ਇਹ ਤੌਖਲਾ ਜਿਹੜਾ ਉਹ ਪਾ ਕੇ ਗਏ ਨੇ। ਤੇ ਕਹਿੰਦੇ ਇਹ ਵੀ ਦਾਅਵਾ ਕਰਦੇ ਨੇ ਕਿ ਜਿਹੜੀ ਇਹਨਾਂ ਨੂੰ ਬੱਸਾਂ ਦਿੱਤੀਆਂ ਗਈਆਂ ਨੇ ਤੇ ਜਿਹੜਾ ਉਹਨਾਂ ਨੂੰ ਸਾਊਂਡ ਸਿਸਟਮ ਦਿੱਤਾ ਗਿਆ ਉਹ ਸਰਕਾਰ ਨੇ ਦਿੱਤਾ ਹੈ। ਫਿਰ ਸਰਕਾਰ ਜੇ ਇੰਨਾ ਕੁਝ ਮੁਹੱਈਆ ਕਰਵਾ ਸਕਦੀ ਹੈ ਤੇ ਕਾਨੂੰਨ ਵੀ ਤੇ ਰੱਦ ਕਰ ਹੀ ਸਕਦੀ ਹੈ ਨਾ ਕਿਸਾਨਾਂ ਦੇ ਕਹਿਣ ਤੇ। ਸਰਕਾਰ ਏਦਾਂ ਹੀ ਕਿਸਾਨਾਂ ਦੇ ਹੱਥਾਂ 'ਚ ਖੇਡਦੀ ਹੋਵੇ ਜੇ ਸਰਕਾਰ। ਹਾਂਜੀ ਇਹ ਤੇ ਉਹ ਜਿਹੜੀ ਇੱਕ ਪਹਿਚਾਣ ਵਾਲੀ ਗੱਲ ਆ ਉਹ ਤੇ ਰੱਖਣੀ ਪਊਗੀ। ਅਗਰ ਅਸੀਂ ਆਪਣੇ ਇਤਿਹਾਸ ਵੱਲ ਦੇਖੀਏ, ਇਤਿਹਾਸਕ ਤੌਰ ਤੇ ਵੀ ਉਹ ਜਦੋਂ ਇਹ ਖੈਰ ਅਸੀਂ ਗੁਰੀਲਾ ਯੁੱਧ ਤੇ ਨਹੀਂ ਕਹਿ ਸਕਦੇ, ਪਰ ਉਹ ਇੱਕ ਨੀਤੀ ਦੇ ਤਹਿਤ ਉਹ ਪਛਾਣ ਬਣਾਈ ਜਾਂਦੀ ਹੈ ਜਦੋਂ ਤੁਸੀਂ ਕਿਸੇ ਚੀਜ਼ 'ਚ ਐਕਟਿਵਲੀ ਫਾਈਟ ਕਰਨਾ ਆ, ਹਮੇਸ਼ਾ ਬਣਾਈ ਜਾਂਦੀ ਹੈ। ਮੋਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਇੱਕ ਤੁਹਾਡੀ ਸੰਸਦ ਦੇ ਸਾਹਮਣੇ ਇੱਕ ਪੈਰਲਲ ਸੰਸਦ ਲੱਗੀ ਜਿਹਦੇ ਵਿੱਚ ਉਹਨਾਂ ਦੀ ਕਿੰਨੇ ਦਿਨ ਹੋ ਗਏ ਨੇ, ਹਫ਼ਤਿਆਂ ਤੋਂ ਉਹਨਾਂ ਦਾ ਲਾਂਤਾਂ ਪਾਈਆਂ ਜਾ ਰਹੀਆਂ ਨੇ, ਔਰ ਦੁਨੀਆ ਸੁਣ ਰਹੀ, ਉਹਨਾਂ ਦੀ ਗੱਲਬਾਤ ਸੁਣ ਰਹੀ ਹੈ। ਉਹ ਹਿੰਦੀ ਭਾਸ਼ਾ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਗੱਲਬਾਤ ਹੋ ਰਹੀ, ਪੰਜਾਬੀ ਦੇ ਵਿੱਚ ਹੋ ਰਹੀ ਹੈ। ਸੋ ਇੰਟਰਨੈਸ਼ਨਲੀ ਇਹ ਜਾਣਿਆ ਜਾ ਚੁੱਕਿਆ ਕਿ ਸ਼ਾਇਦ ਅੱਜ ਇਸ ਕੰਟੈਂਪਰਰੀ ਟਾਈਮਸ ਦਾ ਸਭ ਤੋਂ ਵੱਡਾ ਇੱਕ ਸੰਘਰਸ਼ ਹੈ, ਆਕੂਪੇਸ਼ਨ ਹੈ। ਸੋ ਇਹ ਗਲੋਬਲੀ ਇਹ ਗੱਲ ਮੰਨੀ ਜਾ ਚੁੱਕੀ ਹੈ ਕਿ ਜਿਹੜਾ ਇਹ ਭਾਰਤ ਦੇ ਕਿਸਾਨਾਂ ਦਾ ਸੰਘਰਸ਼ ਹੈ। ਸੋ ਓਬਵੀਅਸਲੀ ਉਹ ਸਰਕਾਰ ਤੇ ਕੁਛ ਨਾ ਕੁਛ ਉਹਦਾ ਫਰਕ ਤੇ ਪਊਗਾ ਨਾ, ਉਹ ਨਰਵਸ ਹੋਊਗੀ ਕਿ ਜਦੋਂ ਗੱਲ ਇੰਟਰਨੈਸ਼ਨਲ ਹੋ ਗਈ ਹੈ। ਹਾਂਜੀ ਅਨੂ ਜੀ, ਹੋਰ ਕਹਿ ਰਹੇ ਕਿ ਇਹ ਲੜਨ ਵਾਲੇ ਜਿਹੜੇ ਲੋਕ ਨੇ ਨਾ, ਉਹਨਾਂ ਦੀ ਇਹ ਸਪਿਰਿਟ, ਅਧਿਆਤਮ, ਉਹਨਾਂ ਨੂੰ ਇਹ ਮਾਰਨਾ ਚਾਹੁੰਦੇ ਨੇ, ਮਤਲਬ ਕਿ ਉਹ ਹਾਰ ਕੇ ਜਿਹੜਾ ਘਰ ਨੂੰ ਚੱਲ ਜਾਣ। ਤੇ ਇੱਕ ਜਿਹੜੀ ਆਪਸ ਚ ਇਹਨਾਂ ਦੀ ਆਖਰੀ ਜਿਹੜੀ ਬੜੀ ਸੈਲਫ ਕੰਟਰਾਡਿਕਟਰੀ ਆਪਾ ਵਿਰੁੱਧ ਜਿਹੜੀ ਸਟੇਟਮੈਂਟ ਆ, ਉਹ ਕਹਿ ਰਹੇ ਨੇ ਕਿ ਮੈਂ ਤੇ ਇਹ ਸੰਘਰਸ਼ ਇਸ ਕਰਕੇ ਸ਼ਾਮਲ ਹੋਇਆ ਸੀ, ਮੈਂ ਤੇ ਇੱਥੇ ਕਿਤਾਬ ਲਿਖਣੀ ਚਾਹੁੰਦਾ ਸੀ ਕਿਉਂਕਿ ਪਹਿਲਾਂ ਵੀ ਕਾਫੀ ਕਿਤਾਬਾਂ ਲਿਖ ਚੁੱਕੇ ਨੇ। ਸੋ ਜੇ ਤੁਸੀਂ ਕਿਤਾਬ ਹੀ ਲਿਖਣੀ ਚਾਹੁੰਦੇ ਸੀ ਤੇ ਫਿਰ ਤੁਹਾਨੂੰ ਘਰ ਬੈਠ ਕੇ ਦੇਖੀ ਜਾਓ, ਅੱਜ ਕੱਲ ਟੈਕਨੋਲੋਜੀ ਦੇ ਥਰੂ ਲੋਕਾਂ ਦੇ ਬਹਿ ਕੇ ਵੇਖੋ ਮੋਰਚਾ ਕਿਵੇਂ ਚੱਲ ਰਿਹਾ ਤੇ ਆਪਣੀ ਕਿਤਾਬ ਲਿਖੋ। ਸੋ ਇਹ ਜਿੰਨੇ ਵੀ ਹੈ ਨੇ ਇਹ ਆਪਣੀਆਂ ਤੁਸੀਂ ਰੋਟੀਆਂ ਭਰਾਵੋ, ਕਿਤੇ ਹੋਰ ਸਿੱਖੋ। ਕਿਸਾਨ ਸੰਘਰਸ਼ ਆਪਣੇ ਬੜੇ ਰੋਹ ਦੇ ਨਾਲ ਚੱਲ ਰਿਹਾ ਔਰ ਇਹ ਇੱਕ ਬਹੁਤ ਵੱਡਾ ਇੱਕ ਚੱਲਦਾ ਹੋਇਆ ਇਹ ਬੁਲਡੋਜ਼ਰ ਵਾ, ਜੋ ਵੀ ਇਹਦੇ ਰਸਤੇ ਚ ਆਊਗਾ ਨਾ ਉਹ ਤੈਸ ਨੈਸ ਹੋਊਗਾ। ਤੁਸੀਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਓ, ਕਿਉਂਕਿ ਜਿਵੇਂ ਸਾਥੀ ਜੀ ਵੀ ਕਹਿ ਕੇ ਗਏ ਨੇ
ਕਿ ਜੇ ਤੁਸੀਂ ਇਹੋ ਜਿਹੀ ਭਾਸ਼ਾ ਬੋਲਦੇ ਆ ਤੇ ਅਸੀਂ ਤੁਹਾਨੂੰ ਇਹੀ ਮੰਨਾਂਗੇ ਕਿ ਤੁਸੀਂ ਬੀਜੇਪੀ ਦੇ ਉਹਨਾਂ ਵਾਲੀ ਗੱਲ ਕਰਦੇ ਹੋ, ਸਾਡੇ ਵਿਰੋਧ ਦੇ ਵਿੱਚ ਤੁਸੀਂ ਇਹ ਕੰਮ ਕਰ ਰਹੇ ਹੋ। ਤੁਹਾਡੇ ਚਾਹੇ ਇੱਛਾ ਤੁਹਾਡੀ ਜਾਣੇ ਅਣਜਾਣੇ ਜੋ ਮਰਜ਼ੀ ਹੋਵੇ, ਅਸੀਂ ਤੁਹਾਨੂੰ ਵਿਰੋਧੀ ਹੀ ਲੈ ਕੇ ਜਿਹੜਾ ਉਹ ਚੱਲਾਂਗੇ। ਸੋ ਇਹ ਮਸਲੇ ਦੇ ਵਿੱਚ ਅਨੂ ਜੀ ਮੈਂ ਇੰਨੀ ਗੱਲ ਕਰਨਾ ਚਾਹੁੰਦਾ ਸੀ। ਜੀ ਠੀਕ ਹੈ। ਤੋ ਇੱਥੇ ਜੋ ਕੁਝ ਚੱਲ ਰਿਹਾ ਸਥਾਨਕ ਸਾਡੇ ਜਿਹੜੇ ਮਾਈਗ੍ਰੈਂਟਸ ਦੇ ਇਮੀਗ੍ਰੇਸ਼ਨ ਦੇ ਮਸਲੇ ਨੇ, ਪਿਛਲੇ 5-6 ਦਿਨਾਂ ਵਿੱਚ ਕਾਫੀ ਕੁਝ ਹੋਇਆ ਆ। ਸੋ ਪਿਛਲਾ ਹਫਤਾ ਤਾਂ ਸਾਰਾ ਹੀ ਲਗਾਤਾਰ ਖਬਰਾਂ 'ਚ ਜਿਹੜਾ ਨੈਸ਼ਨਲ ਮੀਡੀਆ ਆ ਉਹਦੇ ਵਿੱਚ ਇਹ ਇਮੀਗ੍ਰੇਸ਼ਨ ਨੂੰ, ਮਾਈਗ੍ਰੈਂਟਸ ਨੂੰ ਲੈ ਕੇ ਇਸ ਵਕਤ ਸਰਕਾਰ ਕੀ ਕੁਝ ਨਹੀਂ ਕਰ ਰਹੀ, ਕੀ ਉਹਨੂੰ ਕਰਨਾ ਚਾਹੀਦਾ, ਇਸ ਕਿਸਮ ਦੀਆਂ ਹੀ ਖਬਰਾਂ ਰਹੀਆਂ ਨੇ। ਤੋ ਆਪਾਂ ਅਗਰ ਪਿਛਲੇ ਬੁੱਧਵਾਰ ਤੋਂ ਸ਼ੁਰੂ ਕਰੀਏ, ਉਸ ਦਿਨ ਨੈਸ਼ਨਲ ਪਾਰਟੀ ਜਿਹੜੀ ਕਿ ਇੱਥੇ ਆਪੋਜੀਸ਼ਨ ਮੇਨ ਪਾਰਟੀ ਹੈ, ਜਿਹੜੀ ਕਿ 9 ਸਾਲ ਲਗਾਤਾਰ ਸਰਕਾਰ 'ਚ ਰਹੀ ਹੈ, ਮੇਰੇ ਖਿਆਲ 2003 ਜਾਂ 2005 ਤੋਂ ਲੈ ਕੇ 2014 ਤੱਕ ਸ਼ਾਇਦ ਇੱਥੇ ਕਿ ਜੇ 9 ਸਾਲ ਨਹੀਂ 2017 ਸੀਗਾ, ਹਾਂ ਮੇਰੇ ਸਾਲ ਥੋੜਾ ਜਿਹਾ 2008 ਤੋਂ 2017 ਜੀ ਇੰਨਾ ਕੁ ਸੀਗਾ ਟਾਈਮ। ਉਹ ਲਗਾਤਾਰ 3 ਟਰਮ 9 ਸਾਲ ਲਗਾਤਾਰ ਰਹੇ ਨੇ ਗਵਰਨਮੈਂਟ 'ਚ। ਤੋ ਉਸ ਟਾਈਮ ਤੇ ਉਹਨਾਂ ਨੇ ਕਾਫੀ ਕੁਛ ਇਮੀਗ੍ਰੇਸ਼ਨ ਨੂੰ ਲੈ ਕੇ ਇਹੋ ਜਿਹਾ ਕੀਤਾ ਕਿ ਜਿਹੜੀ ਉਹ ਹੁਣ ਜੋ ਅਸੀਂ ਖਲਾਰਾ ਦੇਖ ਰਹੇ ਹਾਂ ਉਹ ਉਦੋਂ ਦਾ ਸ਼ੁਰੂ ਕੀਤਾ ਹੋਇਆ ਆ। ਤੇ ਇਹ ਲੇਬਰ ਦੀ ਕੋalition ਪਹਿਲਾਂ ਜਿਹੜੀ ਸਰਕਾਰ ਆਈ, ਲੇਬਰ ਪਾਰਟੀ, ਨਿਊਜ਼ੀਲੈਂਡ ਫਰਸਟ, ਉਸ ਤੋਂ ਬਾਅਦ ਹੁਣ ਲੇਬਰ ਇਕੱਲੀ ਮੈਜੋਰਿਟੀ ਸਰਕਾਰ ਹੈ, ਇਹਨਾਂ ਨੇ ਉਸ ਖਲਾਰੇ ਨੂੰ ਸਮੇਟਣਾ ਸੀਗਾ, ਪਰ ਉਲਟਾ ਇਹਨਾਂ ਨੇ ਕੁਛ ਨਹੀਂ ਕੀਤਾ ਤਾਂ ਉਹ ਵਧਿਆ ਆ ਖਲਾਰਾ। ਤੋ ਬੀਤੇ ਬੁੱਧਵਾਰ ਨੈਸ਼ਨਲ ਪਾਰਟੀ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਫਾਈਨਲੀ ਜਿਹੜੀ ਆ ਅਨਾਉਂਸ ਕੀਤੀ ਹੈ। ਹਾਂਜੀ, ਉਹ ਪਿਛਲੇ ਜਦੋਂ ਤੋਂ ਉਹ ਬਾਰਡਰ ਬੰਦ ਹੋਇਆ ਉਦੋਂ ਤੋਂ ਮਤਲਬ ਹੁਣ 1 ਸਾਲ ਤੋਂ ਵੱਧ ਹੋ ਗਿਆ, ਪਿਛਲੇ ਸਾਲ ਮਾਰਚ ਅਪ੍ਰੈਲ ਇੱਥੇ ਕਿ ਜੇ ਬਾਰਡਰ ਬੰਦ ਹੋਇਆ, ਤਾਂ ਉਦੋਂ ਤੋਂ ਹੀ ਜਿਹੜੀਆਂ ਆਪੋਜੀਸ਼ਨ ਚ ਪਾਰਟੀਜ਼ ਨੇ ਉਹ ਸਾਰੀਆਂ ਗੱਲਬਾਤ ਕਰ ਰਹੀਆਂ ਨੇ। ਗ੍ਰੀਨਜ਼ ਨੇ ਤਾਂ ਅੱਜ ਤੋਂ 3-4 ਮਹੀਨੇ ਪਹਿਲਾਂ ਆਪਣੀ ਪਾਲਿਸੀ ਅਨਾਉਂਸ ਕਰਤੀ ਸੀ। ਤੋ ਨੈਸ਼ਨਲ ਪਾਰਟੀ ਦੇ ਵੀ ਐਰਿਕਾ ਸਟੈਨਫੋਰਡ MP ਨੇ ਜਿਹੜੇ ਇਮੀਗ੍ਰੇਸ਼ਨ ਸਪੋਕਸਪਰਸਨ ਨੇ, ਉਹ ਬਹੁਤ ਪੋਪੂਲਰ ਨੇ ਔਰ ਬਹੁਤ ਵਧੀਆ ਗੱਲ ਕਰਦੇ ਨੇ। ਜਿਹੜੀ ਸਮੱਸਿਆ ਹੈ, ਜਿਹੜੀ ਪ੍ਰੋਬਲਮ ਹੈ, ਉਹਦੀ ਹੀ ਜ਼ਿਆਦਾਤਰ ਗੱਲ ਕਰਦੇ ਨੇ। ਤੋ ਸੋਲੂਸ਼ਨ ਕੋਈ ਉਹਨਾਂ ਨੇ ਬਹੁਤੇ ਆਫਰ ਨਹੀਂ ਕੀਤੇ। ਤੋ ਕਾਫੀ ਟਾਈਮ ਤੋਂ ਸਾਡੀ ਵੀ ਇਹ ਕੋਸ਼ਿਸ਼ ਸੀ ਕਿ ਇਹ ਆਪਣਾ ਕੁਝ ਅਨਾਉਂਸ ਕਰਨ ਨਾ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਗਰ ਇਹ ਸਰਕਾਰ ਚਾਹੁੰਦੇ ਨੇ ਤਾਂ ਇਹ ਸਾਰੇ ਜਿਹੜੇ ਮਸਲੇ ਨੇ ਉਹਨਾਂ ਦਾ ਹੱਲ ਕਿਸ ਤਰ੍ਹਾਂ ਇਹ ਕਰਨਗੇ। ਤੋ ਪਿਛਲੇ ਬੁੱਧਵਾਰ ਉਹਨਾਂ ਨੇ ਅਨਾਉਂਸ ਕਰ ਦਿੱਤੀ ਆਪਣੀ ਪਾਲਿਸੀ। ਤੋ ਕਾਫੀ ਉਹਨੂੰ ਵਧੀਆ ਕਹਿ ਸਕਦੇ ਹਾਂ। ਉਹਦੇ ਵਿੱਚ ਕਾਫੀ ਕੁਛ ਇਹੋ ਜਿਹਾ ਜਿਹੜਾ ਅਸੀਂ ਪਿਛਲੇ ਕਿੰਨੇ ਸਾਲਾਂ ਤੋਂ ਕੈਂਪੇਨ ਕਰਦੇ ਆ ਰਹੇ ਹਾਂ, ਜੋ ਕੁਛ ਅਸੀਂ ਮੰਗਾਂ ਰੱਖਦੇ ਆ ਰਹੇ ਹਾਂ, ਸਾਰੀਆਂ ਤਾਂ ਨਹੀਂ ਪਰ ਅਸੀਂ ਕਹਿ ਸਕਦੇ ਹਾਂ ਕਿ 60-70% ਉਹ ਕੁਛ ਹੀ ਹੈ ਜੋ ਸਾਡੇ ਵਰਗੀਆਂ ਹੋਰ ਵੀ ਸੰਸਥਾਵਾਂ, ਯੂਨੀਅਨਸ ਜੋ ਮੰਗ ਕਰਦੀਆਂ ਆ ਰਹੀਆਂ ਨੇ। ਤੋ ਉਹਦੇ ਵਿੱਚੋਂ ਇਹ ਇੱਕ ਗੱਲ ਤੇ ਕਿ ਜਿਹੜੇ ਨੈਸ਼ਨਲ ਵੋਟਰ ਨੇ ਉਹਦਾ ਨੋਟਿਸ ਲੈਣ ਕਿ ਇਹਨਾਂ ਨੇ ਕੀ ਅਨਾਉਂਸ ਕੀਤਾ। ਅਗਰ ਅਗਲੀ ਇਲੈਕਸ਼ਨ ਜਾਂ ਜਦੋਂ ਵੀ ਇਹ ਸਰਕਾਰ ਚਾਹੁੰਦੇ ਨੇ ਤਾਂ ਉਹ ਜੋ ਅਨਾਉਂਸ ਇਹਨਾਂ ਨੇ ਕੀਤਾ ਉਹ ਯਾਦ ਰੱਖਿਆ ਜਾਵੇ ਕਿ ਉਹ ਡਿਲੀਵਰ ਕਰਦੇ ਆ ਕਿ ਨਹੀਂ। ਪਰ ਉਹ ਮੇਰਾ ਖਿਆਲ ਇੰਨਾ ਵੱਡਾ ਇਸ਼ੂ ਨਹੀਂ ਹੈ, ਕਿਉਂਕਿ ਉਹ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਜਿਹੜੀ ਪ੍ਰੋਬਲਮ ਇਹਨਾਂ ਨੇ ਕ੍ਰੀਏਟ ਕੀਤੀ ਸੀਗੀ ਉਹਨੂੰ ਇਹ ਹੁਣ ਇਹ ਮਤਲਬ ਅਨਾਉਂਸਮੈਂਟ ਕਰ ਦਿੱਤੀ, ਪਰ ਇਹਨਾਂ ਨਹੀਂ ਕਿਹਾ ਕਿ ਸਾਡੀ ਗਲਤੀ ਸੀ ਕਿ ਅਸੀਂ ਆਪਣੇ 9 ਸਾਲਾਂ 'ਚ ਇਹਦੀ ਇਸ ਚੀਜ਼ ਦੀ ਸ਼ੁਰੂਆਤ ਕੀਤੀ। ਮਤਲਬ ਉਹ ਐਕਨੋਲੇਜਮੈਂਟ ਨਹੀਂ ਹੈ, ਕੋਈ ਮੁਆਫੀ ਨਹੀਂ ਹੈ ਉਹਦੀ। ਇਹ ਵੀ ਭਰੋਸਾ ਰੱਖੋ ਕਿ ਜੇ ਇਹ ਖੁਦ ਪਾਵਰ ਚਾਹੁੰਦੇ ਆ ਨਾ, ਇਹਨਾਂ ਨੇ ਨਹੀਂ ਕਰਨਾ, ਕੁਛ ਨਹੀਂ ਕਰਨਾ। ਹਾਂ, ਪਰ ਚਲੋ ਆਪਾਂ ਜਸਟ ਟੂ ਗਿਵ them benefit of doubt ਆਪਾਂ ਉਹ ਨਹੀਂ ਕਰਦੇ ਗੱਲ। ਸੋ ਖਰਾਬ ਕਿਸ ਤਰ੍ਹਾਂ ਕੀਤਾ ਉਹ ਵੀ ਥੋੜੀ ਜਿਹੀ ਗੱਲ ਕਰ ਲੈਂਦੇ, ਸਾਡੇ ਕੋਲ ਸਮਾਂ ਹੈਗਾ ਆ। ਇੱਕ ਤੇ ਇਹਨਾਂ ਨੇ ਉਹ 2005 ਤੋਂ towards the end of their stay ਇਹਨਾਂ ਨੇ ਸਟੀਵਨ ਜॉयस ਸੀਗੇ ਮੇਨ ਉਦੋਂ, ਜਿਹੜਾ ਇਹਨਾਂ ਨੇ ਬੇਤਹਾਸ਼ਾ ਉਹ ਕਾਲਜ ਖੁੱਲਣ ਦਿੱਤੇ ਔਰ ਉਹਨਾਂ ਕਾਲਜਾਂ ਦਾ ਜ਼ਿਆਦਾਤਰ ਜਿਹੜੇ ਸੀਗੇ, ਸਾਰੇ ਨਹੀਂ, ਕਾਫੀ ਸਾਰੇ ਕਾਲਜਾਂ ਦਾ ਮਿਆਰ ਇੰਨਾ ਘਟੀਆ ਸੀ ਕਿ ਉਹ ਕੁਛ ਜਿਹੜੇ ਸਟੂਡੈਂਟ ਉੱਥੇ ਆ ਕੇ ਪੜ੍ਹਦੇ ਉਹ ਤੁਹਾਨੂੰ ਸਾਰੇ ਦੱਸ ਦੇਣਗੇ ਕਿ ਇੱਕ ਕਮਰਾ ਆ, ਉੱਥੇ 2-4 ਕੁਰਸੀਆਂ ਪਈਆਂ ਨੇ, ਮਤਲਬ ਕੋਈ ਕਲਾਸ ਨਹੀਂ ਲੱਗ ਰਹੀ ਜਿਹੜੇ ਸਟੂਡੈਂਟਸ ਨੇ। ਔਰ ਕਾਫੀ ਵਾਰੀ ਇਸ ਤਰ੍ਹਾਂ ਕਿ ਜਿਹੜਾ ਕਾਲਜ ਦਾ ਓਨਰ ਆ ਉਹਦੇ ਹੋਰ ਬਿਜ਼ਨਸ ਵੀ ਨੇ, ਉਹਦੇ ਹਾਰਟੀਕਲਚਰ ਫਾਰਮਿੰਗ ਦੇ ਬਿਜ਼ਨਸ ਨੇ। ਸੋ ਉਹ ਸਟੂਡੈਂਟ ਜਿਹੜੇ ਪੜ੍ਹ ਨਹੀਂ ਰਹੇ ਉਹ ਖੇਤਾਂ 'ਚ ਕੰਮ ਕਰ ਰਹੇ ਨੇ। ਸੋ ਮਤਲਬ ਇਸ ਕਿਸਮ ਦੇ ਕਾਲਜ ਇਹਨਾਂ ਨੇ ਖੁੱਲਣ ਦਿੱਤੇ, NZQA ਅਪਰੂਵਡ ਕਾਲਜ। ਔਰ ਉਹਦੇ ਵਿੱਚ ਇਹਨੂੰ ਤਰਾਸਦੀ ਜੀ ਇਹ ਹੈ, ਇੱਕ ਮੋਟੀ ਰਕਮ ਖਰਚ ਕੇ
ਜਿਵੇਂ ਸਾਥੀ ਜੀ ਵੀ ਗੱਲ ਕਰਕੇ ਕਹਿੰਦੇ ਭਾਰਤ ਦੀਆਂ $30,000 ਸਾਲ ਦਾ ਪ੍ਰੋਬਲਮ ਨੇ ਉਹਨਾਂ ਤੋਂ ਨਿਜਾਤ ਪਾਉਣ ਲਈ ਇੱਥੇ ਪੱਕੇ ਹੋਣ ਵਾਸਤੇ ਸਰਕਾਰ ਕਹਿੰਦੀ ਸੀ ਕਿ ਵੀ ਤੁਸੀਂ ਇੱਥੇ ਆ ਕੇ ਪੱਕੇ ਹੋਵੋਗੇ, ਇਟ ਕੈਨ ਬੀ ਅ ਪਾਥਵੇ ਟੂ ਰੈਜ਼ੀਡੈਂਸੀ। ਉਹ ਆਪਣੀ ਜ਼ਿੰਦਗੀ ਵਧੀਆ ਬਣਾਉਣ ਆਏ ਆ। ਸੋ ਜੋ ਉਹਨਾਂ ਨਾਲ ਵਾਅਦਾ ਕੀਤਾ ਸੀ ਪਹਿਲਾਂ ਤੇ ਉਹਨਾਂ ਨੂੰ ਮਿਆਰ ਦੀ ਐਜੂਕੇਸ਼ਨ ਦੇਣੀ ਬਣਦੀ ਸੀ, ਸੋ ਉਹ ਐਜੂਕੇਸ਼ਨ ਲੈ ਕੇ ਇੱਥੇ ਆਪਣੇ ਪੱਕੇ ਰਹਿਣ ਦਾ ਪ੍ਰਬੰਧ ਉਹ ਕਰ ਸਕਦੇ। ਸੋ ਇਹ ਜਿਹੜਾ ਬਹੁਤ ਵੱਡਾ, ਜਿਵੇਂ ਸਾਥੀ ਮਾਈਕ ਟਵੀਨ ਕਹਿੰਦੇ ਹੁੰਦੇ ਆ ਕਿ ਇਹ ਬਹੁਤ ਵੱਡਾ ਧੱਕਾ ਕੀਤਾ ਗਿਆ। ਮੈਂ ਇੱਕ ਨਿਊਜ਼ੀਲੈਂਡ ਦਾ ਸਿਟੀਜ਼ਨ ਹੋਣ ਦੇ ਨਾਲ ਨਾਲ ਮੈਂ ਇਸ ਤੇ ਸ਼ਰਮਸਾਰ ਹਾਂ। ਸੋ ਕਮ ਸੇ ਕਮ ਨੈਸ਼ਨਲ ਪਾਰਟੀ ਨੂੰ ਆਪਣੀ ਉਹ ਜਿਹੜੀ ਇਹਨਾਂ ਨੇ ਇਮੀਗ੍ਰੇਸ਼ਨ ਪਾਲਿਸੀ ਅਨਾਉਂਸ ਕੀਤੀ ਹੈ ਉਹਦੇ ਨਾਲ ਇਹ ਜ਼ਰੂਰ ਇਕਬਾਲ ਕਰਨਾ ਚਾਹੀਦਾ ਸੀਗਾ ਕਿ ਸਾਡੇ ਟਾਈਮ ਤੇ ਸਾਡੇ ਕੋਲੋਂ ਆ ਗਲਤੀਆਂ ਹੋਈਆਂ। ਸੋ ਇੱਕ ਤੇ ਜਿਹੜਾ ਕਾਲਜਾਂ ਦਾ, ਉਸ ਤੋਂ ਬਾਅਦ ਜਿਹੜੇ ਆਫਸ਼ੋਰ ਐਜੂਕੇਸ਼ਨ ਏਜੰਟ ਜਿਨ੍ਹਾਂ ਨੂੰ ਇਹ ਸੀਗੀ ਹਦਾਇਤ ਕਿ ਐਸ ਲੌਂਗ ਐਜ਼ ਉਹ ਸਟੂਡੈਂਟ ਵੀਜ਼ਿਆਂ ਤੇ ਇਮੀਗ੍ਰੇਸ਼ਨ ਐਡਵਾਈਸ ਪ੍ਰੋਵਾਈਡ ਕਰਦੇ ਆ, ਉਹਨਾਂ ਹੋਰ ਕੋਈ ਨਹੀਂ ਕਰ ਸਕਦੇ, ਉਹ ਸਿਰਫ ਸਟੂਡੈਂਟ ਵੀਜ਼ੇ, ਪਰ ਉਹਨਾਂ ਨੂੰ ਕੋਈ ਲਾਇਸੈਂਸਿੰਗ ਨਹੀਂ, ਕੋਈ ਰੈਗੂਲੇਸ਼ਨ ਨਹੀਂ, ਕੁਛ ਨਹੀਂ। ਸੋ ਮਤਲਬ ਕਿ ਤੁਸੀਂ ਮਤਲਬ ਖੁੱਲੇ ਛੱਡ ਦਿੱਤੇ। ਔਰ ਉਹਦੇ ਵਿੱਚ ਇਹਨਾਂ ਦੀ ਹੀ ਸਰਕਾਰ ਨੇ ਇਹਨਾਂ ਦੇ ਟਾਈਮ ਤੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਦੋਂ ਇਨਵੈਸਟੀਗੇਸ਼ਨਾਂ ਕਰ ਕਰਕੇ ਉਹ ਬੰਦ ਵੀ ਕੀਤੇ। ਔਰ ਇਹ 2015, 16, 17 ਦੀ ਗੱਲ ਹੈ, ਜਿਸ ਟਾਈਮ ਤੇ ਉਹ ਸਾਡੀ ਕੈਂਪੇਨ ਸੀਗੀ ਸਟੂਡੈਂਟਸ ਦੀ। ਉਹ ਜਿਹੜੇ ਸਟੂਡੈਂਟ ਡਿਪੋਰਟ ਹੋਏ ਸਾਡੇ ਨਾਲ ਤੇ 11 ਹੀ ਸੀਗੇ, ਪਰ 400 ਦੇ ਕਰੀਬ ਜਿਹੜੇ ਆ ਇੰਡੀਅਨ ਸਿਰਫ ਸਟੂਡੈਂਟ ਇੰਟਰਨੈਸ਼ਨਲ ਇਹਨਾਂ ਨੇ ਡਿਪੋਰਟ ਕੀਤੇ, ਇਹ ਜਾਣਦਿਆਂ ਹੋਇਆਂ ਕਿ ਜਿਹੜੇ ਏਜੰਟ ਨੇ ਉਹਨਾਂ ਦੀ ਗਲਤੀ ਆ। ਸੋ ਇਹ ਨੈਸ਼ਨਲ ਪਾਰਟੀ ਦੇ ਟਾਈਮ ਦੀਆਂ ਗੱਲਾਂ ਨੇ, ਇਹਨਾਂ ਦੀ ਸਰਕਾਰ ਦੇ ਟਾਈਮ ਦੀਆਂ। ਸੋ ਇਹ ਸਭ ਤੋਂ ਵੱਡਾ ਧੱਕਾ ਸੀਗਾ ਉਸ ਵਕਤ, ਜਿਹਦੀ ਇਹਨਾਂ ਨੇ ਅੱਜ ਤੱਕ ਕੋਈ ਐਕਨੋਲੇਜਮੈਂਟ ਨਹੀਂ, ਕੋਈ ਮਾਫੀ ਨਹੀਂ, ਕੋਈ ਕਰੈਕਸ਼ਨ ਨਹੀਂ। ਅਗਲੀ ਜਿਹੜੀ ਗੱਲ ਇਹਨਾਂ ਨੇ ਅਕਤੂਬਰ 2016 ਚ ਜਿਹੜੇ ਸਕਿਲਡ ਮਾਈਗ੍ਰੈਂਟ ਕੈਟੇਗਰੀ ਰੈਜ਼ੀਡੈਂਸ ਦੇ ਪੁਆਇੰਟ ਆ 140 ਤੋਂ 160 ਕਰ ਦਿੱਤੇ ਸੀ। ਬਿਲਕੁਲ। ਸੋ ਉਹ ਹੁਣ ਜਿਹੜੀ ਰੈਜ਼ੀਡੈਂਸ ਲੋਕਾਂ ਦੀ ਰੀਚ ਚੋਂ ਬਾਹਰ ਹੋਈ ਪਈ ਆ। ਹੁਣ ਵਾਲਿਆਂ ਨੇ ਤੇ ਚਲੋ ਸਸਪੈਂਡ ਹੀ ਕਰ ਦਿੱਤਾ, ਉਹ ਨਾ ਇਹ ਸੋਨੇ ਤੇ ਸੁਹਾਗਾ ਅੱਗੇ ਨੇਲੇ ਤੇ ਦਿਲ, ਇਹਨਾਂ ਨੇ ਤਾਂ ਬਿਲਕੁਲ ਹੀ ਕਸਰ ਜਿਹੜੀ ਸੀਗੀ ਕੱਢ ਦਿੱਤੀ। ਨੈਸ਼ਨਲ ਪਾਰਟੀ ਨੂੰ ਇਹ ਇਮੀਗ੍ਰੇਸ਼ਨ ਆਪਣੀ ਇਹਨਾਂ ਨੇ ਪਾਲਿਸੀ ਅਨਾਉਂਸ ਕਰ ਦਿੱਤੀ ਆ, ਪਰ ਉਸ ਤੋਂ ਪਹਿਲਾਂ ਸਟੈਪ ਬੈਕ ਲੈ ਕੇ ਐਕਨੋਲੇਜ ਕਰਨਾ ਚਾਹੀਦਾ ਸੀਗਾ ਕਿ ਸਾਡੇ ਟਾਈਮ ਤੇ ਸਾਡੇ ਕੋਲੋਂ ਆ ਗਲਤੀਆਂ ਹੋਈਆਂ, ਅਸੀਂ ਉਹਨਾਂ ਦੀ ਮਾਫੀ ਮੰਗਦੇ ਹਾਂ। ਅਗਰ ਅਸੀਂ ਸਰਕਾਰ ਚਾਹੁੰਦੇ ਹਾਂ ਅਗਲੀ ਵਾਰੀ ਅਸੀਂ ਉਹ ਕਰੈਕਟ ਕਰਾਂਗੇ, ਉਹਨੂੰ ਕਿਸ ਤਰ੍ਹਾਂ ਕਰੈਕਟ ਕਰਾਂਗੇ, ਦੈਟਸ ਵਾਟ ਸ਼ੁਡ ਹੈਵ ਹੈਪਨਡ। ਚਲੋ ਐਨੀਵੇ, ਇਹਨਾਂ ਦੀ ਉਹ ਅਨਾਉਂਸਮੈਂਟ ਕਰਨ ਨਾਲ ਸਰਕਾਰ ਤੇ ਇਸ ਵਕਤ ਪੂਰਾ ਪ੍ਰੈਸ਼ਰ ਬਣਿਆ ਆ। ਸੋ ਬੁੱਧਵਾਰ ਨੂੰ ਇਹਨਾਂ ਦੀ ਅਨਾਉਂਸਮੈਂਟ ਆਉਂਦੀ ਹੈ, ਵੀਰਵਾਰ ਤੋਂ ਸ਼ੁਰੂ ਹੋ ਜਾਓ। ਅਗਰ ਅਸੀਂ ਵੀਰ, ਸ਼ੁੱਕਰ, ਐਤਵਾਰ ਨੂੰ ਕਦੀ ਕੋਈ ਖਾਸ ਇਮੀਗ੍ਰੇਸ਼ਨ ਨੂੰ ਲੈ ਕੇ ਏਦਾਂ ਦੀਆਂ ਕੋਈ ਆਰਟੀਕਲ ਨਹੀਂ ਲੱਗਦੇ ਹੁੰਦੇ, ਪਰ ਬੀਤੇ ਕੱਲ ਦੇ 1-2 ਆਰਟੀਕਲ ਹੈਗੇ ਨੇ। ਇੱਕ ਤਾਂ ਦਲੀਪਾ ਫੋਨਸੇਕਾ ਜਿਹੜੇ ਸਟਫ ਚ ਲਿਖਦੇ ਨੇ ਉਹਨਾਂ ਦਾ ਆ, ਇੱਕ ਹੋਰ ਨੇ ਬਰਨਰਡ ਹਿੱਕੀ ਸਪਿਨ ਆਫ ਚ ਲਿਖਦੇ ਨੇ, ਉਹਨਾਂ ਦਾ ਵੀ ਮੇਰੇ ਖਿਆਲ ਫਰਾਈਡੇ ਜਾਂ ਸੈਟਰਡੇ ਦਾ ਆ। ਸੋ ਉਹ ਲਗਾਤਾਰ ਬੁੱਧਵਾਰ ਤੋਂ ਬਾਅਦ ਜਿਹੜੇ ਪੀਟਰ ਵਿਲਸਨ ਨੇ NZIER ਨਿਊਜ਼ੀਲੈਂਡ ਇੰਸਟੀਚਿਊਟ ਆਫ ਇਕਨੋਮਿਕ ਰਿਸਰਚ, ਜਿਹੜੇ ਕਿ ਸਾਡੀ ਸਮਝ ਮੁਤਾਬਕ ਉਹ 2-3 ਅਸੀਂ ਪਹਿਲਾਂ ਵੀ ਨਾਂ ਲੈ ਚੁੱਕੇ ਹਾਂ ਕਿ ਜਿਹੜੇ ਸਲਾਹਕਾਰ ਨੇ ਇਸ ਸਰਕਾਰ ਦੇ। ਸੋ ਹੁਣ ਇਹ ਸਰਕਾਰ, ਉਹ ਜਿਹੜੇ ਪੀਟਰ ਵਿਲਸਨ ਨੇ ਉਹ 2015 ਤੋਂ ਉਹ NZIER ਚ ਹੈਗੇ ਨੇ। ਸੋ 2015 ਤੋਂ ਮਤਲਬ ਕਿ ਉਦੋਂ ਨੈਸ਼ਨਲ ਪਾਰਟੀ ਦੀ ਸਰਕਾਰ ਸੀਗੀ, 2017 ਚ ਆਉਂਦੀ ਹੈ ਕੋalition। ਸੋ ਉਹ ਪਹਿਲਾਂ ਤੋਂ ਨੇ। ਸੋ ਮਤਲਬ ਇਹ ਕਿ ਉਹ ਸਲਾਹਕਾਰ ਪਹਿਲੀ ਸਰਕਾਰ ਦੇ ਵੀ ਇਹੋ ਹੀ ਸੀਗੇ, ਹੁਣ ਵੀ ਇਹੋ ਹੀ ਨੇ। ਸੋ ਇਸ ਕਰਕੇ ਉਹ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਸੌਰਟ ਆਊਟ ਹੋਣਾ ਚਾਹੀਦਾ, ਠੀਕ ਹੋਣਾ ਚਾਹੀਦਾ, ਉਹ ਨਹੀਂ ਹੋ ਰਿਹਾ, ਕਿਉਂਕਿ ਸਲਾਹਕਾਰ ਉਹੋ ਹੀ ਨੇ, ਚਾਹੇ ਪਾਰਟੀ ਨੈਸ਼ਨਲ ਆ, ਚਾਹੇ ਲੇਬਰ ਆ, ਚਾਹੇ ਨਿਊਜ਼ੀਲੈਂਡ ਫਰਸਟ ਆ। ਅਨੂ ਜੀ, ਤੁਸੀਂ ਅੱਜ ਮੈਨੂੰ ਰੋਕਿਆ ਸੀਗਾ ਕਿ ਬਾਹਲੀ ਆਪਾਂ ਗੱਲ ਨਹੀਂ ਕਰਨੀ, ਇਹਨਾਂ ਤੇ ਆਪਾਂ, ਪਰ ਮੈਂ ਇਹਦੇ ਵਿੱਚ ਸਿਰਫ ਐਡ ਕਰਨੀ ਚਾਹੁੰਦਾ ਕਿ ਜਿਹੜੇ ਦੋਸਤਾਂ ਨੇ ਪਿਛਲੇ ਸਾਡੇ ਜਿਹੜੇ ਪ੍ਰੋਗਰਾਮ ਸੁਣਿਆ, ਜਿਹਦੇ ਵਿੱਚ ਅਸੀਂ ਖਾਸ 3 ਨਾਂ ਮੈਂਸ਼ਨ ਕੀਤੇ ਨੇ, ਪੀਟਰ ਵਿਲਸਨ, ਜੂਲੀ ਫਰਾਈ ਤੇ ਹੇਡਨ ਗਲਾਸ। ਔਰ ਅਸੀਂ ਜਿਹੜੀ ਥਰਸਡੇ ਇਹਨਾਂ ਨੇ ਵੱਡੀ ਜਿਹੜੀ ਕੋਈ ਅਨਾਉਂਸਮੈਂਟ ਕਰੀ, ਉਹਦੀ ਅਸੀਂ ਵੇਟ ਕਰ ਰਹੇ ਹਾਂ। ਜਦ ਕਿ ਮੈਂ ਤੇ ਸੋਚਿਆ ਸੀ ਵੀ ਇਹਨੂੰ ਅੱਜ ਹੀ ਅਸੀਂ ਕਟਹਿਰੇ 'ਚ ਖੜਾ ਕਰਾਂਗੇ ਕਿ ਜਿਸ ਤਰੀਕੇ ਦਾ ਇਸ ਬੰਦੇ ਨੇ ਜਿਸ ਤਰੀਕੇ ਦਾ ਯੂ ਟਰਨ ਮਾਰਿਆ ਹੈ, ਔਰ ਜਿਸ ਤਰੀਕੇ ਦੀ ਇਹਨੇ ਸਾਡੇ ਕੋਲ ਜਿਹੜੀ ਕਿਤਾਬ ਹੈ, ਇਹ ਜਿਹੜਾ ਟਾਈਟਲ ਹੈ, ਇਹ ਜਿਹੜੀ ਕਿਤਾਬ ਇਹਨਾਂ ਨੇ ਜਿਹੜੀ ਲਿਖੀ ਹੈ, ਇਹ ਸਰੋਤੇ ਵੇਖ ਸਕਦੇ ਨੇ। ਇਹ ਜਿਹੜੇ ਇਹ ਸਾਰੇ ਦਾ ਸਾਰਾ ਸਰਕਾਰ ਨੂੰ ਜਿਹੜੀ ਕੀ ਕਹਿੰਦੇ ਨੇ ਕਠਪੁਤਲੀ ਵਾਂਗੂ ਨਚਾਉਣੇ ਵਾਲੇ ਜਿਹੜੇ ਲੋਕ ਨੇ, ਉਹ ਇਹ ਲੋਕ ਨੇ। ਸੋ ਅਸੀਂ ਸਾਰੀ ਜਿਹੜੀ ਗੱਲਬਾਤ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ, ਇਸ ਕਰਕੇ ਥਰਸਡੇ ਤੱਕ ਦੀ ਵੇਟ ਕਰਦੇ ਹਾਂ।
ਜੇ ਥਰਸਡੇ ਨੂੰ ਸਾਡੇ ਕੋਈ ਚੰਗੀ ਅਨਾਉਂਸਮੈਂਟ ਨਹੀਂ ਆਈ ਫਿਰ ਅਸੀਂ ਇਹਨਾਂ ਨੂੰ ਮੁੜ ਕੇ ਕਟਹਿਰੇ ਤੇ ਖੜਾ ਕਰਾਂਗੇ ਔਰ ਇਹਨਾਂ ਦਾ ਡਟ ਕੇ ਅਸੀਂ ਵਿਰੋਧ ਕਰਾਂਗੇ ਇਹਨਾਂ ਲੋਕਾਂ ਦਾ। ਜੇ ਚੰਗੀ ਆ ਵੀ ਗਈ ਉਹ ਪ੍ਰੈਸ਼ਰ ਬਣਾ ਕੇ ਸਾਨੂੰ ਫਿਰ ਵੀ ਰੱਖਣਾ ਪੈਣਾ ਕਿਉਂਕਿ ਹਾਂ ਸੋ ਇਹ ਜਿਹੜੇ ਪੀਟਰ ਵਿਲਸਨ ਨੇ ਸੋ ਇਹਨਾਂ ਦੇ ਹੁਣ ਉਹ ਨੈਸ਼ਨਲ ਪਾਰਟੀ ਦੇ ਉਹ ਅਨਾਉਂਸਮੈਂਟ ਤੋਂ ਬਾਅਦ ਜਿਹੜੇ ਆ ਰਹੇ ਨੇ ਬਿਆਨ ਉਹ ਮੈਂ ਪੜ੍ਹ ਕੇ ਸੁਣਾਉਣਾ ਚਾਹੂੰਗੀ। ਉਹ 3-4 ਜਗ੍ਹਾ ਤੇ ਕੋਟਡ ਆ। ਉਹ ਕਹਿੰਦੇ ਨੇ we think that the government has not found a sensible solution yet to meet the needs of migrants lawfully in New Zealand when the most severe public health crisis over a century hit। ਸੋ ਉਹ ਕਹਿ ਰਹੇ ਨੇ ਕਿ ਜਿਹੜੇ ਲੌਫਲੀ ਇਸ ਵਕਤ ਇੱਥੇ ਨਿਊਜ਼ੀਲੈਂਡ 'ਚ ਲੋਕ ਮੌਜੂਦ ਨੇ ਮਾਈਗ੍ਰੈਂਟਸ ਨੇ ਜਿਹੜੇ ਸਰਕਾਰ ਨੇ ਅਜੇ ਤੱਕ ਉਹਨਾਂ ਦਾ ਕੋਈ ਸੁਲਝਿਆ ਹੋਇਆ ਹੱਲ ਨਹੀਂ ਲੱਭਿਆ। ਹਾਲਾਂਕਿ ਸਰਕਾਰ ਇਹਨਾਂ ਦੀ ਜਿਹੜੀ ਜੋ ਵੀ ਐਡਵਾਈਸ ਕਰਦੇ ਹੋਣਗੇ ਇਹਨਾਂ ਦੇ ਸਲਾਹ ਮਸ਼ਵਰੇ ਨਾਲ ਚੱਲ ਰਹੇ ਸੀਗੇ ਪਰ ਖੈਰ ਚਲੋ ਕੋਈ ਨਹੀਂ ਜੇ ਅਗਰ ਇਹ ਮੋੜਾ ਪਾ ਰਹੇ ਨੇ ਤਾਂ ਸ਼ਾਇਦ ਚੰਗੇ ਵਾਸਤੇ ਹੀ ਹੋਵੇ। ਅੱਗੇ ਕਹਿੰਦੇ ਨੇ ਕਿ Wilson and his colleague Julie Fry have advised the Productivity Commission on their current inquiry into the economic effects of migration। so ਇਹ ਜਿਹੜਾ ਪ੍ਰੋਡਕਟਿਵਿਟੀ ਕਮਿਸ਼ਨ ਦਾ ਵੀ ਚੱਲ ਰਿਹਾ ਰਿਪੋਰਟ ਉਹਦੀ ਅਪ੍ਰੈਲ ਚ ਆਊਗੀ ਅਗਲੇ ਸਾਲ ਉਹਨਾਂ ਦੇ ਵੀ ਇਹ ਸਲਾਹਕਾਰ ਨੇ। ਅੱਗੇ ਵਿਲਸਨ ਕਹਿ ਰਹੇ ਨੇ ਕਿ a compassionate approach consistent with the principles of Manakitanga showing reciprocal respect, generosity and care for others should be applied. It is not too late to do the right thing। so ਇਹ ਮਤਲਬ ਕਹਿ ਮਨਾਕੀ ਤੰਗਾ ਮਾਉਰੀ ਦਾ ਵਰਡ ਆ। ਸੋ ਉਹ ਮਾਉਰੀ ਸੱਭਿਆਚਾਰ 'ਚ ਇੱਕ ਜਿਹੜਾ ਉਹਨਾਂ ਦਾ ਮੰਨਣਾ ਆ ਕਿ ਜਿਹੜੇ ਅਗਰ ਕੋਈ ਤੁਹਾਡਾ ਮਹਿਮਾਨ ਆ ਜਾਂ ਤੁਹਾਡੇ ਕੋਲ ਕੋਈ ਆਉਂਦਾ ਆ ਉਹਦੀ ਤੁਸੀਂ ਆਓ ਭਗਤ ਕਰਨੀ ਆ, ਮਹਿਮਾਨ ਨਵਾਜ਼ੀ ਆ, ਉਹਦਾ ਆਦਰ ਮਾਣ ਸਤਿਕਾਰ ਕਰਨਾ ਆ। ਉਹ ਕਹਿ ਰਹੇ ਨੇ ਕਿ ਉਹ ਜਿਹੜੀ ਇੱਕ ਸੱਭਿਆਚਾਰਕ ਇੱਕ ਵਰਤਾਰਾ ਵਤੀਰਾ ਆ ਉਹ ਅਸੀਂ ਨਹੀਂ ਉਹਦੇ ਤੇ ਅਮਲ ਕੀਤਾ। ਸੋ ਇਹਦੇ 'ਚ ਨਾਲ ਹੀ ਨਾਲ ਇਹਦੇ 'ਚ ਇਹ ਵੀ ਪਿਛਲੇ ਸੋਮਵਾਰ ਜਿਹੜੀ ਅਨਾਉਂਸਮੈਂਟ ਕੀਤੀ ਸੀਗੀ ਪ੍ਰਧਾਨ ਮੰਤਰੀ ਨੇ ਪ੍ਰੈਸ ਕਾਨਫਰੰਸ 'ਚ ਕੈਬਨਿਟ ਮੀਟਿੰਗ 'ਚ ਕਿ ਸੈਪਟੈਂਬਰ ਤੋਂ ਸ਼ੁਰੂ ਹੋ ਕੇ RSC ਵਰਕਰ ਜਿਹੜੇ ਨੇ 3 ਆਈਲੈਂਡਸ ਤੋਂ ਮੇਰਾ ਖਿਆਲ ਉਹ ਕਿਸੇ ਸਾਮੋਆ ਟੋਂਗਾ ਤੇ ਵਾਨੂਆਟੂ ਉੱਥੋਂ ਆ ਸਕਦੇ ਨੇ, ਟਰੈਵਲ ਕਰ ਸਕਦੇ ਨੇ, MIQ ਫੈਸਿਲਿਟੀ 'ਚ ਰਹਿਣ ਦੀ ਲੋੜ ਨਹੀਂ। ਸੋ ਉਹਦੇ ਨਾਲ ਹੀ ਉਹਨਾਂ ਨੇ ਮੇਰੇ ਖਿਆਲ ਇਹ ਵੀ ਅਨਾਉਂਸ ਕੀਤਾ ਸੀਗਾ ਕਿ 12 ਅਗਸਤ ਜਿਹੜਾ ਕਿ ਆਉਂਦਾ ਵੀਰਵਾਰ ਆ ਉਸ ਦਿਨ ਇੱਕ ਵੱਡੀ ਅਨਾਉਂਸਮੈਂਟ ਕਰਨਗੇ। ਸੋ ਹੁਣ ਇਹੋ ਜਿਹੀਆਂ ਜਦੋਂ ਖਬਰਾਂ ਆ ਰਹੀਆਂ ਨੇ ਸੋ ਸਾਨੂੰ ਲੱਗਦਾ ਕਿ ਇਹਦੇ ਆਧਾਰ ਤੇ ਜਿਹੜੀ ਹੋਊਗੀ ਵੱਡੀ ਅਨਾਉਂਸਮੈਂਟ ਹੋਊਗੀ। ਦੇਖਦੇ ਹਾਂ ਕੀ ਆਉਂਦਾ ਉਹਦੇ 'ਚ ਨਾ। ਹਾਂਜੀ ਮੈਂ ਫਿਰ ਬਾਰਡਰਸ ਨੂੰ ਲੈ ਕੇ ਵੀ ਹੋਊਗੀ। ਅਨੂ ਜੀ ਮੈਂ ਬਹੁਤ ਕੁਝ ਕਹਿਣਾ ਚਾਹੁੰਦਾ ਇਸ ਬੰਦੇ ਤੇ ਪਰ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੂੰਗਾ ਕਿ ਇਸ ਬੰਦੇ ਨੇ ਜਾਂ ਇਹਨਾਂ ਦੋਨਾਂ ਨੇ ਆਪਣੀ ਗੱਲਬਾਤ ਤੋਂ ਵੱਡਾ ਯੂ ਟਰਨ ਮਾਰਿਆ। ਸੋ ਇਹਨਾਂ ਦਾ ਜਿਹੜਾ ਉਹ ਪੂਰਾ ਆਰਟੀਕਲ ਆ ਕਈ ਜਗ੍ਹਾ ਤੇ ਛਪਿਆ ਹੋਇਆ ਉਹਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਵੀ ਸਰਕਾਰ ਨੇ ਸਹੀ ਨਹੀਂ ਕੀਤਾ ਔਰ ਸਰਕਾਰ ਤੇ ਦਬਾਅ ਪਾਉਣ ਲਈ ਕਾਫੀ ਕੁਝ ਹੋਇਆ ਆ ਇੱਥੋਂ ਤੱਕ ਕਿ ਪ੍ਰੋਟੈਸਟਸ ਵੀ ਹੋਏ ਨੇ। ਤੋ ਮਤਲਬ ਕਿ ਉਹ ਸਾਰਾ ਕੁਝ ਇਹਨਾਂ ਨੂੰ ਦਿਸਦਾ ਆ। ਇਹ ਜਿਹੜੇ ਐਡਵਾਈਜ਼ਰ ਨੇ ਇਹ ਅੰਨੇ ਬੋਲੇ ਨਹੀਂ ਹੈਗੇ, ਇਹਨਾਂ ਨੂੰ ਦਿਸਦਾ ਵੀ ਆ ਸੁਣਦਾ ਵੀ ਆ। ਹਾਂਜੀ ਸੋ ਇਹ ਹੁਣ ਅਗਰ ਇਹ ਕਹਿ ਰਹੇ ਨੇ ਚਲੋ ਦੇਰ ਆਏ ਦਰੁਸਤ ਆਏ ਅਗਰ ਇਹ ਵੀ ਕਰ ਦੇਣ ਤਾਂ ਮੇਰਾ ਖਿਆਲ ਹੈ ਕਿ ਸ਼ੁਕਰਗੁਜ਼ਾਰੀ ਹੋਣਗੇ ਸਾਰੇ ਲੋਕ ਜਿਹੜੇ ਮਾਈਗ੍ਰੈਂਟਸ ਨੇ। ਸੋ ਜਿਹੜੀ ਨੈਸ਼ਨਲ ਅਨਾਉਂਸਮੈਂਟ ਕੀਤੀ ਆ ਉਹ ਇਹ ਕਹਿ ਰਹੇ ਨੇ ਕਿ 2024 ਤੱਕ ਸ਼ਾਇਦ ਕਿ ਉਹ ਸਾਰੇ ਜਿਹੜੇ ਵੀਜ਼ੇ ਨੇ ਆਟੋਮੈਟਿਕਲੀ ਐਕਸਟੈਂਡ ਕਰ ਦੇਣਗੇ ਪਲੱਸ ਜਿਹੜੀ ਉਹ ਬੈਕਲੌਗ ਜਾਂ ਰੈਜ਼ੀਡੈਂਸੀ ਕਿਊਜ਼ ਦੀ ਉਹਨੂੰ ਫਾਸਟ ਟਰੈਕ ਕਰਨਗੇ, ਹੋਰ ਵੀ ਐਕਸਪਲੋਇਟੇਸ਼ਨ ਹਟਾਉਣਗੇ, ਜਿਹੜੇ ਕੋਵਿਡ ਕੰਟਰੀਬਿਊਸ਼ਨ ਵੀਜ਼ਾ ਲਿਆਉਣਗੇ ਜਿਨ੍ਹਾਂ ਨੇ ਮਤਲਬ ਕਿ ਕੋਵਿਡ ਦੇ ਦੌਰਾਨ ਬਹੁਤ ਕੰਮ ਕੀਤਾ ਆ। ਸੋ ਠੀਕ ਹੈ ਥੋੜੀ ਜਿਹੀ ਹਲਚਲ ਉਹਨਾਂ ਨੇ ਕੀਤੀ ਆ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਆਲਰੇਡੀ ਇੱਥੇ ਨੇ ਉਹਨਾਂ ਨੂੰ ਪਾਥਵੇ ਟੂ ਰੈਜ਼ੀਡੈਂਸੀ ਤੇ ਪਾਇਆ ਜਾਵੇ। ਸੋ ਇਹ ਪੀਟਰ ਵਿਲਸਨ ਵੀ ਕਿ ਇਹ ਵੀ ਸਪੈਸੀਫਿਕਲੀ ਕਹਿ ਰਹੇ ਨੇ ਕਿ ਜਿਹੜੇ ਲੌਫੁਲੀ ਨਿਊਜ਼ੀਲੈਂਡ 'ਚ ਨੇ ਮਤਲਬ ਜਿਹੜੇ ਓਵਰਸਟੇਅਰ ਨੇ ਉਹਨਾਂ ਦੀ ਕੋਈ ਨਹੀਂ ਗੱਲ ਕਰ ਰਿਹਾ ਔਰ ਜਿਹੜੇ ਆਫਸ਼ੋਰ ਸਟੱਕ ਨੇ ਉਹਨਾਂ ਦੀ ਵੀ ਕੋਈ ਗੱਲ ਨਹੀਂ ਕਰ ਰਿਹਾ ਨਾ ਨੈਸ਼ਨਲ ਪਾਰਟੀ ਤਾਂ ਓਪਨਲੀ ਕਹਿ ਰਹੇ ਆ ਕਿ ਓਵਰਸਟੇਅਰਸ ਨੂੰ ਐਮਨੈਸਟੀ ਦੇਣ ਤੇ ਹੱਕ 'ਚੋਂ ਨਹੀਂ ਹੈਗੇ ਪਰ ਆਫਸ਼ੋਰ ਜਿਹੜੇ ਸਟੱਕ ਨੇ ਉਹਨਾਂ ਦੀ ਗੱਲ ਨੈਸ਼ਨਲ ਪਾਰਟੀ ਨੇ ਵੀ ਨਹੀਂ ਕੀਤੀ ਆਪਣੀ ਅਨਾਉਂਸਮੈਂਟ 'ਚ। ਤੋ ਇਹਦੇ 'ਚ ਪੀਟਰ ਵਿਲਸਨ ਦਾ ਵੀ ਬਿਆਨ ਵੀ ਜਿਹੜੇ ਲੌਫੁਲੀ ਇੱਥੇ ਨੇ ਉਹਨਾਂ ਲਈ ਕੋਈ ਸੈਂਸੀਬਲ ਸੋਲੂਸ਼ਨ ਚਾਹੀਦਾ ਆ। ਸੋ ਮਤਲਬ ਕਿ ਜਿਹੜੇ ਓਵਰਸਟੇਅਰ ਨੇ 14,000 ਦੇ ਕਰੀਬ ਉਹਨਾਂ ਨੂੰ ਤੁਸੀਂ ਫਿਰ ਸੁੱਟਣਾ ਹੀ ਚਾਹੁੰਦੇ ਹੋ ਬਾਹਰ ਨਾ। ਤੋ ਇਹ ਚਲੋ ਥੋੜੀ ਬਹੁਤੀ ਗੱਲ ਸ਼ੁਰੂ ਹੋਈ ਹੈ, ਦੇਖੋ ਇਹ ਕਿੱਧਰ ਨੂੰ ਜਾਂਦੀ ਹੈ। ਜਿੰਨੀ ਵਾਰੀ ਤੁਸੀਂ ਇਹਦਾ ਨਾਂ ਲੈਂਦੇ ਆ ਨਾ ਉਨੀ ਵਾਰੀ ਮੈਂ ਚਲੋ ਅਸੀਂ ਇਹਨੂੰ ਛੱਡ ਕੇ ਆਪਾਂ ਇਹਨੂੰ ਛੱਡ ਇਹਦੇ ਸਰਸੇ ਤੱਕ ਮੈਂ ਵੇਟ ਕਰਦੇ ਆ। ਹਾਂ ਕੀ ਅਨਾਉਂਸਮੈਂਟ ਆਉਂਦੀ ਹੈ ਦੇਖਦੇ ਹਾਂ। ਇਹ ਮਤਲਬ
ਹੱਦ ਆ ਵੈਸੇ, ਮਤਲਬ ਕਿ ਲੋਕ ਨੇ ਜਿਹੜੇ ਇਹ ਛੱਡੋ ਜੀ। ਹਾਂ ਨਹੀਂ, ਇਹ ਆਪਾਂ ਲੀਡਿੰਗ ਅਪ ਟੂ ਥਰਸਡੇ ਸਾਰੇ ਜਿਹੜੇ ਮਾਈਗ੍ਰੈਂਟਸ ਨੇ ਜਾਂ ਹੋਰ ਲੋਕ ਨੇ ਕੀ ਕਰ ਸਕਦੇ ਨੇ, ਤੁਸੀਂ ਜਿਹੜੇ ਵੀ ਤੁਹਾਡੇ ਫੋਰਮ ਹੈ ਉਹਦੇ 'ਚ ਇਹ ਗੱਲ ਰੱਖੋ ਕਿ ਤੁਹਾਡੇ ਮੁਤਾਬਕ ਥਰਸਡੇ ਨੂੰ ਕਿਹੋ ਜਿਹੀ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਸਰਕਾਰ ਨੂੰ, ਕੀ ਕਹਿਣਾ ਚਾਹੀਦਾ ਹੈ। ਅਗਰ ਤੁਹਾਡੇ ਕੋਈ ਇਹੋ ਜਿਹੇ ਫੋਰਮ ਜਾਂ ਮੀਟਿੰਗ 'ਚ ਜਾਂਦੇ ਹੋ ਜਿੱਥੇ MP ਮੌਜੂਦ ਨੇ, ਚਾਹੇ ਉਹ ਕਿਸੇ ਵੀ ਪਾਰਟੀ ਦੇ MP ਨੇ, ਉਹਨਾਂ ਨਾਲ ਤੁਸੀਂ ਆਪਣੀ ਗੱਲ ਰੱਖੋ ਕਿ ਤੁਹਾਨੂੰ ਕੀ ਲੱਗਦਾ ਕਿ ਥਰਸਡੇ ਨੂੰ ਇਹ ਸਰਕਾਰ ਨੂੰ ਕੀ ਅਨਾਉਂਸ ਕਰਨਾ ਚਾਹੀਦਾ ਹੈ। ਬਾਰ-ਬਾਰ ਉਹੀ ਗੱਲ ਹੁੰਦੀ ਰਹਿਣੀ ਚਾਹੀਦੀ ਹੈ। ਬਿਲਕੁਲ। ਔਰ ਕਾਫੀ ਅਜੀਬ ਵਰਤਾਰੇ ਵੀ ਹੁੰਦੇ ਆ। ਮੈਂ ਪਿਛਲੇ ਕੁਝ ਦਿਨਾਂ ਤੋਂ ਮੈਨੂੰ ਇੱਕ ਈਮੇਲ ਆਈ ਹੋਈ ਸੀਗੀ ਜਿਹੜੀ ਮੈਨੂੰ ਲੱਗਿਆ ਕਿ ਮੇਰਾ ਕੋਈ ਇਹਦੇ 'ਚ ਕੰਸਰਨ ਨਹੀਂ ਬਣਦਾ। ਉਹ ਥਰਸਡੇ ਨੂੰ ਹੀ ਮਾਰਨਿੰਗ 'ਚ ਵੈਲਿੰਗਟਨ 'ਚ ਇੱਕ ਮੀਟਿੰਗ ਆ। ਉਹ ਬੇਸਿਕਲੀ ਇਹ ਕਿ ਬਾਕੀ ਦੁਨੀਆ ਨੂੰ ਜਿਹੜਾ ਹੈ ਕਿ ਨਿਊਜ਼ੀਲੈਂਡ ਆਪਣੇ ਆਪ ਨੂੰ ਕਿੱਦਾਂ ਓਪਨ ਅਪ ਕਰੇ ਟੂ ਦ ਰੈਸਟ ਆਫ ਦ ਵਰਲਡ, ਉਹ ਮੈਨੂੰ ਇਨਵਾਈਟ ਕੀਤਾ ਹੋਇਆ। ਉਹ ਪ੍ਰਾਈਮ ਮਿਨਿਸਟਰ ਦੇ ਆਫਿਸ ਦਾ ਈਮੇਲ ਐਡਰੈਸ ਆ। ਸੋ ਉਹਦੇ ਵਿੱਚ ਸਿਰਫ ਉਹ ਸਾਰੇ ਹੈਲਥ ਐਕਸਪਰਟਸ ਨੇ, ਜਿਸ ਤਰ੍ਹਾਂ ਉਹ ਇੱਕ ਡਾਕਟਰ ਪ੍ਰੋਫੈਸਰ ਮਾਈਕਲ ਬੇਕਰ ਨੇ, ਡਾਕਟਰ ਐਸ਼ਲੀ ਬਲੂਮਫੀਲਡ ਨੇ, ਮਤਲਬ ਵੱਡੇ ਹਸਤੀਆਂ ਜਿਹੜੀਆਂ ਕਿ ਉਹ ਹੈਲਥ ਦੇ ਮਾਹਰ ਨੇ। ਸੋ ਮੈਂ ਉਹ ਕਿਸੇ ਉਸ ਚੀਜ਼ 'ਚ ਕਿਤੇ ਫਿੱਟ ਨਹੀਂ ਹੁੰਦੀ। ਆਈ ਐਮ ਰੀਅਲੀ ਸਰਪ੍ਰਾਈਜ਼ਡ ਵੀ ਉਹ ਮੈਨੂੰ ਸੱਦਾ ਕਿਉਂ ਆਇਆ ਆ। ਸੋ ਓਬਵੀਅਸਲੀ ਇੱਕ ਤੇ ਉਹ ਵੈਲਿੰਗਟਨ 'ਚ ਆ, ਆਈ ਵੋਂਟ ਬੀ ਗੋਇੰਗ। ਦੂਸਰਾ ਮੇਰਾ ਉਹ ਜਿਹੜਾ ਸਾਡਾ ਕੰਮ ਆ ਮਾਈਗ੍ਰੈਂਟ ਐਕਸਪਲੋਟੇਸ਼ਨ ਦਾ, ਮਾਈਗ੍ਰੈਂਟਸ ਦੇ ਰਾਈਟਸ ਇਸ ਵਕਤ ਜੋ ਚੱਲ ਰਿਹਾ, ਉਹ ਮਤਲਬ ਕਿਤੇ ਵੀ ਉਹਦੇ 'ਚ ਫਿੱਟ ਨਹੀਂ ਆ ਹੁੰਦਾ ਹੈਲਥ ਵਾਲੀ ਚੀਜ਼ 'ਚ। ਮੈਂ ਫੂਡ ਮਾਈਕਰੋਬਾਇਓਲੋਜਿਸਟ ਆ, ਮੈਂ ਮੈਡੀਕਲ ਜਾਂ ਕਲੀਨਿਕਲ ਮਾਈਕਰੋਬਾਇਓਲੋਜਿਸਟ ਨਹੀਂ ਹੈਗੀ। ਸੋ ਹਾਂ, ਬੜੀ ਅਜੀਬ ਚੀਜ਼ਾਂ ਹੁੰਦੀਆਂ ਨੇ ਕਈ ਵਾਰੀ। ਜੀ ਪ੍ਰੈਸ਼ਰ ਤੇ ਸਰਕਾਰ ਤੇ 100% ਬਣਿਆ, ਔਰ ਅਸੀਂ ਬਾਰ-ਬਾਰ ਰਿਪੀਟ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜਾ ਪੀਟਰ ਵਿਲਸਨ ਨੇ ਲਿਖਿਆ ਹੈ, ਇਹ ਇੱਕ ਬਹੁਤ ਵੱਡਾ ਸਾਈਨ ਹੈ। ਇੱਕ ਬਹੁਤ ਇਹਨੂੰ ਕਵਾਂਗੇ ਇੱਕ ਮੋਨੂਮੈਂਟਲ ਸਾਈਨ ਹੈ। ਇਹ ਜੋ ਲੋਕ ਪਹਿਲਾਂ ਕਹਿ ਰਹੇ ਸੀ, ਜਿਹੋ ਜਿਹੀਆਂ ਸਲਾਹਾਂ ਦੇ ਰਹੇ ਸੀ, ਇਸ ਤੋਂ ਉਲਟ ਕਹਿ ਰਹੇ ਆ। ਇੱਕ ਬਹੁਤ ਪੋਜ਼ਿਟਿਵ ਸਾਈਨ ਹੈ। ਬਿਲਕੁਲ। ਹਾਂ, ਕਿਉਂਕਿ ਇਹ ਲੋਕੀ ਔਰ ਸਾਡੇ ਜਿਹੜੇ ਸਾਥੀ ਨੇ ਡੈਨੀ ਵਿਲਕਿਨਸਨ ਟੌਮਸਨ ਸੌਰੀ, ਸੋ ਉਹਨਾਂ ਨੇ ਇਹਨਾਂ ਬੰਦਿਆਂ ਤੇ ਬਹੁਤ ਜ਼ਿਆਦਾ ਰਿਸਰਚ ਕੀਤੀ ਹੈ। ਸੋ ਉਹਨਾਂ ਨੂੰ ਅਸੀਂ ਲੈ ਕੇ ਆਵਾਂਗੇ, ਪਰ ਉਹ ਬਹੁਤ ਸ਼ਾਇਦ ਤਿੱਖਾ ਬੋਲਣਗੇ। ਸੋ ਲੈਟਸ ਹੋਪ ਫॉर द बेस्ट। ਮੇਰਾ ਖਿਆਲ ਇਹ ਹੈ, ਪਰ ਫਿਰ ਵੀ ਅਗਰ ਥੋੜੀ ਜੀ ਪੋਜ਼ਿਟਿਵ ਜਾਂ ਫੁੱਲੀ ਪੋਜ਼ਿਟਿਵ ਵੀ ਅਨਾਉਂਸਮੈਂਟ ਕਰਦੇ ਆ ਆਉਂਦੇ ਵੀਰਵਾਰ, ਤਾਂ ਸਾਡਾ ਕੰਮ ਇਹ ਹੈ ਕਿ ਉਹ ਨਜ਼ਰ ਬਣਾ ਕੇ ਰੱਖਣਾ ਕਿ ਉਹਦੇ ਤੋਂ ਵਾਪਸ ਨਾ ਮੁੜਨ, ਜਾਂ ਥੋੜੇ ਜਿਹੇ ਟਾਈਮ ਲਈ ਉਹ ਕਰਕੇ ਉਹਨਾਂ ਦਾ ਕੰਮ ਫੇਰ ਮੁੜ ਕੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਜੀ। ਹੋਰ ਹਾਂ, ਅਗਰ ਲੋੜ ਪੈਂਦੀ ਹੈ ਇਹਨਾਂ ਨੂੰ ਐਕਸਪੋਜ਼ ਕਰਾਂਗੇ। ਅਸੀਂ ਤੇ ਇਸ ਹੱਦ ਤੱਕ ਕਿਹਾ ਸੀਗਾ ਕਿ ਇਹਨਾਂ ਦੇ ਉੱਥੇ ਜਿੱਥੇ ਹੈਗੇ ਨੇ ਇਹ, ਉੱਥੇ ਵੀ ਅਸੀਂ ਮੁਜ਼ਾਹਰੇ ਕਰਾਂਗੇ। ਹਾਂ, ਲੈਟਸ ਸੀ ਥਰਸਡੇ ਨੂੰ ਕੀ ਕਰਦੇ ਆ ਥਰਸਡੇ ਨੂੰ। ਤਾਂ ਕਿਉਂਕਿ ਪਿਛਲੇ ਬੀਤੇ ਕੱਲ ਨਹੀਂ, ਉਸ ਤੋਂ ਪਿਛਲੇ ਐਤਵਾਰ ਜਿਹੜਾ ਸਾਡਾ ਉਹ ਪੀਸਫੁਲ ਪ੍ਰੋਟੈਸਟ ਸੀਗਾ ਡੌਨ ਰੇਡ ਅਪੋਲੋਜੀ ਦੇ ਇਵੈਂਟ ਦੇ ਬਾਹਰ, ਮੇਰੇ ਖਿਆਲ ਉਹਦਾ ਵੀ ਕਾਫੀ ਅਸਰ ਪਿਆ ਹੋਊਗਾ ਕਿ ਉਹ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਉੱਥੋਂ ਅਸੀਂ ਨਿਕਲਦੇ ਦੇਖਿਆ, ਬਿਲਕੁਲ ਉਹ ਸਿਰ ਥੱਲੇ, ਔਰ ਜਿਸ ਤਰ੍ਹਾਂ ਕੋਈ ਨਾ ਬਸ escape ਹੀ ਕਰ ਰਿਹਾ ਹੁੰਦਾ। ਕਿਉਂਕਿ ਜਸਿੰਡਾ ਆਰਡਨ ਦਾ ਇਹ ਰਿਕਾਰਡ ਨਹੀਂ ਹੈਗਾ, ਕਿਉਂਕਿ ਜਿੱਥੇ ਵੀ ਜਾਂਦੇ ਆ ਸ਼ੀ ਇਜ਼ ਵੈਰੀ ਇੰਟਰੈਕਟਿਵ, ਗੱਲਬਾਤ ਕਰਦੇ ਆ, ਮਿਲਦੇ ਆ। ਸੋ ਉਹ ਚੀਜ਼ ਤੋਂ ਵੀ ਕਲੀਅਰ ਸੀਗਾ ਕਿ ਸਮਥਿੰਗ ਇਜ਼ ਨਾਟ ਰਾਈਟ, ਕੁਛ ਹੋਇਆ ਆ। ਸੋ ਅਸੀਂ ਇਹ ਆਸ ਹੀ ਕਰ ਸਕਦੇ ਹਾਂ ਕਿ ਆਉਂਦੇ ਵੀਰਵਾਰ ਕੋਈ ਇਹੋ ਜਿਹੀ ਅਨਾਉਂਸਮੈਂਟ ਕਰਨਗੇ ਜਿਹਦੇ ਨਾਲ ਕਾਫੀ ਭਾਰੀ ਗਿਣਤੀ 'ਚ ਮਾਈਗ੍ਰੈਂਟਸ ਨੂੰ ਫਾਇਦਾ ਹੋਏ, ਨਾ ਕਿ ਥੋੜੇ ਜਿਹੇ ਲੋਕਾਂ ਨੂੰ ਜਾਂ ਇੱਕ ਕੁਝ ਵੀਜ਼ਾ ਕੈਟੇਗਰੀ ਨੂੰ ਫਾਇਦਾ ਕਰਕੇ ਤੇ ਦੂਜੀ ਨੂੰ ਫੇਰ ਨੁਕਸਾਨ ਕਰ ਦੇਣ। ਸੋ ਇਹੋ ਹੀ ਆਸ ਕਰ ਸਕਦੇ ਹਾਂ। ਖਬਰਾਂ ਵਗੈਰਾ ਹੋਰ ਵੀ ਆਈਆਂ ਨੇ। ਇੱਕ ਮਿੰਟ ਮੈਂ ਇੰਟਰਪਟ ਕਰਨਾ ਚਾਹੁੰਦਾ, ਜਿਹੜੇ ਸਾਡੇ ਸਰੋਤੇ ਇੰਟਰਨੈਸ਼ਨਲੀ ਸੁਣ ਰਹੇ ਨੇ, ਸੰਖੇਪ ਦੇ ਵਿੱਚ ਕਿ ਇਹ ਜਿਹੜੀ ਗੱਲਬਾਤ ਹੋ ਰਹੀ ਹੈ ਬਿਲਕੁਲ ਇਹ ਮਜ਼ਦੂਰਾਂ ਨਾਲ, ਕਾਮਿਆਂ ਨਾਲ ਸੰਬੰਧਿਤ ਹੈ। ਅਸੀਂ ਇੱਥੇ ਪ੍ਰਵਾਸੀ ਕਾਮਿਆਂ ਦੀ ਯੂਨੀਅਨ ਚਲਾ ਰਹੇ ਹਾਂ, ਔਰ ਜਿਸ ਪੂੰਜੀਵਾਦੀ ਸਮਾਜ ਤੋਂ ਤੰਗ ਆ ਕੇ ਜਿਹੜੇ ਸਾਥੀ ਪਹਿਲਾਂ ਗੱਲ ਕਰਕੇ ਗਏ ਨੇ, ਜਿੱਥੇ ਕੋਈ ਰਸਤਾ ਨਹੀਂ ਹੈ ਲੋਕਾਂ ਦੇ ਕੋਲੇ ਆਪਣੀ ਚੰਗੀ ਜ਼ਿੰਦਗੀ ਬਿਤਾਉਣ ਦਾ, ਉਹ ਤੋਸ਼ੀਆਂ ਤੰਗੀਆਂ ਤੋਂ ਤੰਗ ਆ ਕੇ ਇਹਨਾਂ ਮੁਲਕਾਂ ਦੇ ਵਿੱਚ ਆਇਆ ਜਾਂਦਾ ਚੰਗੀ ਜ਼ਿੰਦਗੀ ਵਾਸਤੇ। ਪਰ ਇੱਥੇ ਵੀ ਜਿਹੜੇ ਉਹਨਾਂ ਦੇ ਹਾਲਾਤ ਨੇ ਉਹ ਨਹੀਂ ਸੁਧਰਦੇ। ਜਿਹੜੀਆਂ ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹ ਉਹਨਾਂ ਨੂੰ
ਵਾਪਸ ਭੇਜਣ 'ਚ ਜਾਂ ਉਹਨਾਂ ਨੂੰ ਇੱਥੇ ਜਿਹੜੀ ਉਹਨਾਂ ਦੀ ਸ਼ੋਸ਼ਣ ਹੁੰਦਾ ਆ ਉਹਦੇ ਵੱਲ ਧੱਕਦੀਆਂ ਨੇ। ਸੋ ਉਹ ਜਿਹੜੀਆਂ ਸੰਘਰਸ਼ ਦੀ ਇਹ ਲੰਬੇ ਸਮੇਂ ਤੋਂ ਕਰ ਰਹੇ ਆ, ਸੋ ਉਹਦੀ ਇਹ ਦੋਸਤੋ ਗੱਲਬਾਤ ਹੋ ਰਹੀ ਹੈ। ਬਿਲਕੁਲ ਜਿਹੜੀ ਗੱਲਬਾਤ ਆਪਾਂ ਕਿਸਾਨਾਂ ਮਜ਼ਦੂਰਾਂ ਦੀ ਕੀਤੀ ਹੈ, ਉਹ ਜੋ ਇਸ ਮੁਲਕ ਦੇ ਵਿੱਚ ਚੱਲ ਰਿਹਾ ਹੈ ਉਹਦੀ ਅਸੀਂ ਗੱਲਬਾਤ ਕਰ ਰਹੇ ਹਾਂ। ਬਿਲਕੁਲ ਔਰ ਲੋਕਾਂ ਨੂੰ ਇਹ ਕਹਿ ਕੇ ਇੱਥੇ ਲੈ ਕੇ ਆਇਆ ਜਾਂਦਾ, ਵੀਜ਼ੇ ਦਿੱਤੇ ਜਾਂਦੇ ਆ ਕਿ ਤੁਸੀਂ 2-4-5 ਸਾਲ ਬਾਅਦ ਉਹ ਸਾਰੇ ਸਾਡੇ ਜਿਹੜੇ ਰੂਲ ਆ ਉਹਨਾਂ ਤੇ ਪੂਰੇ ਉਤਰੋਗੇ, ਫਿਰ ਤੁਹਾਨੂੰ ਅਸੀਂ ਪੱਕੇ ਕਰ ਦੇਵਾਂਗੇ, ਤੁਹਾਨੂੰ ਰੈਜ਼ੀਡੈਂਸ PR ਦੇ ਦੇਵਾਂਗੇ। ਪਰ ਉਹ ਰੂਲ ਜਿਹੜੇ ਆ ਹਰ ਦੂਜੇ-ਤੀਜੇ ਸਾਲ ਬਦਲਦੇ ਰਹਿੰਦੇ ਆ, ਬਦਲ ਦਿੰਦੇ ਉਹਨਾਂ ਨੂੰ। ਸਿਰਫ ਹਰ ਇੱਕ ਪਾਰਟੀ, ਚਾਹੇ ਉਹ ਖੱਬੀ ਸੱਜੀ ਵਿਚਕਾਰ, ਸਾਰੇ ਕਰਦੇ ਆ ਉਹ ਤਕਰੀਬਨ। ਤਾਂ ਉਹਦੇ ਤਹਿਤ ਕੀ ਹੈ ਕਿ ਲੋਕ 10-10 15-15 ਸਾਲ ਤੋਂ ਇੱਥੇ ਉਹ ਟੈਂਪਰੇਰੀ ਵੀਜ਼ਿਆਂ ਤੇ ਵਿਚਾਰੇ ਲਟਕੇ ਹੋਏ ਆ। ਤਾਂ ਹੁਣ ਤੇ ਇਹਨਾਂ ਨੇ ਪਿਛਲੇ ਉਹ ਕੋਵਿਡ ਦੇ ਦੌਰਾਨ ਜਿਹੜੇ ਉਹ ਰੈਜ਼ੀਡੈਂਸ ਦੇ ਕਾਫੀ ਸਾਰੇ ਰਸਤੇ ਜਿਹੜੇ ਉਹ ਸਸਪੈਂਡ ਕਰਤੇ, ਬੰਦ ਹੀ ਕਰ ਦਿੱਤੇ ਹੋਏ। ਔਰ ਸਿਰਫ ਇਹੋ ਨਹੀਂ, ਜਿਹੜੇ ਉਹ ਟੈਂਪਰੇਰੀ ਵਰਕ ਵੀਜ਼ੇ ਵਾਲਿਆਂ ਨੇ ਉਹਨਾਂ ਨੂੰ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਉਹ ਅਟੈਚ ਕੀਤਾ ਜਾਂਦਾ ਹੈ ਐਮਪਲੋਇਰ ਨਾਲ, ਕਿ ਤੂੰ ਸਿਰਫ ਇੱਥੇ ਹੀ ਇਹਦੇ ਕੋਲ ਹੀ ਕੰਮ ਕਰ ਸਕਦਾ ਹੈ, ਇਸੇ ਹੀ ਲੋਕੇਸ਼ਨ ਤੇ ਕੰਮ ਕਰ ਸਕਦਾ ਹੈ। ਸੋ ਸਾਡੇ ਪਿਛਲੇ ਕਈ ਸਾਲਾਂ ਦੀ ਇਹ ਵੀ ਸੰਘਰਸ਼ ਹੈ ਕਿ ਉਹ ਜਿਹੜੇ ਉਹ ਵੀਜ਼ੇ ਉਹ ਖੋਲੇ ਜਾਣ, ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਗੁਲਾਮਾਂ ਦੀ ਤਰ੍ਹਾਂ ਬੰਧੂਆ ਮਜ਼ਦੂਰ ਨਹੀਂ ਬਣਾ ਸਕਦੇ। ਔਰ ਉਹਦੇ ਨਾਲ ਦੀ ਨਾਲ ਇਹਨੂੰ ਜੀ ਇਸੇ ਕੋਵਿਡ ਦੇ ਦੌਰਾਨ ਜਿਹੜੇ ਆਪਣੇ ਕਾਮੇ ਭਾਰਤ ਦੇ ਵਿੱਚ ਫਸ ਗਏ, ਹੋਰ ਮੁਲਕਾਂ ਦੇ ਵਿੱਚ ਫਸ ਚੁੱਕੇ ਨੇ। ਔਰ ਉਹ ਇੱਕ ਜਿਹੜੀ ਸਭ ਤੋਂ ਵੱਡੀ ਤਰਾਸਦੀ ਹੈ ਜੀ, ਇੱਕ ਸ਼ਬਦ ਇਸ ਸਰਕਾਰ ਵੱਲੋਂ ਉਹਨਾਂ ਦੇ ਵਾਸਤੇ ਨਹੀਂ ਕਿਹਾ ਗਿਆ। ਔਰ ਉਹਨਾਂ ਦੇ ਜਿਹੜੇ ਭਾਰਤ ਦੇ ਵਿੱਚ ਰਹਿੰਦੇ ਆ, ਉਹਨਾਂ ਦੇ ਜਿਹੜੇ ਵੀਜ਼ੇ ਨੇ ਉਹ ਖਤਮ ਹੋ ਗਏ, ਕਾਫੀਆਂ ਦੇ ਹੋਣ ਵਾਲੇ ਆ, ਉਹਨਾਂ ਦੀ ਜੌਬ ਨਹੀਂ ਰਹੀਆਂ ਪੂਰੀਆਂ। ਉਹਨਾਂ ਨੇ ਜ਼ਿੰਦਗੀਆਂ ਆਪਣੀਆਂ ਇੱਥੇ 6-7 ਸਾਲ ਰਹਿੰਦੇ ਗਏ ਨੇ, ਪੈਸਾ ਇੰਨਾ ਲਾਇਆ, ਇੱਥੇ ਘਰ ਨੇ, ਕਾਰਾਂ ਨੇ, ਉਹ ਕਿਰਾਇਆ ਦੇ ਰਹੇ ਨੇ। ਸੋ ਉਹ ਜਿਹੜੇ ਤੇ ਇੱਥੇ ਹੈਗੇ ਨੇ ਜਿਹੜੇ ਉਹਨਾਂ ਦੀ ਜਿਹੜੀ ਤਰਾਸਦੀ ਹੈ। ਸੋ ਅਸੀਂ ਸਰਕਾਰ ਕੋਲੋਂ ਵੀ ਮੰਗ ਕਰ ਰਹੇ ਹਾਂ ਕਿ ਜਿਹੜੇ ਬਾਹਰ ਫਸੇ ਹੋਏ ਨੇ ਉਹਨਾਂ ਲਈ ਅਸੀਂ ਇਹ ਨਹੀਂ ਕਹਿ ਰਹੇ ਕਿ ਬਾਰਡਰ ਖੋਲੋ ਤੇ ਉਹਨਾਂ ਨੂੰ ਹੁਣੇ ਲੈ ਆਓ, ਉਹਨਾਂ ਦੇ ਵੀਜ਼ੇ ਜਿਹੜੇ ਐਕਸਟੈਂਡ ਕਰ ਦੋ। ਅਗਰ ਜੇ 1.5 ਸਾਲ ਬਾਰਡਰ ਪਾਉਂਦੇ ਆ ਤਾਂ ਉਹਨਾਂ ਦਾ ਵੀਜ਼ਾ 1.5 ਸਾਲ ਤੱਕ ਹੋਰ ਐਕਸਟੈਂਡ ਕਰ ਦੋ, ਤਾਂ ਕਿ ਜਦੋਂ ਤੁਸੀਂ ਬਾਰਡਰ ਖੋਲਣਾ ਉਹ ਵਾਪਸ ਆ ਸਕਣ, ਉਹ ਲੌਫੁਲ ਰਹਿਣ, ਅਨਲੌਫੁਲ ਨਾ ਹੋ ਜਾਣ। ਤਾਂ ਇਸ ਕਿਸਮ ਦਾ ਸੰਘਰਸ਼ ਹੈ, ਇਹ ਮੰਗਾਂ ਚੱਲ ਰਹੀਆਂ ਨੇ। ਔਰ ਜਿਹੜੇ ਕੱਚੇ ਲੋਕ ਨੇ, ਕੁਝ ਓਵਰਸਟੇ ਕਰ ਗਏ ਹੋਏ ਨੇ, ਹੁਣ ਇਲੀਗਲ ਬਣ ਗਏ ਨੇ, ਅਸੀਂ ਉਹਨਾਂ ਨੂੰ ਵੀ ਕਹਿ ਰਹੇ ਹਾਂ ਕਿ ਉਹਨਾਂ ਨੂੰ ਵਰਕ ਵੀਜ਼ੇ ਦਿਓ, ਤਾਂ ਕਿ ਉਹ ਉਹਨਾਂ ਚੋਂ ਕਾਫੀ ਲੋਕ ਆਲਰੇਡੀ ਕੰਮ ਕਰਦੇ ਹੋਣਗੇ ਅੰਡਰਗਰਾਉਂਡ ਹੋ ਕੇ ਜਾਂ ਕੈਸ਼ ਕੰਮ। ਸੋ ਉਹਨਾਂ ਨੂੰ ਵਰਕ ਵੀਜ਼ੇ ਦੇ ਦਿਓ ਤਾਂ ਕਿ ਉਹ ਪ੍ਰੋਪਰ ਕੰਮ ਕਰ ਸਕਣ। ਉਹ ਪ੍ਰੋਪਰਲੀ ਕੰਮ ਕਰਨਗੇ, ਤੁਹਾਡੇ ਖਜ਼ਾਨੇ 'ਚ ਹੀ ਉਹਨਾਂ ਦਾ ਇਨਕਮ ਟੈਕਸ ਜਾਊਗਾ, ਔਰ ਉਹ ਵੀ ਬੇਫਿਕਰ ਹੋ ਕੇ ਥੋੜਾ ਰਹਿ ਸਕਣਗੇ, ਜ਼ਿੰਦਗੀ ਜਿਉਣਗੇ। ਉਸ ਤੋਂ ਬਾਅਦ ਅਗਰ ਉਹਨਾਂ ਦਾ ਕੋਈ ਰਸਤਾ ਬਣਦਾ ਹੈ ਇੱਥੇ ਪੱਕੇ ਹੋਣ ਦਾ, PR ਹੋਣ ਦਾ, ਉਹ ਉਹਨਾਂ ਨੂੰ ਤੁਸੀਂ ਮੁਹੱਈਆ ਕਰਵਾਓ। ਸੋ ਇਹ ਮੰਗਾਂ ਨੇ। ਅਨੂ ਜੀ, ਮੈਨੂੰ ਯਾਦ ਆ ਜਦੋਂ ਤੁਸੀਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ, ਹਾਂਜੀ, ਕਿ ਪੱਕੇ ਕੀਤਾ ਜਾਵੇ ਪਾਥਵੇ ਟੂ ਰੈਜ਼ੀਡੈਂਸੀ ਵਾਲੀ, ਕਿੱਦਾਂ ਤੁਹਾਡਾ ਕਈ ਬਹੁਤ ਘਟੀਆ ਕਿਸਮ ਦੇ ਲੋਕਾਂ ਵੱਲੋਂ ਮਜ਼ਾਕ ਉਠਾਇਆ ਸੀ, ਤੇ ਹੁਣ ਇੱਕ ਇਹ ਕੱਲੀ ਸਾਡੇ ਇੱਕ ਮੂਵਮੈਂਟ ਜਿਹੜੀ ਉਹ ਬਣ ਚੁੱਕੀ ਹੈ। ਔਰ ਉਦੋਂ ਅਸੀਂ ਸੀਗੇ, ਹੋਰ 1-2 ਵਰਕਰ ਐਸੋਸੀਏਸ਼ਨ, ਟ੍ਰੇਡ ਯੂਨੀਅਨ ਸੀਗੀਆਂ ਨਾਲ 1-2, ਪਰ ਹੁਣ ਪਿਛਲੇ ਸਾਲ ਦੇ ਵਿੱਚ 1.5 ਸਾਲ ਦੇ ਵਿੱਚ ਇੰਨੇ ਮਾਈਗ੍ਰੈਂਟਸ ਗਰੁੱਪ ਬਣ ਗਏ ਨੇ। ਚੰਗੀ ਗੱਲ ਹੈ ਜਿਹੜੀ ਅਲੱਗ-ਅਲੱਗ ਕਮਿਊਨਿਟੀ ਦੇ ਮਾਈਗ੍ਰੈਂਟ, ਔਰ ਇੱਥੋਂ ਤੱਕ ਕਿ ਜਿਹੜੇ ਮਾਲਕ ਨੇ, ਜਿਹੜੇ ਐਮਪਲੋਇਰ ਐਸੋਸੀਏਸ਼ਨ ਆ, ਉਹ ਵੀ ਕਹਿਣ ਲੱਗ ਗਈਆਂ ਕਿ ਜਿਹੜੇ ਓਵਰਸਟੇਅਰ ਨੇ ਉਹਨਾਂ ਨੂੰ ਐਮਨੈਸਟੀ ਦਿਓ, ਪੱਕੇ ਕੀਤਾ ਜਾਵੇ ਉਹਨਾਂ ਨੂੰ, ਕਿਉਂਕਿ ਕਾਫੀ ਸਾਰੇ ਇਹੋ ਜਿਹੇ ਖਿੱਤੇ ਨੇ ਜਾਂ ਕਿੱਤੇ ਨੇ ਜਿੱਥੇ ਕਿ ਉਹਨਾਂ ਨੂੰ ਵਰਕਰ ਨਹੀਂ ਮਿਲਦੇ। ਇਹ ਉਹਨਾਂ ਨੇ ਤਨਖਾਹਾਂ ਵਧਾ ਕੇ ਵੀ ਦੇਖ ਲਿਆ, ਉਹਨਾਂ ਨੂੰ ਫਿਰ ਵੀ ਨਹੀਂ ਮਿਲ ਰਹੇ। ਔਰ ਪਿਛਲੇ ਹਫਤੇ ਦੀ ਖਬਰ ਸੀਗੀ ਕਿ ਅਨਐਮਪਲੋਇਮੈਂਟ ਰੇਟ ਜਿਹੜਾ ਆ 4% ਦੇ ਕਰੀਬ, ਮਤਲਬ ਘਟ ਗਈ ਆ ਅਨਐਮਪਲੋਇਮੈਂਟ, ਇੱਥੇ ਬੇਰੁਜ਼ਗਾਰੀ ਘਟ ਗਈ ਆ। ਸੋ ਇਹ ਜਿਹੜਾ ਇੱਕ ਕੂੜ ਪ੍ਰਚਾਰ ਕੀਤਾ ਜਾਂਦਾ ਕਿ ਜਿਹੜੇ ਮਾਈਗ੍ਰੈਂਟ ਨੇ, ਪ੍ਰਵਾਸੀ ਕਾਮੇ ਨੇ, ਉਹ ਇੱਥੋਂ ਦੇ ਵਸਿੰਦਿਆਂ ਦੀਆਂ ਨੌਕਰੀਆਂ ਖੋਲ ਲੈਂਦੇ ਨੇ ਆ ਕੇ, ਜਾਂ ਉਹਨਾਂ ਦੇ ਘਰਾਂ ਤੇ ਕਬਜ਼ੇ ਕਰ ਲੈਂਦੇ ਨੇ, ਇਸ ਲਈ ਘਰਾਂ ਦੀ ਘਾਟ ਆ, ਜਾਂ ਇਸ ਸ਼ਹਿਰ 'ਚ ਟ੍ਰੈਫਿਕ ਬਹੁਤ ਜ਼ਿਆਦਾ ਆ ਕਿਉਂਕਿ ਇੱਥੇ ਪ੍ਰਵਾਸੀ ਕਾਮੇ ਜ਼ਿਆਦਾ ਨੇ। ਉਹ ਸਾਰਾ ਬਿਲਕੁਲ ਉਹ ਬਕਵਾਸ ਆ ਉਹ ਗੱਲਾਂ। ਸੋ ਹੁਣ ਤੇ ਉਹ ਆંકੜਿਆਂ ਨੇ ਪ੍ਰੂਵ ਕਰਤਾ ਕਿ ਬੇਰੁਜ਼ਗਾਰੀ ਜਿਹੜੀ ਆ ਘਟੀ ਆ। ਔਰ ਮੈਂ ਉਹ ਆਰਟੀਕਲ ਇੱਕ ਹੋਰ ਦਾ ਜ਼ਿਕਰ ਕਰਨਾ, ਦਲੀਪਾ ਫੰਸੇਕਾ ਦਾ ਜਿਹੜਾ ਬੀਤੇ ਕੱਲ ਦਾ ਆਰਟੀਕਲ ਆ, ਉਹਦੇ ਚੋਂ ਬਕਾਇਦਾ ਆંકੜੇ ਪੇਸ਼ ਕਰਦੇ ਨੇ ਕਿ ਪਿਛਲੇ ਮੇਰੇ ਖਿਆਲ 3 ਮਹੀਨਿਆਂ ਦਾ ਉਹ ਕਹਿ ਰਹੇ ਆ ਕਿ ਜਾਂ 6 ਮਹੀਨਿਆਂ ਦਾ, ਕਿ ਇੱਥੋਂ
ਛੱਡ ਕੇ ਜਾਣ ਵਾਲੇ ਲੋਕ ਜ਼ਿਆਦਾ ਨੇ, ਵਾਪਸ ਇੱਥੇ ਆਉਣ ਵਾਲੇ ਘੱਟ ਨੇ। ਨਵੇਂ ਲੋਕ ਤਾਂ ਖੈਰ ਬਹੁਤ ਘੱਟ ਆ ਰਹੇ ਨੇ, ਪਰ ਜਿਸ ਤਰ੍ਹਾਂ ਇਹਨਾਂ ਦਾ ਮੰਨਣਾ ਸੀਗਾ ਕਿ ਨਿਊਜ਼ੀਲੈਂਡਰ ਜਿਹੜੇ ਬਾਹਰਲੇ ਦੇਸ਼ਾਂ 'ਚ ਰਹਿੰਦੇ ਨੇ, ਜਿਹੜੇ ਇੱਥੋਂ ਸਿਟੀਜ਼ਨ, ਉਹ ਮਤਲਬ ਬਹੁਤ ਵੱਡੀ ਤਾਦਾਦ 'ਚ ਵਾਪਸ ਆਉਣੇ ਸ਼ੁਰੂ ਹੋ ਜਾਣੇ ਨੇ। ਇਸ ਲਈ ਬੇਰੁਜ਼ਗਾਰੀ ਵਧੂਗੀ ਤੇ ਜਿਹੜੀਆਂ ਉਹ ਨੌਕਰੀਆਂ ਨੇ ਉਹਨਾਂ ਤੇ ਜਿਹੜੇ ਇੱਥੋਂ ਦੇ ਸਿਟੀਜ਼ਨ ਨੇ ਉਹਨਾਂ ਦਾ ਪਹਿਲਾ ਹੱਕ ਹੋਣਾ ਚਾਹੀਦਾ। ਪਰ ਉਸ ਤਰ੍ਹਾਂ ਹੋਇਆ ਨਹੀਂ, ਸਗੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਛੱਡ ਕੇ ਗਏ ਨੇ, ਓਵਰਸੀਜ਼ ਜਾ ਰਹੇ ਨੇ, ਯੂਰਪ ਨੂੰ ਜਾ ਰਹੇ ਨੇ। ਹਾਂ, ਲੋਕ ਛੱਡ ਕੇ ਜਾ ਰਹੇ ਨੇ ਕਿਉਂਕਿ ਸਰਕਾਰ ਜਿਹੜੀ ਆ ਉਹ ਇਹਨੂੰ ਸੁਲਝਾ ਨਹੀਂ ਰਹੀ ਹੈ, ਜਿਹੜੀ ਉਲਝਣ ਹੈ। ਔਰ ਹਾਲਾਂਕਿ ਉਹਦਾ ਹੱਲ ਬੜਾ ਸਰਲ ਜਿਹਾ, ਸਹਿਜ ਜਿਹਾ, ਸੌਖਾ ਹੱਲ ਆ। ਜੀ ਬਿਲਕੁਲ। ਸੋ ਅਸੀਂ ਇਹੋ ਆਸ ਕਰ ਸਕਦੇ ਹਾਂ ਕਿ ਆਉਂਦੇ ਵੀਰਵਾਰ ਜਿਹੜੀ ਹੈ ਇਹ ਜੋ ਵੀ ਅਨਾਉਂਸਮੈਂਟ ਕਰਦੇ ਆ ਉਹਦੇ 'ਚ ਕੋਈ ਵਧੀਆ ਹੱਲ ਹੋਣ ਸਾਰਿਆਂ ਲਈ, ਨਾਟ ਜਸਟ ਕਿ 2-4 ਜਣਿਆਂ ਲਈ, ਸਾਰਿਆਂ ਲਈ। ਔਰ ਨਾਲ ਹੀ ਬੀਤੇ ਅਸੀਂ ਇਹੋ ਜਿਹੀਆਂ ਗੱਲਾਂ ਸਿਰਫ ਅਸੀਂ ਜਾਂ ਜਿਹੜੇ ਖੱਬੇ ਪੱਖੀ ਲੋਕਾਂ ਕਹਿ ਲਓ ਸਿੱਧੇ ਸ਼ਬਦਾਂ 'ਚ, ਉਹ ਇਹੋ ਜਿਹੇ ਪੁਆਇੰਟ ਰੇਜ਼ ਕਰਦੇ ਹੁੰਦੇ ਸੀਗੇ ਕਿ ਜਦੋਂ ਇਹਨਾਂ ਨੇ ਅਮੀਰ ਲੋਕਾਂ ਨੂੰ ਸਿਟੀਜ਼ਨਸ਼ਿਪ, ਰੈਜ਼ੀਡੈਂਸੀ ਦਿੰਦੇ ਆ ਪੈਸਿਆਂ ਦੇ ਆਧਾਰ ਤੇ। ਨੈਸ਼ਨਲ ਪਾਰਟੀ ਦੇ ਟਾਈਮ ਤੇ ਸੀਗੇ ਇੱਕ ਪੀਟਰ ਥੀਲ, ਅਮਰੀਕਾ ਦੇ ਬੜੇ ਵੱਡੇ ਸਕੈਂਡਲ ਵੀ ਹੋਇਆ ਸੀ। ਹਾਂਜੀ, ਉਹਨਾਂ ਨੂੰ ਉਹ ਮੇਰਾ ਖਿਆਲ ਇੱਥੇ ਆਏ ਵੀ ਨਹੀਂ ਆ, ਚੰਦ ਘੰਟੇ ਆਏ ਔਰ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਦਿੱਤੀ। ਔਰ ਹੁਣ ਪਨਾਮਾ ਪੇਪਰ 'ਚ ਨਾਮ ਵੀ ਸੀ ਉਹਨਾਂ ਦਾ। ਹਾਂ ਹੈਗਾ। ਔਰ ਹੁਣ ਇਹ ਵਾਲੀ ਸਰਕਾਰ ਨੇ ਗੂਗਲ ਦਾ ਜਿਹੜਾ ਮਾਲਕ ਆ, ਮੈਨੂੰ ਉਹਦਾ ਨਾਂ ਨਹੀਂ ਯਾਦ, ਉਹਨੂੰ, ਕਿਉਂਕਿ ਉਹਦਾ ਪਿਛਲੇ ਸਾਲ ਦੇ ਦੌਰਾਨ, ਪੈਂਡੇਮਿਕ ਦੇ ਦੌਰਾਨ, ਉਹ ਫੀਜੀ ਵਿੱਚ ਸੀਗਾ ਔਰ ਉਹਦੀ ਬੱਚੀ ਜਾਂ ਬੱਚਾ ਬਿਮਾਰ ਸੀਗਾ ਤੇ ਉਹਨੂੰ ਉੱਥੋਂ ਇਵੈਕਿਊਏਟ ਕੀਤਾ ਹੈਲੀਕਾਪਟਰ ਨਾਲ, ਇੱਥੇ ਆਕਲੈਂਡ ਜਾਂ ਨਿਊਜ਼ੀਲੈਂਡ ਦੇ ਕਿਸੇ ਹਸਪੀਟਲ 'ਚ ਉਹਨੂੰ ਲੈ ਕੇ ਆਏ। ਤਾਂ ਉਹਦੇ ਤੋਂ ਸਾਰੀ ਗੱਲ ਖੁੱਲੀ ਹੈ ਕਿ ਉਹ ਨਿਊਜ਼ੀਲੈਂਡ ਰੈਜ਼ੀਡੈਂਟ ਜਾਂ ਸਿਟੀਜ਼ਨ ਨੇ। ਤਾਂ ਉਹ ਫਿਰ ਉਹ ਸਵਾਲ ਉੱਠਿਆ। ਔਰ ਇਹ ਸਾਡੇ ਇਹ ਸਵਾਲ ਕਰਨ ਤੋਂ ਪਹਿਲਾਂ ਆਮ ਜਿਹੜੇ ਲੋਕ ਨੇ ਉਹ ਇਹ ਸਵਾਲ ਉਠਾਉਣੇ ਸ਼ੁਰੂ ਕਰਤੇ। ਮੈਨੂੰ ਬਹੁਤ ਖੁਸ਼ੀ ਹੋਈ ਉਹ ਪੜ੍ਹ ਕੇ, ਦੇਖ ਕੇ ਕਿ ਆਮ ਜਿਹੜੇ ਸਾਡਾ ਜਨ ਸਧਾਰਨ ਹੈ ਉਹ ਇੰਨਾ ਜਾਗਰੂਕ ਹੈ ਇਸ ਵੇਲੇ ਇੱਥੇ ਕਿ ਉਹਨਾਂ ਨੂੰ ਇਹ ਧੱਕਾ ਸਾਫ਼ ਨਜ਼ਰ ਆ ਰਿਹਾ। ਔਰ ਉਹ ਪੀਟਰ ਥੀਲ ਵਾਲੀ ਵੀ ਗੱਲ ਕਿਸੇ ਨੇ ਕੱਢ ਕੇ ਲਿਆਂਦੀ, ਕਹਿੰਦੇ ਕਿ ਪੁੱਛ ਰਹੇ ਸੀਗੇ ਏਦਾਂ ਹੀ ਫੇਸਬੁੱਕ ਤੇ ਕਿ ਸਹੀ ਹੈ ਕਿ ਨੈਸ਼ਨਲ ਪਾਰਟੀ ਨੇ ਵੀ ਏਦਾਂ ਕੀਤਾ ਆਪਣੇ ਟਰਮ 'ਚ। ਔਰ ਉਹ ਇਹ ਔਰ ਏਦਾਂ ਹੀ ਹੋਇਆ। ਤਾਂ ਉਹ ਲੋਕਾਂ ਦੇ ਸਾਹਮਣੇ ਆ ਰਿਹਾ। ਉਹ ਜਿਹੜੀ ਸਾਡੀ ਕਿ ਕਹਿੰਦੇ ਸਾਰੇ ਦੋਵੇਂ ਚੋਰ, ਕਿਹੜੀ ਕਹਾਵਤ ਹੈ ਉਹ, ਚਿੱਟੇ ਬਗਲੇ ਨੀਲੇ ਮੋਰ ਦੋਵੇਂ ਚੋਰ। ਸੋ ਉਹ ਇੱਥੇ ਲੋਕਾਂ ਨੂੰ ਉਹ ਸਪਸ਼ਟ ਹੋ ਰਿਹਾ ਕਿ ਇਹ ਚਾਹੇ ਕੋਈ ਵੀ ਪਾਰਟੀ ਹੋਵੇ, ਇਹ ਇੱਕੋ ਜਿਹੇ ਕੰਮ ਕਰਦੇ। ਆਮ ਜਿਹੜੇ ਸਾਡੇ ਕਿਰਤੀ ਲੋਕ ਨੇ ਉਹਨਾਂ ਨਾਲੇ ਧੱਕਾ ਕਰਦੇ ਨੇ, ਚਾਹੇ ਉਹ ਪ੍ਰਵਾਸੀ ਕਿਰਤੀ ਨੇ ਔਰ ਚਾਹੇ ਇੱਥੋਂ ਦੇ ਨੇ। ਸੋ ਇਹ ਗਰੁੱਪ ਕਾਫੀ ਬਣੇ ਆ ਔਰ ਐਮਪਲੋਇਰ ਐਸੋਸੀਏਸ਼ਨਸ ਵੀ ਕਾਫੀ ਇਕੱਠੀਆਂ ਹੋ ਰਹੀਆਂ ਨੇ। ਮੈਂ ਹੈਰਾਨ ਹੋ ਗਈ ਪਿਛਲੇ ਹਫ਼ਤੇ ਸੁਣ ਕੇ ਕਿ ਜਿਹੜੇ ਐਮਪਲੋਇਰਸ ਦੀਆਂ ਆਰਗੇਨਾਈਜੇਸ਼ਨ ਨੇ ਉਹ ਕਹਿ ਰਹੀਆਂ ਨੇ ਕਿ ਓਵਰਸਟੇਅਰਸ ਨੂੰ ਐਮਨੈਸਟੀ ਦੇ ਦਿਓ, ਜਿਹੜੇ ਕਿ ਕਿਸੇ ਟਾਈਮ ਤੇ ਉਹ ਇਹੋ ਜਿਹੀ ਗੱਲ ਸਿਰਫ ਖੱਬੇ ਪੱਖੀ ਹੀ ਕਹਿੰਦੇ ਸੀਗੇ ਜਾਂ ਯੂਨੀਅਨ ਹੀ ਕਹਿੰਦੀਆਂ ਸੀਗੀਆਂ। ਉਹ ਯੂਨੀਅਨ ਵੀ ਜਿਹੜੀਆਂ ਜੁਝਾਰੂ ਯੂਨੀਅਨ ਨੇ ਉਹ ਕਹਿੰਦੀਆਂ ਨੇ, ਜਿਹੜੀਆਂ ਲੇਬਰ ਪਾਰਟੀ ਦੇ ਬਹੁਤ ਕਲੋਜ਼ ਨੇ ਜਾਂ ਉਹਨਾਂ ਦੇ ਨਾਲ ਫਾਰਮਲੀ ਐਫੀਲੀਏਟਡ ਨੇ ਉਹ ਤਾਂ ਚੁੱਪ ਬੈਠੀਆਂ ਹੋਈਆਂ ਨੇ। ਆ ਸਾਰੀ ਸੰਘਰਸ਼ ਦੇ ਦੌਰਾਨ ਉਹ ਚੁੱਪ ਨੇ। ਕੁਛ ਚੁੱਪ ਨੇ, ਕੁਛ ਐਕਚੁਅਲੀ ਵਿਰੋਧ 'ਚ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਇੱਕ ਦੋ ਨੇ ਜਿਹੜੀਆਂ ਕਿ ਬਿਲਕੁਲ ਡਟ ਕੇ ਖੜੀਆਂ ਹੋਈਆਂ ਨੇ। ਯੂਨਾਈਟ ਯੂਨੀਅਨ ਉਹਨਾਂ 'ਚੋਂ ਇੱਕ ਆ। ਜੀ ਲਾਸਟ ਦੇ 2 ਕਮੈਂਟ ਚਾਹੀਦੇ ਹੋਣਗੇ ਸ਼ਾਇਦ। ਹਾਂਜੀ ਠੀਕ ਹੈ। ਮੈਂ ਆਖਰੀ ਇੱਕ ਹੋਰ ਇੰਪੋਰਟੈਂਟ ਸੂਚਨਾ, ਅਨਾਉਂਸਮੈਂਟ ਉਹ ਵੀ ਸਾਰਿਆਂ ਨਾਲ ਸ਼ੇਅਰ ਕਰ ਲਵਾਂ। 2 ਹਫ਼ਤੇ ਪਹਿਲਾਂ ਸਾਰਿਆਂ ਨੇ ਖਬਰਾਂ 'ਚ ਕਾਫੀ ਦੇਖਿਆ ਹੋਣਾ ਕਿ ਇੱਥੇ ਯੂਨੀਵਰਸਿਟੀ ਦੇ ਪ੍ਰੋਫੈਸਰ ਇੱਕ ਨੇ ਜਿਹੜੇ ਮਾਈਕਲ ਵਿਟਬਰੌਕ, ਉਹਨਾਂ ਨੇ ਕੇਸ ਕੀਤਾ ਕ੍ਰਿਸ ਫਾਫੋਈ ਦੇ ਅਗੇਂਸਟ, ਕਿਉਂਕਿ ਉਹ ਆਪਣੇ ਪਾਰਟਨਰ ਤੋਂ ਸੈਪਰੇਟਡ ਨੇ। ਫਿਰ ਉਹ ਵੀਜ਼ਾ ਲੈਪਸ ਕਰ ਦਿੱਤਾ ਗਿਆ। ਸੋ ਉਹ ਅਸੀਂ ਮੇਰਾ ਖਿਆਲ ਹੈ ਪਹਿਲੇ ਵੀ ਸ਼ਾਇਦ ਦਰਖਾਸਤ ਕੀਤੀ ਸੀਗੀ, ਪਰ ਉਹ ਇੱਕ ਕਾਫੀ ਵੱਡਾ ਐਕਸ਼ਨ ਆ। ਕੱਲਾ ਉਹਨਾਂ ਦਾ ਕੇਸ ਨਹੀਂ ਆ, ਇੱਕ ਹੋਰ ਪਲੇਂਟਿਫ ਨੇ, ਉਹਨਾਂ ਦੇ ਨਾਂ ਤੇ ਵੀ ਇੱਕ ਅੱਗੇ ਕੇਸ ਹੋਰ ਕਰ ਦਿੱਤਾ ਗਿਆ। ਔਰ ਅਗਰ ਇਹਦੇ ਚੋਂ ਇਮੀਡੀਏਟਲੀ ਸਰਕਾਰ ਨੇ ਕੋਈ ਚੰਗਾ ਨਾ ਕੁਛ ਕੱਢਿਆ ਤਾਂ ਉਹ ਲੜੀਵਾਰ ਕੇਸ ਤੇ ਕੇਸ ਚੱਲੀ ਜਾਣਗੇ। ਸੋ ਉਹਦੇ ਵਾਸਤੇ ਇੱਕ ਫੰਡ ਰੇਜ਼ਿੰਗ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ। ਤਾਂ ਉਹ ਸਾਰਿਆਂ ਨੂੰ ਮੈਂ ਰਿਕੁਐਸਟ ਕਰਨੀ ਆ, ਖਾਸ ਕਰਕੇ ਜਿਹੜੇ ਇੱਥੇ ਨਿਊਜ਼ੀਲੈਂਡ 'ਚ ਵਸਦੇ ਨੇ, ਕਿ ਉਹਦੇ ਵਿੱਚ ਅਗਰ ਤੁਸੀਂ ਕੰਟਰੀਬਿਊਟ ਕਰ ਸਕੋ। ਇਹ ਫੰਡ ਜਿਹੜਾ ਤੁਸੀਂ ਗਿਵ ਅ ਲਿਟਲ ਪੇਜ ਆ, ਉਹ ਗੂਗਲ ਸਰਚ ਕਰਨਾ ਆ, ਇਮੀਗ੍ਰੇਸ਼ਨ ਲੀਗਲ ਐਕਸ਼ਨ ਫੰਡ। ਇਮੀਗ੍ਰੇਸ਼ਨ ਲੀਗਲ ਐਕਸ਼ਨ ਫੰਡ ਤੁਸੀਂ ਗੂਗਲ ਸਰਚ ਕਰੋਗੇ, ਉਹ ਸਭ ਤੋਂ ਪਹਿਲਾਂ ਜਿਹੜਾ ਉਹ ਗਿਵ ਅ ਲਿਟਲ ਪੇਜ ਆਏਗਾ। ਉਹਦੇ ਤੋਂ ਤੁਸੀਂ ਆਪਣੀ ਡੋਨੇਸ਼ਨ ਜਿੰਨੀ ਵੀ, ਹਾਂ ਨਹੀਂ ਉਹ ਸਾਡੇ ਕੋਲ ਨਹੀਂ ਆਉਣਾ ਡਾਇਰੈਕਟ, ਉਹ ਇੱਕ ਜਿਹੜਾ
ਜਿਹੜੇ ਉਹ ਲਾਇਰ ਨੇ ਉਹਨਾਂ ਕੋਲ ਵੀ ਨਹੀਂ ਵੈਸੇ ਉਹ ਜਾਣਾ। ਉਹ ਇੱਕ ਟਰਸਟ ਫੰਡ ਆ, ਸਾਡੇ ਵਰਗੀਆਂ ਹੋਰ ਆਰਗੇਨਾਈਜੇਸ਼ਨ ਜਿਹੜੀਆਂ ਅਸੀਂ ਇਕੱਠੇ ਹੋ ਕੇ ਉਹ ਸਪੋਰਟ ਕਰ ਰਹੇ ਹਾਂ ਉਹ ਸੈਕਸ਼ਨ ਨੂੰ। ਸੋ ਉਹ ਇੱਕ ਟਰਸਟ ਫੰਡ 'ਚ ਜਾਊਗਾ। ਉਹ ਜਿਸ ਤਰ੍ਹਾਂ ਉਹ ਫੰਡ ਯੂਜ਼ ਹੋਊਗਾ ਟਰਾਂਸਪੇਰੈਂਟਲੀ ਸਾਰਿਆਂ ਨੂੰ ਉਹ ਨਾਲ ਦੇ ਨਾਲ ਦੱਸਿਆ ਜਾਊਗਾ। ਸੋ ਫਿਲਹਾਲ ਉਹ ਜਿਹੜਾ ਪ੍ਰੋਫੈਸਰ ਨੇ ਜਿਹੜੇ ਮਾਈਕਲ ਵਿਟਬਰੁਕ, ਉਹਨਾਂ ਦਾ ਜਿਹੜਾ ਮੈਟਰ ਹੈ ਜੁਡੀਸ਼ੀਅਲ ਰਿਵਿਊ ਲਈ ਹਾਈ ਕੋਰਟ 'ਚ ਦਰਜਾ ਲੱਗਿਆ ਹੋਇਆ। ਸੋ ਇਮੀਗ੍ਰੇਸ਼ਨ ਲੀਗਲ ਐਕਸ਼ਨ ਫੰਡ, ਇਹਦੇ ਵਿੱਚ ਅਗਰ ਤੁਸੀਂ ਚਾਹੋ ਤਾਂ ਆਪਣੀ ਡੋਨੇਸ਼ਨ ਜਿਹੜੀ ਆ ਉਹ ਪਾ ਉੱਥੇ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਜੀ। ਹਾਂਜੀ, ਜੇ ਮੈਂ ਅਖੀਰ ਦੇ ਵਿੱਚ ਆਪਣੇ ਕੋਲ 5 ਮਿੰਟ ਰਹਿ ਗਏ ਆ ਦੋਸਤੋ, ਸਾਡੀ ਸਮਝ ਮੁਤਾਬਕ ਜਾਂ ਜਿਹੜੇ ਸਾਡੇ ਸਾਥੀ ਨੇ ਜੋ ਭਾਰਤ ਦੇ ਵਿੱਚ ਕਿਸਾਨ ਮਜ਼ਦੂਰ ਲੜ ਰਹੇ ਨੇ, ਸਾਡੀ ਸਮਝ ਦੇ ਮੁਤਾਬਕ ਜਿਹੜਾ ਸਿੱਖ ਧਰਮ ਨਹੀਂ ਹੈ, ਸਿੱਖ ਇੱਕ ਦੱਬੇ ਕੁਚਲੇ ਲੋਕਾਂ ਦੀ ਲਹਿਰ ਹੈ। ਅਸੀਂ ਨਹੀਂ ਕਹਿ ਰਹੇ, ਸਾਡੇ ਤੋਂ ਬਹੁਤ ਵੱਡੇ ਵਿਦਵਾਨ ਗਦਰੀ ਬਾਬੇ ਸਰਦਾਰ ਜਗਜੀਤ ਸਿੰਘ ਜਿਨ੍ਹਾਂ ਨੇ ਸਿੱਖ ਇਨਕਲਾਬ ਕਿਤਾਬ ਲਿਖੀ ਹੈ, ਉਹ ਕਿਤਾਬ ਦੀ ਸ਼ੁਰੂਆਤ ਹੀ ਇੱਥੋਂ ਕੀਤੀ ਜਾਂਦੀ ਹੈ ਕਿ ਇਹ ਦੱਬੇ ਕੁਚਲੇ ਲੋਕਾਂ ਦੀ ਲਹਿਰ ਵਾ। ਹਾਂ, ਬਿਲਕੁਲ। ਸੋ ਅਸੀਂ ਸਾਡਾ ਸਮਝਣਾ ਇਹ ਹੈ, ਔਰ ਇਹ ਜਿਹੜੇ ਲੋਕ ਸਮਝਦੇ ਨੇ ਉਹੋ ਹੀ ਸਹੀ 'ਚ ਹੋਣਗੇ ਜਿਹੜੇ ਇਸ ਸਿੱਖ ਇਨਕਲਾਬ ਦੇ ਫੋਲੋਅਰ ਹੋਣਗੇ। ਸੋ ਇਹਨੂੰ ਧਿਆਨ 'ਚ ਰੱਖਦਿਆਂ ਇੱਥੇ ਬੀਤੇ ਕੱਲ ਈਸਟ ਮਾਕੀ ਦੇ ਏਰੀਏ ਦੇ ਵਿੱਚ ਉਹ ਅਨੂ ਜੀ ਝਗੜਾ ਕੀ ਹੈ? ਝਗੜਾ ਇਹ ਹੈ ਕਿ ਇੱਕ ਗੁਰਿੰਦਰ ਸਿੰਘ ਬੰਟੀ ਨਾਂ ਦਾ ਇਹ ਸ਼ਖਸ ਹੈ, ਉਹ ਬਹੁਤ ਕੁਛ ਉਹਦੇ ਵਿੱਚ, ਜਿਹੜੀਆਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ। ਤੋ ਜਿਹੜਾ ਇਸ ਮੁਲਕ ਦੇ ਵਿੱਚ ਹਰਨੇਕ ਸਿੰਘ ਤੇ ਜਿਹੜੇ ਆਪਣੇ ਸ਼ਰਲੀ ਰੋਡ ਤੇ ਗੁਰਦੁਆਰਾ ਸਾਹਿਬ ਹੈ ਸਿੰਘ ਸਭਾ ਦਾ ਜਿਹੜਾ ਉਹਨਾਂ ਦਾ ਰੇਡੀਓ ਵਿਰਸਾ ਚੱਲਦਾ ਹੈ, ਉਹਨਾਂ ਤੇ ਕਾਤਲਾਨਾ ਹਮਲਾ ਹੋਇਆ, ਜਿਹਦੀ ਅਸੀਂ ਡਟ ਕੇ ਵਿਰੋਧਤਾ ਕੀਤੀ ਸੀ ਔਰ ਅਸੀਂ ਕਿਹਾ ਸੀਗਾ ਕਿ ਕਿਸੇ ਤਰੀਕੇ ਨਾਲ ਇਹ ਜਸਟੀਫਾਈ ਨਹੀਂ ਕੀਤਾ ਜਾ ਸਕਦਾ, ਚਾਹੇ ਉਹ ਭਾਰਤ 'ਚ ਹੋਵੇ ਚਾਹੇ ਇੱਥੇ ਹੋਵੇ। ਉਹਦੇ ਕ੍ਰਿਮੀਨਲ ਜਿਹੜੇ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਆ, ਉਹਨਾਂ ਨੂੰ ਬਚਾਉਣ ਵਾਸਤੇ ਜਾਂ ਉਹਨਾਂ ਦੇ ਪਰਿਵਾਰਾਂ ਦੀ ਮਦਦ ਵਾਸਤੇ ਵੱਡੇ ਜਿਹੜੇ ਫੰਡ ਸੀਗੇ ਉਹ ਇਕੱਠੇ ਕੀਤੇ ਗਏ ਸੀ। ਤੇ ਹੁਣ ਜਿਹੜਾ ਮਸਲਾ ਇਹ ਚੱਲਦਾ ਪਿਆ ਹੈ ਕਿ ਉਹ ਜਿਹੜੇ ਫੰਡ ਨੇ ਉਹ ਸਾਰੇ ਦਾ ਸਾਰਾ ਇਹ ਗੁਰਿੰਦਰ ਸਿੰਘ ਬੰਟੀ ਜਿਹੜਾ ਉਹ ਬਾਬਾ ਬਣਿਆ ਹੋਇਆ ਆ, ਉਹ ਸਾਰਾ ਜਿਹੜਾ ਉਹ ਫੰਡ ਖਾ ਗਿਆ। ਇਹ ਇੱਕ ਬੜੀ ਸ਼ਰਮਨਾਕ ਗੱਲ ਹੈ ਕਿ ਇਸ ਮੁਲਕ ਦੇ ਵਿੱਚ, ਜੇ ਇਹ ਸਹੀ ਗੱਲ ਹੈ, ਇਸ ਮੁਲਕ ਦੇ ਵਿੱਚ ਜਿਨ੍ਹਾਂ ਨੇ ਇੱਕ ਹੀਨਸ ਕ੍ਰਾਈਮ, ਇੱਕ ਬੜਾ ਘਿਨਾਉਣਾ ਕਿਸਮ ਦਾ ਕਾਤਲਾਨਾ ਹਮਲਾ ਕੀਤਾ, ਉਹਦੀ ਤੁਸੀਂ ਫੰਡਿੰਗ ਉਹਦੀ ਇਕੱਠੀ ਕਰ ਰਹੇ ਹੋ। ਔਰ ਇਹਦੇ ਨਾਲ ਮੈਂ ਉਹ ਮੁਜ਼ਾਹਰੇ ਦੇ ਵਿੱਚ ਜਿਹੜੀਆਂ ਹੋਰ ਗੱਲਾਂ ਇਹ ਜਿਹੜਾ ਗੁਰਿੰਦਰ ਸਿੰਘ ਬੰਟੀ ਹੈ ਜਿਹੜਾ ਬਾਬਾ ਹੈ, ਉਸ ਇੰਸਟੀਚਿਊਟ ਦੇ ਵਿੱਚ ਉਹਦੇ ਵਿੱਚ ਕੀ ਚੱਲਦਾ, ਜਿਹੜਾ ਇਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ, ਉੱਥੇ ਜਿਹੜੀ ਉਹਨਾਂ ਦੇ ਨਾਲ ਪਹਿਲਾਂ ਉਹਨਾਂ ਦੇ ਵਿੱਚ ਇਹ ਜਿਹੜਾ ਪਰਿਵਾਰ ਸ਼ਾਮਲ ਸੀਗਾ, ਅਨੂ ਜੀ ਸ਼ਰਮ ਆਉਂਦੀ ਹੈ ਇਹ ਸੁਣ ਕੇ ਕਿ ਸਿੱਖ ਇਨਕਲਾਬ ਨੂੰ ਜੇ ਇਸ ਪੁਜਾਰੀਵਾਦ ਵਿੱਚੋਂ ਕੱਢਣਾ ਸੀ, ਉਹ ਬੁਰੀ ਤਰ੍ਹਾਂ ਉਹਦੇ ਵਿੱਚ ਧੱਕਿਆ ਗਿਆ। ਉਹ ਜਿਹੜੀ ਔਰਤ ਜਿਹੜੀ ਇਹਨਾਂ ਨਾਲ ਜੁੜੀ ਹੋਈ ਸੀ, ਫੇਸਬੁੱਕ ਤੇ ਉਹ ਲਾਈਵ ਅਸੀਂ ਆਪਣੇ ਕੋਲੋਂ ਦੀ ਗੱਲ ਕਰ ਰਹੇ, ਉਹਨਾਂ ਜਿਹੜਾ ਹਸਬੈਂਡ ਆ, ਕਿਉਂਕਿ ਉਹ ਇਸ ਬਾਬੇ ਦੀ ਸੇਵਾ ਕਰਦਾ ਹੈ, ਉਹਨੂੰ ਹੁਕਮ ਦਿੱਤਾ ਗਿਆ ਆ ਭਈ ਤੂੰ ਭ੍ਰਿਸ਼ਟ ਹੋ ਜਾਏਗਾ ਜੇ ਤੂੰ ਆਪਣੀ ਬੇਟੀ ਨੂੰ ਹੱਥ ਲਾਇਆ। 2 ਸਾਲ ਹੋ ਗਏ ਉਹਨੂੰ ਆਪਣੀ ਬੱਚੀ ਨੂੰ ਉਹਨੂੰ ਹੱਥ ਨਹੀਂ ਲਾਇਆ, ਕਿਉਂਕਿ ਉਹ ਬਾਬੇ ਦੀ ਸੇਵਾ ਕਰਦਾ ਹੈ। ਉਸ ਗੁਰਦੁਆਰਾ ਸਾਹਿਬ ਦੇ ਵਿੱਚ 3 ਤਰ੍ਹਾਂ ਦੇ ਵੱਖਰੇ ਵੱਖਰੇ ਲੰਗਰ ਪੱਕਦੇ ਆ, ਔਰ ਉਹਨਾਂ ਦੇ ਦੱਸਣ ਦੇ ਮੁਤਾਬਕ ਜਿਹੜੇ ਪਹਿਲਾਂ ਉਹਦੇ ਨਾਲ ਸੀਗੇ ਉਹ ਦੱਸ ਰਹੇ ਨੇ ਕਿ ਉੱਥੇ ਉਹਨੂੰ ਜਾਤ ਪਾਤ ਦਾ ਮਸਲਾ ਵੀ ਹੈ, ਵੱਖਰੇ ਵੱਖਰੇ ਉੱਥੇ ਲੰਗਰ ਪਕਾਏ ਜਾਂਦੇ। ਯਾਰ ਸ਼ਰਮ ਕਰੋ ਇਹੋ ਜਿਹੇ। ਮੇਰੇ ਖਿਆਲ ਅੱਜ ਦੀ NZ ਪੰਜਾਬੀ ਨਿਊਜ਼ ਤੇ ਉਹਨਾਂ ਨੇ ਇੰਟਰਵਿਊ ਕਰਕੇ ਉਹਨਾਂ ਦੀ ਬੰਟੀ ਬਾਬਾ ਜੀ ਦੀ ਛਾਪੀ ਆ, ਉਹਦੇ ਵਿੱਚ ਮਤਲਬ ਉਹ ਸਾਰੀਆਂ ਚੀਜ਼ਾਂ ਨੂੰ ਉਹ ਨਕਾਰ ਰਹੇ ਨੇ। ਸੋ ਉਹ ਕੋਰਟ ਜਾਂ ਲੀਗਲ ਮੈਟਰ ਤੇ ਇਸ ਤਰ੍ਹਾਂ ਨਹੀਂ ਚੱਲੂਗੇ ਕਿ ਤੁਸੀਂ ਕਹਿ ਦਿੱਤਾ ਤੇ ਮੰਨ ਲਿਆ। ਸੋ ਉਹ ਐਵੀਡੈਂਸ ਬੈਕਡ ਸਾਰੀਆਂ ਚੀਜ਼ਾਂ ਹੋਣਗੀਆਂ। ਏਦਾਂ ਹੀ ਹੋਇਆ ਬਿਲਕੁਲ। ਜੋ 84 ਦੇ ਵਿੱਚ ਉੱਥੇ ਕਤਲ ਕਰ ਕਰਕੇ ਵਿਦੇਸ਼ਾਂ ਦੇ ਵਿੱਚੋਂ ਪੈਸੇ ਇਕੱਠੇ ਕੀਤੇ ਗਏ, ਉਹ ਹਜੇ ਤੱਕ ਇਹਨਾਂ ਲੋਕਾਂ ਦਾ ਉਹੀ ਬਿਜ਼ਨਸ ਜਿਹੜਾ ਇਹ ਧਰਮ ਦੇ ਨਾਂ ਦੇ ਉੱਪਰ ਇਹ ਇੱਕ ਧੰਦਾ ਇਹਨਾਂ ਨੇ ਜਿਹੜਾ ਬਣਾਇਆ ਹੋਇਆ ਉਹ ਚੱਲ ਰਿਹਾ ਹੈ। ਬੜੀ ਸ਼ਰਮਨਾਕ ਗੱਲ ਆ। ਜਿਨ੍ਹਾਂ ਚੀਜ਼ਾਂ ਤੋਂ ਅਸੀਂ ਬਚ ਕੇ ਇਹਨਾਂ ਮੁਲਕਾਂ ਦੇ ਵਿੱਚ ਆਏ ਆ, ਉਹੀ ਜਿਹੜਾ ਇੱਕ ਕੀ ਮੈਨੂੰ ਗੰਦ ਹੀ ਕਹੂੰਗਾ, ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਪਾਇਆ ਜਾ ਰਿਹਾ ਹੈ। ਪਰ ਆਉਂਦੇ ਸਮੇਂ ਦੇ ਵਿੱਚ ਉਹ ਤੱਥ ਜਿਹੜੇ ਨੇ ਉਹ ਸਾਹਮਣੇ ਆਉਣਗੇ ਕੀ ਅਸਲ ਦੇ ਵਿੱਚ ਹੈ। ਉਹਦੇ ਵਿੱਚ ਮੈਂ ਵੀ ਉਹ ਦੇਖੀ ਫੁਟੇਜ ਪ੍ਰੋਟੈਸਟ ਦੀ, ਤੋ
ਕੁਛ ਕੁ ਮੈਨੂੰ ਆਪਣੇ ਬਚਪਨ ਵੀ ਥੋੜਾ ਯਾਦ ਆਇਆ ਕਿਉਂਕਿ ਇੰਗਲੈਂਡ ਵਿੱਚ 1980s 'ਚ ਗੁਰਦੁਆਰਿਆਂ 'ਚ ਇਹ ਕੁਛ ਹੁੰਦਾ ਰਿਹਾ, ਸ਼ਾਇਦ ਹੁਣ ਵੀ ਹੁੰਦਾ ਹੋਊਗਾ। ਬੜੀ ਤਰਾਸਦੀ ਵਾਲੀ ਗੱਲ ਆ ਕਿ ਪਰ ਉਹਦੇ ਵਿੱਚ ਜਿਹੜੇ ਆਮ ਸਧਾਰਨ ਲੋਕ ਆ ਉਹ ਜਦੋਂ ਉਹ ਸਾਰਾ ਕੁਛ ਬਿਆਨ ਕਰ ਰਹੇ ਆ ਔਰ ਉਹ ਕਲੀਅਰ ਤੁਹਾਨੂੰ ਸੁਣਦਾ ਕਿ ਉਹਨਾਂ ਨੂੰ ਸਡਨਲੀ ਇੱਕ ਜਿੱਦਾਂ ਵੇਕ ਅਪ ਕਾਲ ਆ ਕਿ ਅੱਛਾ ਆ ਇੰਨਾ ਗਲਤ ਚੀਜ਼ 'ਚ ਅਸੀਂ ਫਸੇ ਰਹੇ ਹਾਂ। ਸੋ ਉਹ ਇੱਕ ਜਾਗਰਤੀ ਵੱਲ ਜਿਹੜੇ ਜਾ ਰਹੇ ਬਹੁਤ ਚੰਗੀ ਗੱਲ ਹੈ ਜੀ, ਬਹੁਤ ਚੰਗੀ ਗੱਲ ਹੈ। ਆਪਣੇ ਮੈਨੂਰੀਵਾ ਗੁਰਦੁਆਰੇ ਦੇ ਵਿੱਚ ਉੱਥੇ ਕੀ ਸ਼ੋਸ਼ਣ ਚੱਲ ਰਿਹਾ ਹੈ। ਹਾਂਜੀ ਹਾਂ ਇਸ ਮੁਲਕ ਦੇ ਵਿੱਚ ਰੀਸੈਂਟਲੀ ਇਹ 2 ਕੇਸ ਆ ਰਹੇ ਆ ਜਿਹੜੇ ਤੇ ਫੜ ਹੋ ਗਏ ਨੇ ਇਹ ਚੋਰ ਨੇ।